प्यारे विद्यार्थियों, फैकल्टी मैंबर, इस वैबीनार से जुड़े ਸਾਹਿਤਕਾਰ ਤੇ ਵਿਦਵਾਨ ਦੋਸਤੋ, ਜਿਵੇਂ ਕਿ ਬਹੁਤ ਸਾਰੇ ਵਿਦਿਆਰਥੀ ਤੇ ਦੂਸਰੇ ਸੱਜਣ ਜਾਣਦੇ ਆ ਕਿ ਅਸੀਂ ਪੰਜਾਬੀ ਵਿਭਾਗ ਵੱਲੋਂ ਇੱਕ ਸ਼ਤਾਬਦੀ ਵੈਬੀਨਾਰ ਦੀ ਲੜੀ ਜਿਹੜੀ ਆ ਉਹ ਸ਼ੁਰੂ ਕੀਤੀ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾਂ ਦੇ ਨਾਲ ਸੰਬੰਧਿਤ ਕਰਕੇ ਆਰੰਭ ਅਸੀਂ ਉੱਥੋਂ ਕੀਤਾ ਸੀ ਤੇ ਦੋ ਵੈਬੀਨਾਰ ਤੇਗ ਬਹਾਦਰ ਸਾਹਿਬ ਤੇ ਕੀਤੇ ਔਰ ਉਹਨਾਂ ਤੋਂ ਬਾਅਦ ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ ਤੇ ਹਰਨਾਮਦਾਸ ਸਹਿਰਾਈ ਹੋਰਾਂ ਤੇ ਹੁਣ ਤੱਕ 5 ਲੈਕਚਰ ਇਸ ਸੀਰੀਜ਼ ਦੇ ਵਿੱਚ ਹੋ ਚੁੱਕੇ ਨੇ ਤੇ ਇਸੇ ਸੀਰੀਜ਼ ਦੇ ਵਿੱਚ ਡਾਕਟਰ ਹਰਭਜਨ ਸਿੰਘ ਹੋਰਾਂ ਤੇ ਅੱਜ ਦਾ ਜਿਹੜਾ ਲੈਕਚਰ ਆ ਉਹ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਤੇ ਸਾਹਿਤਕ ਹਲਕਿਆਂ ਦੇ ਵਿੱਚ ਜਾਣੀ ਪਹਿਚਾਣੀ ਸ਼ਖਸੀਅਤ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਸੁਖਦੇਵ ਸਿੰਘ ਹੋਰੀ ਅੱਜ ਇਹ ਲੈਕਚਰ ਦੇਣਗੇ ਔਰ ਇਹਨਾਂ ਨੂੰ ਪਹਿਲਾਂ ਤਾਂ ਪੰਜਾਬੀ ਵਿਭਾਗ ਵੱਲੋਂ ਫੈਕਲਟੀ ਮੈਂਬਰ ਤੇ ਵਿਦਿਆਰਥੀਆਂ ਦੇ ਵੱਲੋਂ ਜੀ ਆਇਆਂ ਨੂੰ। ਔਰ ਇਸੇ ਦੇ ਨਾਲ ਮੈਂ ਇੱਕ ਦੋ ਗੱਲਾਂ ਇਹ ਕਰਨੀਆਂ ਚਾਹੁੰਦਾ ਕਿ ਹਰਭਜਨ ਸਿੰਘ ਹੋਰੀ ਪੰਜਾਬੀ ਸ਼ਬਦ ਸੰਸਾਰ ਦੇ ਅੰਦਰ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਪੰਜਾਬੀ ਅਦਬ ਨੇ ਬਹੁਤ ਸਾਰੇ ਰੂਪਾਂ ਦੇ ਵਿੱਚ ਸਵੀਕਾਰ ਕੀਤਾ। ਇੱਕ ਕਵੀ ਦੇ ਰੂਪ 'ਚ ਉਹਨਾਂ ਨੂੰ ਸਵੀਕਾਰ ਕੀਤਾ, ਇੱਕ ਅਧਿਆਪਕ ਦੇ ਤੌਰ 'ਤੇ ਉਹ ਬਹੁਤ ਹਰਮਨ ਪਿਆਰੇ ਅਧਿਆਪਕ ਸਨ, ਇੱਕ ਭਾਸ਼ਣਕਰਤਾ ਦੇ ਰੂਪ ਦੇ ਵਿੱਚ ਉਹ ਬਹੁਤ ਕਮਾਲ ਦੇ ਅਧਿਆਪਕ ਸਨ ਔਰ ਇਸੇ ਦੇ ਨਾਲ ਨਾਲ ਚਿੰਤਕ ਦੇ ਰੂਪ 'ਚ ਉਹਨਾਂ ਦਾ ਕੰਮ ਹੈ ਜਿਹੜਾ ਉਹ ਪੰਜਾਬੀ ਦੇ ਵਿੱਚ ਰੂਪਵਾਦ ਤੋਂ ਸ਼ੁਰੂ ਹੋ ਕੇ ਸੰਰਚਨਾਵਾਦ ਤੇ ਵਿਸ਼ਵ ਦੇ ਹੋਰ ਗਿਆਨ ਸ਼ਾਸਤਰ ਦੇ ਨਾਲ ਪੰਜਾਬੀ ਅਦਬ ਦੀ ਸਾਂਝ ਪਾਉਣ ਵਾਲਾ ਇੱਕ ਉਹਨਾਂ ਦਾ ਰੂਪ ਆ। ਇਸੇ ਤਰ੍ਹਾਂ ਵਾਰਤਕ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਮੁਕਾਮ ਆ। ਧੁੱਪੇਵਾਲ ਦਾ ਦੀਵਾ ਕਿਤਾਬ ਹੋਵੇ, ਭਾਵੇਂ ਉਹਨਾਂ ਦੀ ਆਟੋਬਾਇਓਗ੍ਰਾਫੀ ਹੋਵੇ, ਤੇ ਇਸੇ ਤਰ੍ਹਾਂ ਇੱਕ ਅਨੁਵਾਦਕ ਦੇ ਰੂਪ ਦੇ ਵਿੱਚ ਵੀ ਉਹਨਾਂ ਦਾ ਬਹੁਤ ਕਮਾਲ ਦਾ ਰੂਪ ਆ ਤੇ ਉਸ ਦੇ ਵਿੱਚ ਉਹਨਾਂ ਨੇ ਬਹੁਤ ਸਾਰੀ ਕਵਿਤਾ, ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਅਨੁਵਾਦ ਕੀਤੀਆਂ, ਜਿਨ੍ਹਾਂ ਦੇ ਵਿੱਚੋਂ ਪਲੈਖਾਨੋਵ ਦੀ ਕਿਤਾਬ ਅਨਐਡਰੈਸਡ ਲੈਟਰ ਜਿਹੜੀ ਚਿੱਠੀਆਂ ਬਿਨ ਸਰਨਾਮਿਆਂ ਦੇ ਨਾਂ ਨਾਲ ਪ੍ਰਸਿੱਧ ਆ, ਉਹ ਪੰਜਾਬੀ ਦੇ ਵਿੱਚ ਬਹੁਤ ਪੜ੍ਹੇ ਜਾਣ ਵਾਲੀ ਕਿਤਾਬ ਹੈ। ਇਉਂ ਡਾਕਟਰ ਹਰਭਜਨ ਸਿੰਘ ਪੰਜਾਬੀ ਸ਼ਬਦ ਸੰਸਾਰ ਦੇ ਵਿੱਚ ਬਹੁਤ ਪਰਤੀ ਤੇ ਬਹੁਤ ਵਧਾਈ ਸ਼ਖਸੀਅਤ ਹਨ ਔਰ ਉਹ ਉਹਨਾਂ ਸ਼ਬਦ ਸਿਰਜਕਾਂ 'ਚੋਂ ਸਨ ਜਿਹੜੇ ਤਾਉਮਰ ਸ਼ਬਦ ਦੇ ਨਾਲ ਪਰਨਾਏ ਰਹੇ। ਇੱਕ ਉਹਨਾਂ ਦੀ ਕਿਤਾਬ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ 1984 ਦੇ ਨਾਲ ਸੰਬੰਧਿਤ ਕਵਿਤਾਵਾਂ ਦੀ ਛਪ ਕੇ ਹਟੀ ਆ ਔਰ ਇੰਨੇ ਦਿਨੀ ਇੱਕ ਹੋਰ ਕਿਤਾਬ ਅਲਵਿਦਾ ਤੋਂ ਬਾਅਦ ਜਗਤਾਰਜੀਤ ਹੋਰਾਂ ਨੇ ਕੀਤੀ ਆ, ਸੰਪਾਦਿਤ ਕੀਤੀ ਆ। ਉਹਦੇ 'ਚ ਵੀ ਡਾਕਟਰ ਹਰਭਜਨ ਸਿੰਘ ਹੋਰਾਂ ਦੀਆਂ ਉਹ ਲਿਖਤਾਂ ਜਿਹੜੀਆਂ ਪਹਿਲੀ ਵਾਰ ਪੁਸਤਕੀ ਰੂਪ ਦੇ ਵਿੱਚ ਸਾਹਮਣੇ ਆਈਆਂ ਨੇ। ਸੋ ਹਰਭਜਨ ਸਿੰਘ ਵਰਗੀ ਸ਼ਖਸੀਅਤ ਜਿਹੜੀ ਪੰਜਾਬੀ ਅਦਬ ਦੇ ਵਿੱਚ ਬਹੁਤ ਘੱਟ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਪੈਦਾ ਹੁੰਦੀਆਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਬਦ ਲਈ ਸਮਰਪਿਤ ਕੀਤਾ, ਅਧਿਆਪਨ ਲਈ ਸਮਰਪਿਤ ਕੀਤਾ। ਔਰ ਡਾਕਟਰ ਸੁਖਦੇਵ ਸਿੰਘ ਜਿਨ੍ਹਾਂ ਨੂੰ ਅਸੀਂ ਇਹ ਅੱਜ ਦੇ ਲੈਕਚਰ ਦੇ ਲਈ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਸਾਡੀ ਬੇਨਤੀ ਸਵੀਕਾਰ ਕੀਤੀ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਇਹ ਵੀ ਆ ਕਿ ਡਾਕਟਰ ਹਰਭਜਨ ਸਿੰਘ ਹੋਰਾਂ ਦੇ ਨਾਲ ਜਿਨ੍ਹਾਂ ਦੋਸਤਾਂ ਦੇ ਬਹੁਤ ਨੇੜਲੇ ਸੰਬੰਧ ਰਹੇ ਤੇ ਡਾਕਟਰ ਸੁਖਦੇਵ ਸਿੰਘ ਉਹਨਾਂ ਵਿੱਚੋਂ ਇੱਕ ਹਨ। ਤੇ ਇੱਕ ਤਾਂ ਕਿਤਾਬ ਪੂਰੀ ਦੀ ਪੂਰੀ ਸ਼ਾਇਦ ਟੁੱਕੀਆਂ ਜੀਭਾਂ ਵਾਲੇ ਸੀ, ਜਿਹੜੀ ਡਾਕਟਰ ਹਰਭਜਨ ਸਿੰਘ ਹੋਰਾਂ ਨੇ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ
ਡਾਕਟਰ ਸੁਖਦੇਵ ਸਿੰਘ ਹੋਰਾਂ ਨਾਲ, ਹਰਭਜਨ ਹਲਵਾਰਵੀ ਹੋਰਾਂ ਨਾਲ ਬੈਠ ਕੇ ਜਿਸ ਦਾ ਪਾਠ ਕੀਤਾ ਸੀ। ਹੋਰ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਦੀਆਂ ਜਾਤੀ ਤਜਰਬੇ ਦੇ ਨਾਲ ਨੇੜਤਾ ਵਾਲੀਆਂ ਹੋਰ ਵੀ ਹਨ, ਜਿਨ੍ਹਾਂ ਦੀਆਂ ਗੱਲਾਂ ਡਾਕਟਰ ਸੁਖਦੇਵ ਸਿੰਘ ਹੋਰੀ ਕਰਨਗੇ। ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਇਸ ਵੈਬੀਨਾਰ 'ਚ ਜੀ ਆਇਆਂ ਆਖਦਾ ਹੈ। ਡਾਕਟਰ ਸੁਖਦੇਵ ਸਿੰਘ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਅੱਜ ਦਾ ਲੈਕਚਰ ਸ਼ੁਰੂ ਕਰ। ਦੋਸਤੋ, ਸਭ ਤੋਂ ਪਹਿਲਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ, ਜਿਨ੍ਹਾਂ ਨੇ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਨੂੰ, ਉਹਨਾਂ ਦੇ ਸਾਹਿਤ ਨੂੰ ਇੱਕ ਵਾਰੀ ਫਿਰ ਮੁੜ ਕੇ ਪੜ੍ਹਨ ਅਤੇ ਵਿਚਾਰਨ ਦਾ ਇਹ ਖੂਬਸੂਰਤ ਮੌਕਾ ਮੈਨੂੰ ਦਿੱਤਾ। ਮੈਨੂੰ ਇੰਝ ਲੱਗਦਾ ਕਿ ਡਾਕਟਰ ਹਰਭਜਨ ਸਿੰਘ ਬਾਰੇ ਬਹੁਤ ਕੁਝ ਲਿਖਿਆ ਗਿਆ, ਬਹੁਤ ਕੁਝ ਲਿਖਿਆ ਜਾ ਰਿਹਾ, ਪਰ ਅਜੇ ਵੀ ਮੈਨੂੰ ਲੱਗਦਾ ਕਿ ਹਰਭਜਨ ਸਿੰਘ ਨੂੰ ਸਮਝ ਸਕਣਾ ਅਤੇ ਮਾਣ ਸਕਣਾ ਦੋ ਅਲੱਗ-ਅਲੱਗ ਗੱਲਾਂ ਨੇ। ਹਰਭਜਨ ਸਿੰਘ ਦੀ ਕਵਿਤਾ ਨੂੰ ਮਾਣਿਆ ਜਾ ਸਕਦਾ, ਪੜ੍ਹਿਆ ਜਾ ਸਕਦਾ, ਬੜਾ ਸੁਖਦ ਅਨੁਭਵ ਆ। ਖਾਸ ਤੌਰ 'ਤੇ ਉਹਨਾਂ ਦੇ ਮੂੰਹੋਂ ਉਹਨਾਂ ਦੀ ਕਵਿਤਾ ਸੁਣਨਾ ਇੱਕ ਬੜਾ ਸੁਖਦ ਕਿਸਮ ਦਾ ਅਨੁਭਵ ਹੁੰਦਾ ਸੀ, ਜਿਵੇਂ ਉਹ ਕਵਿਤਾ ਉਚਾਰਦੇ ਨਹੀਂ ਸੀ, ਕਵਿਤਾ ਵਾਪਰ ਰਹੀ ਹੁੰਦੀ ਸੀ, ਜਿਵੇਂ ਉਹ ਕਵਿਤਾ ਜੀ ਰਹੇ ਹੁੰਦੇ ਸੀ। ਪਰ ਉਹਨਾਂ ਦੀ ਕਵਿਤਾ ਨੂੰ ਸਮਝਣਾ ਹੁੰਦਾ ਮੁਸ਼ਕਿਲ ਵੀ ਆ। ਉਹਨਾਂ ਦੀ ਆਪਣੀ ਇੱਕ ਨਜ਼ਮ ਆ ਦੁਪਿੱਠਾ ਸ਼ਹਿਰ, ਉਹਦੇ ਵਿੱਚ ਇੱਕ ਯਾਤਰੀ ਇਹ ਸਵਾਲ ਕਰਦਾ ਕਿ ਇਸ ਸ਼ਹਿਰ ਦੇ ਘਰਾਂ ਦੀਆਂ ਪਿੱਠਾਂ ਇੱਕ ਦੂਜੇ ਨਾਲ ਜੁੜੀਆਂ ਨੇ, ਇਹਨਾਂ ਦਾ ਕੋਈ ਰਾਹ ਨਹੀਂ ਲੱਭਦਾ, ਸ਼ਹਿਰ 'ਚ ਪ੍ਰਵੇਸ਼ ਕਿੱਧਰੋਂ ਕੀਤਾ ਜਾਵੇ। ਠੀਕ ਮੇਰੇ ਲਈ ਵੀ ਇਹੀ ਮਸਲਾ ਆ ਕਿ ਹਰਭਜਨ ਸਿੰਘ ਦੀ ਕਵਿਤਾ 'ਚ ਪ੍ਰਵੇਸ਼ ਕਿੱਥੋਂ ਕੀਤਾ ਜਾਵੇ। ਹਰਭਜਨ ਸਿੰਘ ਹੋਰਾਂ ਦਾ ਆਪਣੀ ਇੱਕ ਉਹਨਾਂ ਦੀ ਨਜ਼ਮ ਹੈ, ਉਸ ਨਜ਼ਮ ਦਾ ਨਾਂ ਹੈਗਾ ਆਲਣਾ ਨਾ ਪਾਈ। ਨਜ਼ਮ ਤਾਂ ਕਿਸੇ ਉਹ ਔਰਤ ਦੇ ਦਰਦ ਬਾਰੇ ਆ, ਪਰ ਉਸ ਨਜ਼ਮ ਦੇ ਬੋਲ ਹਰਭਜਨ ਸਿੰਘ 'ਤੇ ਵੀ ਲਾਗੂ ਹੁੰਦੇ ਨੇ, ਜਦੋਂ ਕਹਿੰਦੇ ਨੇ ਕਿ ਇੱਕ ਵਾਰ ਪਾ ਕੇ ਆਲਣਾ ਉੱਡ ਗਿਆ ਪੰਛੀ, ਕਿਹੜੇ ਦੇਸ਼ ਇਹ ਤਾਂ ਪੰਛੀ ਵੀ ਨਾ ਜਾਣਦਾ। ਇੱਕ ਵਾਰੀ ਪਾ ਕੇ ਆਲਣਾ ਉੱਡ ਗਿਆ ਪੰਛੀ, ਕਿਹੜੇ ਦੇਸ਼ ਇਹ ਤਾਂ ਪੰਛੀ ਵੀ ਨਾ ਜਾਣਦਾ। ਰੋਹੀ ਬੀਆਬਾਨ ਵਿੱਚ ਸਿਖਰ ਦੁਪਹਿਰੇ ਕੱਲਾ ਕਾਰਾ, ਹਾਲੇ ਵੀ ਅੜੀਕੇ ਚਲਾ ਗਿਆ ਜਿਹੜਾ। ਰੋਹੀ ਬੀਆਬਾਨ ਵਿੱਚ ਹਾਲੇ ਵੀ ਅੜੀਕੇ ਉਹਨੂੰ ਚਲਾ ਗਿਆ ਜਿਹੜਾ, ਪਰ ਆਲਣਾ ਉਦਾਸ ਉਸ ਦਾ ਬਸਦਾ। ਹਰਭਜਨ ਸਿੰਘ ਚਲੇ ਗਏ, ਉਹਦਾ ਆਲਣਾ ਉਹਨਾਂ ਬਿਨਾਂ ਉਦਾਸ ਆ, ਬਸ ਰਿਹਾ। ਦਿੱਲੀ 'ਚ ਉਹਨਾਂ ਦਾ ਪਰਿਵਾਰ ਰੰਗੀ ਬਸ ਰਿਹਾ, ਪਰ ਸਾਨੂੰ ਉਸ ਰਚਨਾਕਾਰ ਦੀ ਘਾਟ ਕਿਤੇ ਨਾ ਕਿਤੇ ਮਹਿਸੂਸ ਜ਼ਰੂਰ ਹੁੰਦੀ ਰਹਿੰਦੀ ਆ। ਮੈਨੂੰ ਜਿਵੇਂ ਡਾਕਟਰ ਸਰਬਜੀਤ ਹੋਰਾਂ ਨੇ ਕਿਹਾ ਕਿ ਪੰਜਾਬੀ ਸ਼ਬਦ ਸੰਸਾਰ ਵਿੱਚ ਹਰਭਜਨ ਸਿੰਘ ਵਿਵਾਦੀ ਵੀ ਰਿਹਾ, ਸੰਵਾਦੀ ਵੀ ਰਿਹਾ, ਸਵੀਕਾਰਿਆ ਬਹੁਤ ਗਿਆ। ਹਰਭਜਨ ਸਿੰਘ ਦੇ ਨਾਲੋਂ ਵੱਖਰੀ ਦ੍ਰਿਸ਼ਟੀ ਰੱਖਣ ਵਾਲੇ ਲੋਕਾਂ ਨੇ ਹਰਭਜਨ ਸਿੰਘ ਦੀ ਸਾਹਿਤਕ ਆਲੋਚਨਾ ਨਾਲ ਤਾਂ ਸੰਵਾਦ ਰਚਾਇਆ, ਪਰ ਇੱਕ ਕਵੀ ਵਜੋਂ ਹਰਭਜਨ ਸਿੰਘ ਨੂੰ ਸਭ ਨੇ ਪ੍ਰਵਾਨ ਕੀਤਾ। ਮੈਨੂੰ ਇੰਝ ਲੱਗਦਾ ਹੁੰਦਾ ਕਿ ਹਰਭਜਨ ਸਿੰਘ ਨੂੰ ਦੇ ਹਾਣ ਦਾ ਅਸੀਂ ਅਜੇ ਪਾਠਕ ਨਹੀਂ ਪੈਦਾ ਕਰ ਸਕੇ। ਉਹਦਾ ਇੱਕ ਕਾਰਨ ਤਾਂ ਇਹ ਵੀ ਸੀ ਕਿ ਹਰਭਜਨ ਸਿੰਘ ਨੇ ਜ਼ਿੰਦਗੀ 'ਚ ਬਹੁਤ ਕੁਝ ਗਵਾਇਆ। ਹਰਭਜਨ ਸਿੰਘ ਆਪ ਹੀ ਲਿਖਦਾ ਆ ਕਿ ਕਵਿਤਾ ਉਹਦੇ ਕੋਲ ਹੀ ਆਉਂਦੀ ਆ ਜਿਹਨੂੰ ਦੁੱਖ ਦਾ ਸ਼ਾਰਾ ਬਹੁਤ ਮਿਲਦਾ ਹੈ। ਹਰਭਜਨ ਸਿੰਘ ਨੂੰ ਦੁੱਖ ਦਾ ਸ਼ਾਰਾ ਆਮ ਬੰਦੇ ਨਾਲੋਂ ਵੱਧ ਮਿਲਿਆ। ਕਦੇ ਕਦੇ ਮੈਂ ਇਹ ਵੀ ਸੋਚਦਾ ਹੁੰਦਾ ਕਿ ਕੀ ਕਵਿਤਾ ਭਾਸ਼ਾ 'ਚ ਲਿਖੀ ਜਾ ਸਕਦੀ ਹੈ। ਭਾਸ਼ਾ 'ਚ ਕਵਿਤਾ ਲਿਖਦੇ ਹਾਂ, ਭਾਸ਼ਾ 'ਚ ਕਵਿਤਾ ਅਸੀਂ ਪੜ੍ਹਦੇ ਹਾਂ, ਪਰ ਮੈਨੂੰ ਲੱਗਦਾ ਕਿ ਕਵਿਤਾ ਭਾਸ਼ਾ ਤੋਂ ਬਹੁਤ ਪਾਰ ਹੁੰਦੀ ਆ। ਜਿਹੜੀ ਕਵਿਤਾ ਦੀ ਲਿਪੀ ਆ ਉਹ ਅਸਲ 'ਚ ਹੰਝੂਆਂ ਦੀ ਲਿਪੀ ਹੁੰਦੀ ਆ। ਜਿਹੜੀ ਗੱਲ ਇੱਕ ਤਰਲ ਹੰਝੂ ਕਹਿ ਦਿੰਦਾ, ਉਹ ਕਵਿਤਾ ਦੀ ਨਹੀਂ ਕਈ ਵਾਰੀ ਕਹਿ ਸਕਦੇ। ਹਰਭਜਨ ਸਿੰਘ ਦਾ ਆਪਣਾ ਵੀ ਇੱਕ ਸ਼ੇਰ ਆ ਕਿ ਹੁਣੇ ਡਿੱਗਿਆ ਜੋ ਪਲਕਾਂ 'ਚੋਂ ਬੜਾ ਅਥਰੂ ਪੁਰਾਣਾ ਹੈ। ਇਹ ਪੁਰਾਣੇ ਅਥਰੂ ਹੀ ਕਦੇ ਨਾ ਕਦੇ ਕਵਿਤਾ ਦਾ ਜਾਮਾ ਪਹਿਨ ਕੇ ਫਿਰ ਆਉਂਦੇ ਨੇ। ਮੈਂ ਹਰਭਜਨ ਸਿੰਘ ਦੇ ਮੁੱਢਲੇ ਜਿਹੇ ਜੀਵਨ ਵੇਰਵੇ ਤੁਹਾਡੇ ਨਾਲ ਸਾਂਝੀ ਕਰ ਲੈਣਾ ਚਾਹੁੰਦਾ। ਹਰਭਜਨ ਸਿੰਘ ਨੇ ਆਪ ਵੀ ਕਿਤੇ ਕਿਹਾ, ਅਤੇ ਪੀ.ਵੀ. ਸ਼ੈਲੇ ਨੇ ਇੱਕ ਵਾਰੀ ਪੁੱਛਿਆ ਸੀ ਆਪਣੀ ਮਾਂ ਨੂੰ ਕਿ ਮੈਂ ਮਿਲਟਨ ਵਰਗੀ ਕਵਿਤਾ ਕਿਉਂ ਨਹੀਂ ਲਿਖ ਸਕਿਆ। ਉਹਨੇ ਕਿਹਾ ਕਿ ਤੇਰੇ ਕੋਲ ਮਿਲਟਨ ਵਰਗਾ ਦੁੱਖ ਨਹੀਂ ਹੈ। ਹਰਭਜਨ ਸਿੰਘ ਦਾ ਜੱਦੀ ਪਿੰਡ ਤਾਂ ਭੁੱਲਰ ਸੀ, ਤਰਨਤਾਰਨ ਜ਼ਿਲ੍ਹੇ 'ਚ। ਪਿਤਾ ਬੜਾ ਅਮੀਰ ਸੀ। ਜਨਮ ਹਰਭਜਨ ਸਿੰਘ ਦਾ ਲਿਮਡਿੰਗ
ਅਸਾਮ ਦੇ ਵਿੱਚ ਹੋਇਆ, ਉਸ ਵੇਲੇ ਹਰਭਜਨ ਸਿੰਘ ਦਾ ਪਰਿਵਾਰ ਜਿਹੜਾ ਸੀ ਠੇਕੇਦਾਰੀ ਕਰ ਰਿਹਾ ਸੀ। ਪਿਤਾ ਬੜਾ ਅਮੀਰ ਸੀ, ਬੜਾ ਵੱਡਾ ਘਰ ਸੀ ਜੰਗਲ ਦੇ ਵਿੱਚ, ਖੁੱਲ੍ਹੀਆਂ ਚਰਾਂਦਾਂ ਸੀ ਘਰ ਦੇ ਨਾਲ ਜੁੜੀਆਂ ਹੋਈਆਂ। ਭੁੱਲਰ ਪਿੰਡ ਵਿੱਚ 3 ਕੱਚੇ ਮਕਾਨ ਸੀ, ਇੱਕ ਹਵੇਲੀ ਸੀ। ਇਛਰਾ ਦੇ ਲਾਗੇ ਜਾਂ ਗਵਾਲ ਮੰਡੀ ਪਿੰਡ 'ਚ, ਲਾਹੌਰ ਦੀ ਇੱਕ ਮੰਡੀ ਜਿਹਨੂੰ ਗਵਾਲ ਮੰਡੀ ਕਹਿੰਦੇ ਸੀ, ਰਾਮਗੜੀਆ ਗਲੀ 'ਚ ਉਹਨਾਂ ਦਾ ਆਪਣਾ ਮਕਾਨ ਸੀ। ਪਰ ਦੁੱਖ ਇਹ ਸੀ ਹਰਭਜਨ ਸਿੰਘ ਦਾ ਕਿ ਜਿਸ ਘਰ 'ਚੋਂ ਜੰਮਿਆ ਉੱਥੇ 4 ਸਾਲ ਰਹੇ, ਬੜੀ ਅਮੀਰੀ ਦੀ ਜ਼ਿੰਦਗੀ ਠਾਠ ਨਾਲ ਭੋਗੀ। ਉੱਥੇ ਪਿਤਾ ਦੀ ਮੌਤ ਹੋਈ, ਮਾਤਾ ਬੱਚਿਆਂ ਨੂੰ ਲੈ ਕੇ ਪਿੰਡ ਆ ਗਈ। ਉਸ ਘਰ ਦਾ ਕੀ ਬਣਿਆ? ਉਹ ਘਰ ਗੁਆਚ ਗਿਆ। ਹਰਭਜਨ ਸਿੰਘ ਨੇ ਬਾਰ-ਬਾਰ, ਹਰਭਜਨ ਸਿੰਘ ਦੀ ਜੀਵਨੀ ਨੂੰ ਪੜ੍ਹੋ ਤਾਂ ਬਾਰ-ਬਾਰ ਐਸੇ ਵਿਅਕਤੀ ਦਾ ਚਿੱਤਰ ਆਉਂਦਾ ਜਿਹਦਾ ਬਹੁਤ ਕੁਝ ਗੁਆਚਿਆ ਹੋਇਆ ਹੈ। ਘਰ ਗੁਆਚਿਆ ਪਿਆ, ਉਹ ਜੰਗਲ ਜਿਹਦੇ 'ਚ ਜਿਸ ਫਿਰਨੀ 'ਤੇ ਉਹ ਘਰ ਸੀ, ਉਹ ਜੰਗਲ ਹਰਭਜਨ ਸਿੰਘ ਦੀ ਕਵਿਤਾ 'ਚ ਗੁਆਚਿਆ ਮਿਲੇਗਾ ਤੁਹਾਨੂੰ। ਮਾਪੇ ਗੁਆਚ ਗਏ। 8 ਸਾਲ ਦੀ ਉਮਰ ਤੱਕ ਹਰਭਜਨ ਸਿੰਘ ਦੀ ਦਾਦੀ, ਉਹਦੀ ਮਾਤਾ, ਉਹਦੀਆਂ ਦੋਨੇ ਭੈਣਾਂ ਇਹ ਗੁਜ਼ਰ ਗਏ ਅਤੇ ਇਕੱਲਾ ਹਰਭਜਨ ਸਿੰਘ ਰਹਿ ਗਿਆ। ਹਰਭਜਨ ਸਿੰਘ ਨੂੰ ਛੋਟੇ ਮਾਮੇ ਨੇ ਕੋਲੇ ਰੱਖਣ ਤੋਂ ਇਨਕਾਰ ਕਰ ਦਿੱਤਾ। ਉਹ ਮਾਮਾ ਜਿਹਨੂੰ ਮਾਂ ਨੇ ਬੱਚੇ ਵਾਂਗ ਪਾਲਿਆ ਸੀ, ਜਿਹਦਾ ਮਾਂ ਨੇ ਵਿਆਹ ਕੀਤਾ ਸੀ, ਅਤੇ ਜਿਹੜਾ ਮਾਮਾ ਹਰਭਜਨ ਸਿੰਘ ਦੇ ਬਹੁਤ ਛੋਟਾ ਹੁੰਦਿਆਂ ਉਹਦੇ ਪਿਤਾ ਦੀ ਜਾਇਦਾਦ ਦਾ ਵਾਰਸ ਮੰਨਿਆ ਜਾਂਦਾ ਸੀ, ਉਸ ਮਾਮੇ ਨੇ ਹਰਭਜਨ ਸਿੰਘ ਨੂੰ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ। ਦੂਜਾ ਮਾਮਾ ਗਰੀਬ ਸੀ, ਮੱਘਰ ਸਿੰਘ। ਉਹਦੀ ਪਹਿਲੀ ਪਤਨੀ ਮਰ ਗਈ ਤਾਂ ਮਾਂ ਨੇ ਜਿਹੜੀ ਘਰ ਦੇ ਵਿੱਚ ਹੈਲਪ ਕਰਨ ਵਾਸਤੇ ਅਸਾਮਣ ਕੁੜੀ ਰੱਖੀ ਸੀ, ਉਹਦੇ ਨਾਲ ਉਹਦਾ ਵਿਆਹ ਕਰ ਦਿੱਤਾ। ਉਹ ਕੁੜੀ ਆਦਿਵਾਸੀ ਸੀ, ਬਹੁਤਾ ਸਲੀਕਾ ਨਹੀਂ ਸੀ ਜਾਣਦੀ, ਪਰ ਦਿਲ ਦੀ ਬੜੀ ਚੰਗੀ ਸੀ। ਉਹ ਹਰਭਜਨ ਸਿੰਘ ਨਾਲ ਇੱਕ ਨੇੜਤਾ ਇਸ ਕਰਕੇ ਮਹਿਸੂਸ ਕਰਦੀ ਸੀ ਕਿ ਹਰਭਜਨ ਸਿੰਘ ਉਹਦੇ ਦੇਸ਼ ਅਸਾਮ 'ਚ ਜੰਮਿਆ ਸੀ, ਇਸ ਕਰਕੇ ਉਹ ਅਸਾਮੀ 'ਚ ਸੌਰੀ ਵੀ ਹਰਭਜਨ ਸਿੰਘ ਨੇ ਸਿਖਾਇਆ ਤਾਂ ਇਹ ਸੀ ਵੀ ਲੇਖਕ ਨੂੰ ਬਿੱਥ 'ਤੇ ਰਹਿ ਕੇ ਪੜ੍ਹੀਦਾ, ਪਰ ਹਰਭਜਨ ਸਿੰਘ ਦੀਆਂ ਬਹੁਤ ਸਾਰੇ ਜ਼ਿੰਦਗੀ ਦੇ ਵੇਰਵੇ ਐਸੇ ਆ ਕਿ ਬਿੱਥ 'ਤੇ ਰਹਿਣ ਨਹੀਂ ਦਿੰਦੇ, ਮਨ ਭਰਿਆ ਹੁੰਦਾ, ਔਖਾ ਹੋ ਜਾਂਦਾ। ਉਸ ਮਾਮੀ ਨਾਲ ਹਰਭਜਨ ਸਿੰਘ ਦੀ ਬੜੀ ਨੇੜਤਾ ਰਹੀ। ਇਸ ਤਰ੍ਹਾਂ ਮੈਂ ਦੇਖਦਾ ਕਿ ਹਰਭਜਨ ਸਿੰਘ ਦੀ ਕਵਿਤਾ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਔਰਤਾਂ ਦਾ ਜ਼ਿਕਰ ਆਉਂਦਾ ਆ ਜਿਹੜੀਆਂ ਨਿਰਸੰਤਾਨ ਨੇ। ਹਰਭਜਨ ਸਿੰਘ ਦੀ ਆਪਣੀ ਮਾਸੀ ਜਿਹਦੇ ਘਰ 'ਚ ਹਰਭਜਨ ਸਿੰਘ ਪਲਿਆ, ਉਹ ਨਿਰਸੰਤਾਨ ਸੀ, ਵਿਧਵਾ ਸੀ। ਉਹਦੇ ਸਹੁਰਿਆਂ ਤੋਂ ਇਹ ਬੋਲ ਕਬੋਲ ਸੁਣਨੇ ਪੈਂਦੇ ਸੀ ਕਿ ਸਾਡੇ ਪਰਿਵਾਰ ਦੀ ਜੜ ਨਹੀਂ ਲਾਈ, ਇੱਕ ਅਣਚਾਹਿਆ ਮੁੰਡਾ ਸਾਡੇ ਘਰ 'ਚ ਲਿਆ ਕੇ ਬਿਠਾਤਾ। ਉਸੇ ਤਰ੍ਹਾਂ ਉਸ ਪਿੰਡ ਦੇ ਵਿੱਚ ਜਿੱਥੇ ਹਰਭਜਨ ਸਿੰਘ ਰਹਿ ਰਿਹਾ ਸੀ, ਉਸ ਪਿੰਡ ਦੇ ਵਿੱਚ ਇੱਕ ਮੌਲਵੀ, ਇੱਕ ਅਧਿਆਪਕ ਜਿਹੜਾ ਸੀ ਮਦਰਸੇ ਦਾ, ਉਹਦੀ ਜਿਹੜੀ ਪਤਨੀ ਸੀ ਉਹ ਵੀ ਨਿਰਸੰਤਾਨ ਸੀ। ਉਹ ਵੀ ਹਰਭਜਨ ਸਿੰਘ ਨੂੰ ਆਪਣੇ ਪੁੱਤਰ ਵਾਂਗ ਪਿਆਰ ਕਰਦੀ ਸੀ, ਦੁਲਾਰਦੀ ਸੀ। ਹਰਭਜਨ ਸਿੰਘ ਦੇ ਆਪਣੇ ਘਰ 'ਚ, ਗਵਾਲ ਮੰਡੀ ਵਾਲੇ ਘਰ 'ਚ, ਇੱਕ ਬਸੰਤ ਕੌਰ ਨਾਂ ਦੀ ਵਿਧਵਾ ਔਰਤ ਰਹਿੰਦੀ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਹਰਭਜਨ ਸਿੰਘ ਨੇ ਆਪਣੀ ਬਹੁਤ ਹੀ ਖੂਬਸੂਰਤ ਕਵਿਤਾ ਲਿਖੀ ਆ, ਬਲੂੰਗਾ। ਉਹ ਬਸੰਤ ਕੌਰ ਜਿਹੜੀ ਸੀ, ਉਹ ਰਾਤ ਨੂੰ ਵਿਹੜੇ 'ਚ ਜਿਹੜੀ ਉਸਲ ਬੱਟੇ ਲੈਂਦੀ ਫਿਰਦੀ ਆ, ਹਰਭਜਨ ਸਿੰਘ ਨੂੰ ਦੇਖ ਰਿਹਾ। ਇੱਕ ਨਵਾਂ ਸਹਿਜਾਤ ਜਿਹੜਾ ਨਵਾਂ ਜਨਮਿਆ ਕਤੂਰਾ ਟੋਕ ਰਿਹਾ ਅਤੇ ਉਸ ਬਾਈ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਉਸੇ ਕਵਿਤਾ ਨੂੰ ਹਰਭਜਨ ਸਿੰਘ ਨੇ 2 ਵਾਰੀ ਲਿਖਿਆ। ਇੱਕ ਉਹਦੀ ਕਵਿਤਾ ਕਾਲੀ ਰਾਤ ਪਛਮ ਦਾ ਪਿੰਡਾ ਕੌਣ ਤਰੀਟਾਂ ਪਾਏ, ਉਹਦੀ ਕਵਿਤਾ ਹੈਗੀ ਹੈ ਬਲੂੰਗਾ। ਦੂਜੀ ਕਵਿਤਾ ਉਹਦੀ ਹੈਗੀ ਆ ਕਤੂਰਾ, ਰਾਤ ਨੂੰ ਟੋਕਦਾ ਕਤੂਰਾ। ਮੈਂ ਕਹਿਣਾ ਸਿਰਫ ਇਹਨਾਂ ਚਾਹੁੰਦਾ ਕਿ ਹਰਭਜਨ ਸਿੰਘ ਨੇ ਆਪ ਬਹੁਤ ਕੁਝ ਗਵਾਇਆ ਸੀ ਅਤੇ ਹਰਭਜਨ ਸਿੰਘ ਦੀ ਕਵਿਤਾ ਵਿੱਚ ਖਾਸ ਤੌਰ 'ਤੇ ਨਿਰਸੰਤਾਨ ਵਿਧਵਾ ਦਾ ਬਿੰਬ ਬਾਰ-ਬਾਰ ਆਉਂਦਾ ਆ। ਮੈਂ ਇੱਥੇ ਥੋੜ੍ਹਾ ਜਿਹਾ ਰੁਕ ਜਾਂਦਾ। ਜਦੋਂ ਮੈਂ ਹਰਭਜਨ ਸਿੰਘ ਦੀ ਸਮੁੱਚੀ ਕਵਿਤਾ 'ਤੇ ਅੱਜ ਝਾਤ ਮਾਰਦਾ ਹਾਂ, ਕਿਉਂਕਿ ਹਰਭਜਨ ਸਿੰਘ 60ਵਿਆਂ 'ਚ ਲਿਖਣਾ ਸ਼ੁਰੂ ਕਰਦਾ, 1956 'ਚ ਪਹਿਲੀ ਉਹਦੀ ਕਿਤਾਬ ਆਉਂਦੀ ਆ। ਇਹ ਦੌਰ ਭਾਰਤੀ ਬੰਦੇ ਲਈ ਵੀ ਨਿਰਸੰਤਾਨ ਵਿਧਵਾ ਔਰਤ ਦਾ ਪੁੱਤਰ ਹੋਣ ਵਰਗਾ ਦੌਰ ਸੀ। ਅਸੀਂ ਆਜ਼ਾਦ ਹੋ ਗਏ ਸੀ, ਪਰ ਸਾਡੀ ਜਿਹੜੀ ਮਾਂ ਸੀ ਉਹ ਨਿਰਸੰਤਾਨ ਮਾਂ ਵਰਗੀ ਸੀ, ਵਿਧਵਾ ਮਾਂ ਵਰਗੀ ਸੀ, ਜਿਹਦਾ ਬਸ ਕੁਛ ਨਹੀਂ ਸੀ ਚੱਲਦਾ। ਸੋ ਮੈਂ ਇੰਨੀ ਕੁ ਗੱਲ ਇੱਥੇ ਜੋੜ ਦਿਆਂ ਹਰਭਜਨ ਸਿੰਘ ਦੀ ਲਾਈਫ ਦੇ ਨਾਲ ਕਿ ਹਰਭਜਨ ਸਿੰਘ ਦੀ ਜਿਹੜੀ ਮੁੱਢਲੀ ਪ੍ਰੇਰਨਾ ਬਣਦੀ ਆ, ਉਹ ਮਾਨਵ ਜਾਤੀ ਨੂੰ ਕਿਸੇ ਵੀ ਰੂਪ 'ਚ ਵਿਆਪਣ ਵਾਲਾ ਦੁੱਖ ਹਰਭਜਨ ਸਿੰਘ ਦੀ ਕਵਿਤਾ ਦੀ ਪ੍ਰੇਰਨਾ ਬਣਦਾ। ਚਾਹੇ ਉਹ 47 ਦੀ ਦੇਸ਼ ਵੰਡ ਵੇਲੇ ਮਾਨਵਤਾ ਨੂੰ ਵਿਆਪਣ ਵਾਲਾ ਦੁੱਖ ਹੋਵੇ, ਜਿਹਨੂੰ ਹਰਭਜਨ ਸਿੰਘ ਸੌਦਾ ਮੇਰੇ ਮਾਲਕਾ ਬਰਾਨ ਹੋਈ ਰਾਤ ਨਾਂ ਦੇ ਪ੍ਰਗੀਤ ਵਿੱਚ ਬਿਆਨ ਕਰਦਾ,
ਚਾਹੇ ਉਹ ਵੰਡ ਦਾ ਦਰਦ ਹੋਵੇ, ਫਿਰ 1965 ਤੇ 71 ਦੀਆਂ ਲੜਾਈਆਂ ਹੋਣ, ਬੰਗਲਾਦੇਸ਼ ਦਾ ਨਰਸੰਹਾਰ ਹੋਵੇ, ਐਮਰਜੈਂਸੀ ਦਾ ਦੌਰ ਹੋਵੇ, 84 ਚ ਵਾਪਰੇ ਵਰਤਾਰੇ ਤੇ ਘਟਨਾਵਾਂ ਹੋਣ, ਜਦੋਂ ਵੀ ਮਾਨਵਤਾ ਨੂੰ ਕਿਤੇ ਅੰਨਾ ਅਕਾਰਨ ਦੁੱਖ ਵਿਆਪਦਾ ਆ, ਹਰਭਜਨ ਸਿੰਘ ਦੇ ਅੰਦਰਲਾ ਕਵੀ ਬਿਲਕੁਲ ਬਲੂੰਦਰਿਆ ਜਾਂਦਾ ਤੇ ਹਰਭਜਨ ਸਿੰਘ ਬਹੁਤ ਸੁਚੇਤ ਹੋ ਕੇ ਰਚਨਾਵਾਂ ਉਦੋਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਮੈਂ ਇਸ ਕਰਕੇ ਕਹਿ ਰਿਹਾ ਸੀਗਾ ਕਿ ਹਰਭਜਨ ਸਿੰਘ ਨੂੰ ਸਮਝਣਾ ਇਸ ਕਰਕੇ ਮੈਨੂੰ ਮੁਸ਼ਕਿਲ ਲੱਗਦਾ ਆ ਕਿ ਹਰਭਜਨ ਸਿੰਘ ਦੇ ਵਿੱਚ, ਉਹਦੀ ਕਵਿਤਾ ਦੇ ਵਿੱਚ, ਉਹਦੀ ਰਚਨਾਕਾਰੀ ਦੇ ਵਿੱਚ ਬੜੇ ਅਜੀਬ ਕਿਸਮ ਦੇ ਵਿਰੋਧਾਭਾਸ ਤੇ ਦਵੰਦ ਵੀ ਹੈਗੇ ਆ। ਤੁਸੀਂ ਦੇਖੋ ਕਿ ਇੱਕ ਪਾਸੇ ਉਹਦੀ ਗਾਂ ਉਹ ਰਚਨਾਵਾਂ ਨੇ ਜਿਹੜੀਆਂ ਲੋਕ ਗੀਤਾਂ ਵਰਗੀਆਂ ਸਰਲ ਨੇ, ਜਿਹੜੀਆਂ ਸਾਡੇ, ਜਿਹਨੂੰ ਅਸੀਂ ਕਹਿ ਸਕਦੇ ਕਿ ਸਾਡੀ ਲੋਕ ਧਰਾਈ ਮੁਹਾਵਰੇ ਵਾਲੀਆਂ ਨਜ਼ਮਾਂ ਨੇ। ਦੂਜੇ ਪਾਸੇ ਹਰਭਜਨ ਸਿੰਘ ਦੀ ਉਹ ਨਜ਼ਮਾਂ ਨੇ ਕਿ ਜਿਹੜੀਆਂ ਪੱਛਮ ਦੀ ਆਧੁਨਿਕ ਕਵਿਤਾ, ਜਿਹਨੂੰ ਅਸੀਂ ਜਟਲ ਕਵਿਤਾ ਕਹਿੰਦੇ ਹਾਂ, ਖਾਸ ਤੌਰ 'ਤੇ T.S. ਇਲੀਅਟ ਤੋਂ ਬਾਅਦ ਜਿਹੜੀ ਯੂਰਪ ਦੇ ਵਿੱਚ ਪ੍ਰੋਜ਼ ਪੋਇਟਰੀ ਲਿਖੀ ਗਈ, ਜਿਹੜੀ ਬਹੁਤ ਦਾਰਸ਼ਨਿਕ ਕਿਸਮ ਦੀ ਸੀ ਅਤੇ ਜਿਹੜੀ ਆਧੁਨਿਕ ਮਨੁੱਖ ਬਾਰੇ ਵੱਡੇ ਸਵਾਲ ਉਠਾਉਂਦੀ ਸੀ, ਹਰਭਜਨ ਸਿੰਘ ਉਹੋ ਜਿਹੀ ਕਵਿਤਾ ਵੀ ਲਿਖ ਰਿਹਾ। ਕਈ ਵਾਰੀ ਤਾਂ ਇੱਕੋ ਸੰਗ੍ਰਹਿ ਵਿੱਚ ਹਰਭਜਨ ਸਿੰਘ ਦੇ ਬਹੁਤ ਸਰਲ ਗੀਤ ਵੀ ਨੇ ਅਤੇ ਦੂਜੇ ਹਿੱਸੇ 'ਚ ਕਵਿਤਾਵਾਂ ਨੇ ਜਿਹੜੀਆਂ ਬਹੁਤ ਹੀ ਬੌਧਿਕਤਾ ਵਾਲੀਆਂ ਕਵਿਤਾਵਾਂ ਨੇ। ਤੀਜੇ ਵਾਰ ਵਿੱਚ ਦੇਖਦੇ ਹਾਂ ਕਿ ਜਿਵੇਂ ਜਿਵੇਂ ਹਰਭਜਨ ਸਿੰਘ ਵੱਡਾ ਹੁੰਦਾ ਜਾਂਦਾ, ਜਿਵੇਂ ਜਿਵੇਂ ਉਹ ਉਮਰ ਦਰਾਜ਼ ਹੁੰਦਾ ਗਿਆ, ਜਿਵੇਂ ਜਿਵੇਂ ਉਹਦਾ ਗਿਆਨ ਜਿਹੜਾ ਸਿਖਰ ਨੂੰ ਪਹੁੰਚਦਾ ਆ, ਉਦੋਂ ਉਹ ਭਾਰਤੀ ਜਿਹੜੀ ਦਰਸ਼ਨ ਦੀ ਪਰੰਪਰਾ ਆ ਅਤੇ ਧਰਮ ਸ਼ਾਸਤਰ ਦੀ ਪਰੰਪਰਾ ਉਹਦੇ ਵੱਲ ਨੂੰ ਮੁੜ ਜਾਂਦਾ ਅਤੇ ਉਪਨਿਸ਼ਦਿਕ ਸ਼ੈਲੀ 'ਚ ਸੰਵਾਦ ਵਾਲੀਆਂ ਕਵਿਤਾਵਾਂ ਲਿਖਦਾ। ਖਾਸ ਤੌਰ 'ਤੇ ਚੌਥੇ ਦੀ ਉਡੀਕ ਤੋਂ ਬਾਅਦ ਜਿਹੜੇ ਹਰਭਜਨ ਸਿੰਘ ਦੇ ਸਾਰੇ ਕਾਵਿ ਸੰਗ੍ਰਹਿ ਨੇ, ਚਾਹੇ ਉਹ ਚੌਥੇ ਦੀ ਉਡੀਕ ਤੋਂ ਪਹਿਲਾਂ ਵਾਲਾ ਇੱਕ ਕਾਵਿ ਸੰਗ੍ਰਹਿ ਉਹਦਾ ਸੀਗਾ ਮੱਥਾ ਦੀਵੇ ਵਾਲਾ, ਉਸ ਤੋਂ ਬਾਅਦ ਰੁੱਖ ਤੇ ਰਿਸ਼ੀ, ਰੇਗਿਸਤਾਨ 'ਚ ਲੱਕੜਹਾਰਾ, ਤੇਰਾ ਨਾਮ ਕਬੀਰ। ਕਬੀਰ ਤੋਂ ਮੈਨੂੰ ਯਾਦ ਆਇਆ, ਜਦੋਂ ਹਰਭਜਨ ਸਿੰਘ ਨੂੰ ਕਬੀਰ ਸਨਮਾਨ ਮਿਲਿਆ, ਉਹਨਾਂ ਦਿਨਾਂ 'ਚ ਹਰਭਜਨ ਸਿੰਘ ਦੀ ਸਿਰਜਣਾ ਦਾ ਵੀ ਸਿਖਰ ਸੀ। 3 ਮੌਕਿਆਂ 'ਤੇ ਮੈਂ ਹਰਭਜਨ ਸਿੰਘ ਨੂੰ ਬੋਲਦਾ ਸੁਣਿਆ। DAV ਕਾਲਜ ਚੰਡੀਗੜ੍ਹ ਦੇ ਵਿੱਚ, SD ਕਾਲਜ ਚੰਡੀਗੜ੍ਹ ਦੇ ਵਿੱਚ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ। ਉਦੋਂ ਹਰਭਜਨ ਸਿੰਘ ਤੋਂ ਕਵਿਤਾ ਸਾਂਭੀ ਨਹੀਂ ਸੀ ਜਾ ਰਹੀ। ਇੰਝ ਲੱਗਦਾ ਸੀ ਜਿਵੇਂ ਹਰਭਜਨ ਸਿੰਘ ਦੀ ਕਾਇਆ ਤੋਂ ਕਵਿਤਾ ਬਾਹਰ ਡੁੱਲਦੀ ਫਿਰੇ। ਹਰਭਜਨ ਸਿੰਘ ਨੇ ਆਪ ਵੀ ਇੱਕ ਥਾਂ ਇਸ ਕਿਸਮ ਦਾ ਜ਼ਿਕਰ ਕੀਤਾ ਆ। ਹਰਭਜਨ ਸਿੰਘ ਜਦੋਂ ਰੂਸ ਵਿੱਚ ਜਾਂਦਾ ਆ, ਨਿਰਭਉ ਨਿਰਪੈਰ ਲਿਖਦਾ ਆ, ਤਾਂ ਉੱਥੇ ਇੱਕ ਖੂਬਸੂਰਤ ਰਸ਼ੀਅਨ ਔਰਤ ਦਾ ਉਹ ਜ਼ਿਕਰ ਕਰਦਾ ਕਿ ਜਿਹੜੀ ਬਹੁਤ ਖੂਬਸੂਰਤ ਸੀ, ਅਤੇ ਉਹਦੇ ਬਾਰੇ ਹਰਭਜਨ ਸਿੰਘ ਕਹਿੰਦਾ ਕਿ ਇਹਨੂੰ ਦੇਖ ਕੇ ਮੈਨੂੰ ਇਹ ਲੱਗਦਾ ਆ ਕਿ ਇਹ ਉਹ ਸੁਰਾਹੀ ਆ ਜਿਹਨੂੰ ਸਾਂਭ ਰੱਖਦੀ ਆ ਬੀਬੀ, ਪਰ ਡੁੱਲਦੀ ਫਿਰਦੀ ਆ। ਹਰਭਜਨ ਸਿੰਘ 'ਚੋਂ ਆਪ ਕਵਿਤਾ ਇੰਝ ਡੁੱਲਦੀ ਹੁੰਦੀ ਸੀ। ਕਬੀਰ ਨਾਲ ਹਰਭਜਨ ਸਿੰਘ ਨੂੰ ਇੱਕ ਖਾਸ ਕਿਸਮ ਦਾ ਲਗਾਓ ਸੀ। ਕਬੀਰ ਵਾਂਗ ਹਰਭਜਨ ਸਿੰਘ ਵੀ ਬੇਪਛਾਣ ਸੀ, ਬੇਚਿਹਰਾ ਸੀ, ਬੇਗਾਨੇ ਘਰਾਂ 'ਚ ਪਲਿਆ, ਟੁੱਟਿਆ ਸੀ ਆਪਣੇ ਸਾਰੇ ਪਰਿਵਾਰ ਨਾਲੋਂ। ਹਰਭਜਨ ਸਿੰਘ ਨੇ 4 ਬੰਦਿਆਂ ਨਾਲ ਆਪਣੀ ਹੋਣੀ ਨੂੰ ਜੋੜ ਕੇ ਸਮਝਾਉਣ ਦਾ ਯਤਨ ਕੀਤਾ ਹੈ ਆਪਣੀ ਕਵਿਤਾ ਦੇ ਵਿੱਚ। ਵਾਰ-ਵਾਰ ਜੇ ਤੁਸੀਂ ਦੇਖੋਗੇ, ਕਦੇ ਉਹ ਕਬੀਰ ਦੀ ਗੱਲ ਕਰਦਾ, ਕਦੇ ਉਹ ਬੁੱਧ ਦੀ ਗੱਲ ਕਰਦਾ, ਕਦੇ ਉਹ ਪੂਰਨ ਦੀ ਗੱਲ ਕਰਦਾ ਅਤੇ ਕਦੇ ਨਾਨਕ ਦੀ ਗੱਲ ਕਰਦਾ। ਜਦੋਂ ਗੁਰੂ ਸਾਹਿਬ ਦਾ 500 ਸਾਲਾ ਜਨਮ ਦਿਨ ਮਨਾਇਆ ਗਿਆ ਤਾਂ ਹਰਭਜਨ ਸਿੰਘ ਨੇ ਆਪਣੇ ਆਪ ਨੂੰ ਨਾਨਕ ਨਾਲ ਜੋੜ ਕੇ ਦੇਖਿਆ। ਨਾਨਕ ਬਾਰੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਔਰ ਖ਼ਾਸ ਤੌਰ 'ਤੇ ਜਿਹੜੀ ਉਹਦੀ ਕਵਿਤਾ ਸੀਗੀ ਕਿ ਬਹੁਤ ਦਿਨ ਗੁਜ਼ਰੇ ਮੇਰਾ ਨਾਨਕ ਇਕੱਲਾ ਰਹਿ ਗਿਆ ਹੈ, ਬਹੁਤ ਦਿਨ ਗੁਜ਼ਰੇ ਸੰਗਤਾਂ 'ਚ ਮਰਦਾਨਾ ਨਹੀਂ ਆਇਆ। ਇਕੱਲੇ ਬੰਦੇ ਹਰਭਜਨ ਸਿੰਘ ਨੂੰ ਕਿਉਂ ਚੰਗੇ ਲੱਗਦੇ ਆ? ਆਪ ਵੀ ਲਿਖਦਾ ਹਰਭਜਨ ਸਿੰਘ ਇੱਕ ਥਾਂ 'ਤੇ ਕਿ ਇਕੱਲਾ ਬੰਦਾ ਹੀ ਸੋਚ ਸਕਦਾ, ਇਕੱਲਾ ਬੰਦਾ ਹੀ ਮੁਹੱਬਤ ਕਰ ਸਕਦਾ, ਜਿਹੜਾ ਝੁਰਮੁਟ 'ਚ ਰਹੇ, ਜਿਹੜਾ ਭੀੜ 'ਚ ਰਹੇ। ਵੈਸੇ ਵੀ ਭੀੜ ਨਾਲ ਹਰਭਜਨ ਸਿੰਘ ਨੂੰ ਇੱਕ ਖਾਸ ਕਿਸਮ ਦੀ ਜਿਹੜੀ ਸੀ ਹਿਚਕਚਾਹਟ ਸੀ ਭੀੜ ਤੋਂ। ਉਹ ਆਪ ਵੀ ਲਿਖਦਾ ਆ ਕਿ ਮੈਂ ਉਹਨਾਂ ਨਵਾਜ਼ੀਆਂ 'ਚੋਂ ਨਹੀਂ ਜਿਹੜੇ ਸਮਾਜ ਨੂੰ ਜੋੜ ਕੇ ਨਮਾਜ਼ ਪੜ੍ਹਦੇ ਹੋਣ। ਇਹ ਵਿਅੰਗ ਉਹਨੇ ਕੀਤਾ ਤਾਂ ਸਾਡੇ ਲਈ ਸੀ, ਕਮਿਊਨਿਸਟਾਂ ਲਈ, ਕਿ ਕਮਿਊਨਿਸਟ ਰਲ ਕੇ ਸੋਚਣ ਵਾਲੇ ਨੇ। ਪਰ ਹਰਭਜਨ ਸਿੰਘ ਦਾ ਇਹ ਵਿਅੰਗ ਮੈਨੂੰ ਲੱਗਦਾ ਕਿ ਇਹਦੇ 'ਚ ਕੁਝ ਗੱਲਾਂ ਸਹੀ ਵੀ ਨੇ, ਕਿਉਂਕਿ ਜਦੋਂ ਤੁਸੀਂ ਸਮਾਜ ਨੂੰ ਜੋੜ ਕੇ ਨਮਾਜ਼ ਪੜ੍ਹਦੇ ਆ, ਫਿਰ ਸਮਾਜ ਦੇ ਪੈਰ 'ਚ ਤੁਰਦੇ ਆ। ਸਿਰਜਕ ਲਈ ਸਮਾਜ ਨੂੰ ਸਵੀਕਾਰੇ ਹੋਏ ਨੂੰ ਜਾਂ ਪ੍ਰਵਾਨੇ ਹੋਏ ਨੂੰ ਜਾਂ ਸਦੀਆਂ ਤੋਂ ਪ੍ਰਚਲਿਤ ਪਰੰਪਰਾਵਾਂ ਨੂੰ ਸਿਰਜਕ ਲਈ ਪ੍ਰਵਾਨ ਕਰਨਾ ਮੁਸ਼ਕਿਲ ਹੁੰਦਾ ਆ। ਮੈਂ ਸਮਝਦਾ ਕਿ ਇਹ ਸਿਰਜਣਾ ਦੀ ਵੱਧ ਕੇ ਵੀ ਹੁੰਦੀਆਂ। ਇਹ ਵੱਖਰੀ ਗੱਲ ਹੈ ਕਿ ਹਰਭਜਨ ਸਿੰਘ ਆਪ ਵੀ ਇਹ ਗੱਲ ਮੰਨਦਾ ਆ ਕਿ ਕਵੀ ਆਪਣੀ ਪਰੰਪਰਾ ਤੋਂ ਟੁੱਟ ਕੇ ਨਹੀਂ ਜੀ ਸਕਦਾ। ਕਵੀ ਆਪਣੇ ਸਮਕਾਲ ਵਿੱਚ ਜੋ ਕੁਝ ਵਾਪਰਦਾ, ਕਵੀ ਉਹਦੇ ਤੋਂ ਵੀ ਅਚੇਤ ਰਹਿ ਕੇ ਨਹੀਂ ਜੀ ਸਕਦਾ। ਪਰ ਦੂਜੇ ਪਾਸੇ ਇਹ ਵੀ ਸੱਚ ਆ ਕਿ ਪਰੰਪਰਾ ਅਤੇ ਪਰੰਪਰਾ ਦੇ ਸਵੀਕਾਰੇ ਹੋਏ ਰਾਹ, ਪਰੰਪਰਾ ਦੇ ਸਵੀਕਾਰੇ ਹੋਏ ਮੁੱਲ, ਇਹ ਸਿਰਜਕ ਨੂੰ
ਅੜਿੱਕਾ ਡਾਉਂਦੇ ਨੇ ਤੇ ਸਿਰਜਕ ਇਹਨਾਂ ਨੂੰ ਉਲੰਘ ਕੇ ਇਹਨਾਂ ਨਾਲ ਸੰਵਾਦ ਰਚਾ ਕੇ ਹੀ ਨਵਾਂ ਕੁਝ ਲਿਖ ਸਕਦਾ ਆ। ਮੈਂ ਬਹੁਤੀ ਗੱਲ ਹੋਰ ਪਾਸੇ ਨਾ ਲੈ ਜਾਵਾਂ, ਮੈਂ ਇੱਕ ਹੋਰ ਨੁਕਤੇ ਤੋਂ ਵੀ ਗੱਲ ਕਰਨੀ ਚਾਹੁੰਦਾ ਕਿ ਹਰਭਜਨ ਸਿੰਘ ਨੂੰ ਪੜ੍ਹਨਾ ਮੁਸ਼ਕਿਲ ਕਿਉਂ ਆ। ਇੱਕ ਪਾਸੇ ਤਾਂ ਉਹ ਜਿਹੜੀਆਂ ਸਾਡੀਆਂ ਪੂਰਬ ਦੀਆਂ ਪਰੰਪਰਾਵਾਂ ਨੇ, ਖਾਸ ਤੌਰ 'ਤੇ ਜਿਹੜੀਆਂ ਸਾਡੀਆਂ ਪੂਰਬ ਦੀਆਂ ਦਾਰਸ਼ਨਿਕ ਪਰੰਪਰਾਵਾਂ ਨੇ ਜਾਂ ਪੂਰਬ ਦੀਆਂ ਜਿਹੜੀਆਂ ਧਰਮ ਸ਼ਾਸਤਰੀ ਚਿੰਤਨ ਦੀਆਂ ਪਰੰਪਰਾਵਾਂ ਨੇ, ਇੱਕ ਪਾਸੇ ਹਰਭਜਨ ਸਿੰਘ ਕੋਲ ਉਹਦਾ ਗਿਆਨ ਆ ਤੇ ਦੂਜੇ ਪਾਸੇ ਹਰਭਜਨ ਸਿੰਘ ਜਿਹੜਾ ਵਿਸ਼ਵ ਪੱਧਰ ਤੇ ਆਧੁਨਿਕ ਗਿਆਨ ਵਿਗਿਆਨ ਤੇ ਚਿੰਤਨ ਪੈਦਾ ਹੋ ਰਿਹਾ ਸੀ ਉਹਦੇ ਨਾਲ ਵੀ ਜੁੜਿਆ ਹੋਇਆ ਸੀ। ਸੋ ਇੱਕ ਬੜਾ ਅਜੀਬ ਕਿਸਮ ਦਾ ਸੁਮੇਲ ਆ ਹਰਭਜਨ ਸਿੰਘ ਦੇ, ਇੱਕ ਚਿੰਤਕ ਹਰਭਜਨ ਸਿੰਘ ਦੇ ਵਿੱਚ ਵੀ, ਇੱਕ ਕਵੀ ਹਰਭਜਨ ਸਿੰਘ ਦੇ ਵਿੱਚ ਵੀ। ਉਹ ਇੱਕੋ ਵੇਲੇ ਨਾ ਆਪਣੀ ਪਰੰਪਰਾ ਨੂੰ ਰੱਦ ਕਰਦਾ ਤੇ ਨਾ ਪੱਛਮ ਦੀ ਪਰੰਪਰਾ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦਾ ਆ। ਉਹ ਨਾਲ ਲੈ ਕੇ ਵੀ ਤੁਰਦਾ ਆਪਣੀ ਪਰੰਪਰਾ ਨੂੰ। ਜਿਹੜੀਆਂ ਹਰਭਜਨ ਸਿੰਘ ਦੀਆਂ 3 ਕਵਿਤਾਵਾਂ ਦਾ ਮੈਂ ਇੱਥੇ ਜ਼ਿਕਰ ਕਰਦੇ ਹਾਂ, ਜਿੱਥੇ ਜਿਹਦਾ ਮੈਂ ਸੰਕੇਤ ਪਹਿਲਾਂ ਇਹ ਕਰਿਆ ਆ ਕਿ ਹਰਭਜਨ ਸਿੰਘ ਨੇ ਆਪਣੇ ਦੌਰ ਦੇ ਹਰ ਪ੍ਰਵਾਨ ਸੱਚ ਵੱਲ ਨੂੰ ਪਿੱਠ ਕਰ ਲਈ ਸੀ, ਕਿਉਂਕਿ ਸਮਾਜ ਨੇ ਹਰਭਜਨ ਸਿੰਘ ਵੱਲ ਨੂੰ ਪਿੱਠ ਕਰ ਲਈ ਸੀ। ਜਦੋਂ ਸਮਾਜ ਕਿਸੇ ਵਿਅਕਤੀ ਵੱਲ ਨੂੰ ਪਿੱਠ ਕਰ ਲੈਂਦਾ, ਜਿਹੜਾ ਇਕੱਲਾ ਕਾਰਾ ਵਿਅਕਤੀ ਹੁੰਦਾ ਆ, ਜਿਹਦੀ ਪਛਾਣ ਹੀ ਕੋਈ ਨਾ ਹੋਵੇ, ਜਾਂ ਜਿਹਨੂੰ ਆਪਣੇ ਘਰ 'ਚ ਬੜਾ, ਤੁਸੀਂ ਸੋਚ ਕੇ ਦੇਖੋ ਕਿ 5 ਘਰਾਂ ਦਾ ਮਾਲਕ ਹੋਵੇ, ਲਾਹੌਰ ਦੇ ਵਿੱਚ ਉਹਦਾ ਆਪਣਾ ਘਰ ਹੋਵੇ, ਆਪਣੇ ਘਰ 'ਚ ਰਹਿ ਨਾ ਸਕਦਾ ਹੋਵੇ, ਦੂਜੇ ਮਾਸੀ ਕੋਲ ਰਹਿੰਦਾ ਹੋਵੇ, ਬੇਗਾਨਾ ਬੱਚਾ ਹੋਣ ਦਾ, ਬੇਲੋੜਾ ਬੱਚਾ ਹੋਣ ਦਾ। ਜਦੋਂ ਸਮਾਜ ਕਿਸੇ ਬੰਦੇ ਨੂੰ ਉਹਦੇ ਬੇਲੋੜਾ ਤੇ ਬੇਗਾਨਾ ਹੋਣ ਦਾ ਅਹਿਸਾਸ ਕਰਾਉਂਦਾ ਆ, ਇਹ ਬੇਗਾਨਗੀ ਉਹਨੂੰ ਸਮਾਜ ਨਾਲ ਲੜਨਾ ਵੀ ਸਿਖਾਉਂਦੀ ਆ। ਇਹ ਵੱਖਰੀ ਗੱਲ ਆ ਕਿ ਕਵੀ ਦੀ ਜਿਹੜੀ ਸਮਾਜ ਨਾਲ ਲੜਾਈ ਆ, ਉਹ ਸਮਾਜ ਦੀਆਂ ਸੰਸਥਾਵਾਂ ਦੇ ਅੰਦਰ ਜਿਹੜੀ ਸਿਉਂਕ ਲੱਗੀ ਹੁੰਦੀ ਆ, ਕਵੀ ਉਸ ਸਿਉਂਕ ਨੂੰ ਮਾਰਦਾ ਪਹਿਲਾਂ, ਫਿਰ ਸੰਸਥਾਵਾਂ ਨੂੰ ਮਾਰਦਾ। ਮੈਂ ਇਹ ਕਹਿਣਾ ਇਹ ਚਾਹੁੰਦਾ ਸੀਗਾ ਕਿ ਹਰਭਜਨ ਸਿੰਘ ਦੀਆਂ 3 ਕਵਿਤਾਵਾਂ ਜ਼ਰੂਰ ਪੜ੍ਹ ਲਿਓ। ਇੱਕ ਉਹਦੀ ਨਜ਼ਮ ਹੈਗੀ ਆ ਮੇਰਾ ਕੱਜਣ। ਉਸ ਨਜ਼ਮ 'ਚ ਕਹਿੰਦਾ ਕਿ ਮੇਰਾ ਕੱਜਣ ਮੈਨੂੰ ਦੇ ਦੇ, ਬਹੁਤ ਚਿਰ ਤੇਰੀ ਪੋਸ਼ਾਕ ਨੇ ਮੈਨੂੰ ਹੰਢਾਇਆ ਹੈ, ਮੇਰੀ ਕਾਇਆ ਦੀ ਮਿੱਟੀ ਮੁਸ਼ਕ ਚੱਲੀ ਹੈ ਪਰਾਏ ਪਰਦਿਆਂ ਅੰਦਰ। ਕਿ ਜੇ ਤੁਸੀਂ ਸਮਾਜ ਦਾ ਕੱਜਣ ਪਹਿਨ ਕੇ ਜੀਵੋਗੇ ਤਾਂ ਸਮਾਜ ਦੀਆਂ ਰੀਤਾਂ ਮਿੱਥਾਂ ਨੂੰ ਪ੍ਰਵਾਨ ਕਰਕੇ ਜੀਵੋਗੇ, ਸਮਾਜ ਵਾਂਗੂ ਸੋਚੋਗੇ, ਸਮਾਜ ਤੋਂ ਅੱਡਰਾ ਨਹੀਂ ਸੋਚ ਸਕਦੇ। ਦੂਸਰੀ ਉਹਦੀ ਬਹੁਤ ਖੂਬਸੂਰਤ ਨਜ਼ਮ ਹੈਗੀ ਆ ਕਿ ਬਿਰਸ਼ ਨਾਲ ਲੈ ਕੇ ਚੱਲਣਾ ਹੈ। ਮੈਂ ਨਜ਼ਮ ਨਹੀਂ ਸਾਰੀ ਸੁਣਾਉਂਦਾ ਤੁਹਾਨੂੰ। ਉਹਦੇ 'ਚ ਉਹ ਇਹ ਕਹਿੰਦੇ ਨੇ ਕਿ ਜੇ ਤੁਸੀਂ ਜੰਗਲ 'ਚੋਂ ਗੁਜ਼ਰਨਾ ਆ, ਜੇ ਤੁਸੀਂ ਤਪਦੇ ਥਲਾਂ 'ਚੋਂ ਗੁਜ਼ਰਨਾ ਆ, ਤੇ ਦਰਖਤ ਪੁੱਟ ਕੇ ਨਾਲ ਨਹੀਂ ਲਿਜਾ ਸਕਦੇ, ਤੁਹਾਨੂੰ ਆਪਣੇ ਅੰਦਰੋਂ ਬਿਰਖ ਪੈਦਾ ਕਰਨਾ ਪਏਗਾ, ਕਿਉਂਕਿ ਜਿਹੜਾ ਪੁੱਟ ਕੇ ਬਿਰਖ ਲੈ ਕੇ ਜਾਓਗੇ ਉਹ ਤਾਂ 4 ਕਦਮਾਂ ਚੱਲੂਗਾ ਤੇ ਸੜ ਬੁੱਝ ਜਾਊਗਾ। ਇਸੇ ਤਰ੍ਹਾਂ ਇੱਕ ਉਹਨਾਂ ਦੀ ਹੋਰ ਨਜ਼ਮ ਹੈਗੀ ਆ ਹਰਨਾਕਸ਼ ਨਹੀਂ ਮਰੇ। ਬੰਦਾ ਸਮਾਜ ਵਿੱਚ ਜੀਂਦਾ ਆ, ਸਮਾਜ ਵਿੱਚ ਵਿਚਰਦਾ ਆ, ਸਮਾਜਿਕ ਰੀਤਾਂ 'ਚ ਜਨਮਦਾ ਮਰਦਾ ਆ, ਪਰ ਸਮਾਜ ਬੰਦੇ ਨੂੰ ਬਾਰ-ਬਾਰ ਹਰਨਾਕਸ਼ ਬਣ ਕੇ ਟੱਕਰਦਾ ਆ। ਪ੍ਰਭ ਜੀ ਹਰਨਾਕਸ਼ ਨਹੀਂ ਮਰੇ ਉਹਦੀ ਬਹੁਤ ਖੂਬਸੂਰਤ ਨਜ਼ਮ ਆ ਕਿ ਜਿਹੜੀਆਂ ਪਰੰਪਰਾਵਾਂ ਨੇ ਉਹ ਹਰਨਾਕਸ਼ ਵਾਂਗੂ ਥੋੜ੍ਹਾ ਰਾਹ ਰੋਕ ਕੇ ਖੜ ਜਾਂਦੀਆਂ। ਇਹਦੇ ਨਾਲ ਨਾਲ ਮੈਂ ਇਹ ਕਹਿ ਰਿਹਾ ਸੀਗਾ ਕਿ ਉਹਦੇ ਕੋਲੇ ਭਾਰਤੀ ਭਾਸ਼ਾਵਾਂ ਤੋਂ ਬਾਹਰਲੀਆਂ ਭਾਸ਼ਾਵਾਂ ਦਾ ਗਿਆਨ ਵੀ ਆ। ਹਰਭਜਨ ਸਿੰਘ ਨੂੰ ਹਿੰਦੀ ਦਾ ਪ੍ਰੋਫੈਸਰ ਸੀ, ਸੰਸਕ੍ਰਿਤ 'ਤੇ ਬੜਾ ਉਹਦਾ ਅਧਿਕਾਰ ਸੀ, ਉਰਦੂ ਫਾਰਸੀ ਉਹਨੇ ਪੜ੍ਹੀ ਸੀ, ਅੰਗਰੇਜ਼ੀ ਉਹਨੂੰ ਆਉਂਦੀ ਸੀ। ਪਰ ਮੈਂ ਇੱਕ ਗੱਲ ਦੇਖ ਰਿਹਾ ਕਿ ਹਰਭਜਨ ਸਿੰਘ ਦੀ ਕਵਿਤਾ ਦੀ ਜਿਹੜੀ ਭਾਸ਼ਾ ਆ ਉਹਦੇ 'ਤੇ ਵੀ ਸਾਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਆ। ਹਰਭਜਨ ਸਿੰਘ ਬਹੁਤ ਸਾਰੇ ਸ਼ਬਦ, ਬਹੁਤ ਸਾਰੇ ਉਚਾਰ ਤੇ ਬਹੁਤ ਸਾਰੇ ਗੀਤਾਂ ਦੇ ਮੁਖੜੇ ਲੋਕਾਂ ਤੋਂ ਲੈ ਲੈਂਦਾ। ਉਹਨੇ ਆਪ ਵੀ ਮੰਨਿਆ, ਉਹ ਕਹਿੰਦਾ ਕਿ ਮੇਰੀ ਸਾਰੀ ਕਵਿਤਾ ਮੇਰੀ ਨਹੀਂ ਹੈ, ਮੇਰੀ ਕਵਿਤਾ ਮੇਰੀ ਨਹੀਂ ਹੈ, ਇਹਦੇ ਵਿੱਚ ਬਹੁਤ ਕੁਝ ਮੈਂ ਲੋਕਾਂ ਤੋਂ ਉਧਾਰਾ ਲਿਆ। ਉਹਦੀ ਮਾਂ ਤੇ ਭੈਣ ਜਦੋਂ ਘਰ 'ਚ ਸ਼ਬਦ ਗਾਉਂਦੀਆਂ ਸੀ, ਜਿਹੜੇ ਜਦੋਂ ਕਬੀਰ ਸਨਮਾਨ ਮਿਲਿਆ ਤੇ ਹਰਭਜਨ ਸਿੰਘ ਨੇ ਉਹ ਗੀਤ ਬਾਰ-ਬਾਰ ਗਾਏ। ਜਿਹੜੀ ਹਰਭਜਨ ਸਿੰਘ ਦੀ ਮਾਂ ਤੇ ਉਹਦੀਆਂ ਭੈਣਾਂ ਘਰ 'ਚ ਬਹਿ ਕੇ ਕਬੀਰ ਦੇ ਸ਼ਬਦ ਗਾਉਂਦੀਆਂ ਸੀ, ਲੋਈ ਨੂੰ ਯਾਦ ਕਰਦਾ ਸੀ ਉਹ। ਜਾਂ ਉਹ ਕਹਿੰਦਾ ਕਿ ਮੈਂ ਇੱਕ ਰਾਤ, ਬੜੀ ਗਰਮੀ ਸੀ, ਦਿੱਲੀ 'ਚ ਛੋਟਾ ਜਿਹਾ ਘਰ ਹੁੰਦਾ ਸੀ ਨਾਈ ਵਾਲੇ, ਉੱਪਰ ਕੋਠੇ 'ਤੇ ਪਿਆ ਸੀ, ਅਤੇ ਕਹਿੰਦਾ ਮੈਨੂੰ ਦੂਰੋਂ ਦਿੱਲੀਵਾਲ ਔਰਤਾਂ ਦੇ ਲੋਕ ਗੀਤ ਗਾਉਣ ਦੀ ਆਵਾਜ਼ ਸੁਣਾਈ ਦਿੰਦੀ ਸੀ। ਉਹ ਗੀਤ ਕਿਸੇ ਗੈਰ ਜਾਂ ਪੰਜਾਬ ਤੋਂ ਦੂਰ ਦੀ ਕਿਸੇ ਉਪਭਾਸ਼ਾ ਦਾ ਗੀਤ ਸੀ, ਜਿਹੜੀ ਬੋਲੀ ਉਹਨੂੰ ਨਹੀਂ ਸੀ ਸਮਝ ਆਉਂਦੀ ਹਰਭਜਨ ਸਿੰਘ ਨੂੰ, ਪਰ ਉਹ ਗੀਤ ਦੀਆਂ ਤੁਕਾਂ ਕਹਿੰਦਾ ਮੈਨੂੰ, ਧੁਨਾਂ ਜਿਹੜੀਆਂ ਮੈਨੂੰ ਅਜੇ ਵੀ ਯਾਦ ਨੇ। ਸੋ ਹਰਭਜਨ ਸਿੰਘ ਨੇ ਆਪਣੀਆਂ ਰਚਨਾਵਾਂ ਦੇ ਮੁਖੜੇ, ਆਪਣੇ ਕੁਝ ਗੀਤਾਂ ਦੇ ਮੁਖੜੇ ਲੋਕਾਂ ਤੋਂ ਉਧਾਰੇ ਲੈ ਲਏ, ਆਪਣੀ ਲੋਕਧਾਰਾ 'ਚ ਉਧਾਰੇ ਲੈ ਲਏ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਇੱਕ ਪਾਸੇ ਹਰਭਜਨ ਸਿੰਘ ਆਧੁਨਿਕ ਗਿਆਨ ਵਿਗਿਆਨ ਨਾਲ ਲੈਸ ਆ, ਅਤੇ ਦੂਜੇ ਪਾਸੇ ਡਾਕਟਰ ਹਰਭਜਨ ਸਿੰਘ
ਆਪਣੀ ਪਰੰਪਰਾ ਚੋਂ, ਆਪਣੀ ਲੋਕ ਧਾਰਾ ਚੋਂ, ਗੁਰਬਾਣੀ ਚੋਂ, ਸੂਫੀ ਤੋਂ, ਕਿੱਸਿਆਂ ਤੋਂ ਬਹੁਤ ਸਾਰੇ ਵੇਰਵੇ ਉਹ ਲੈ ਲੈਂਦਾ ਹੈ। ਸੋ ਮੈਨੂੰ ਇਹ ਲੱਗਦਾ ਹੁੰਦਾ ਕਿ ਇਸੇ ਕਰਕੇ ਜਿਹੜਾ ਹਰਭਜਨ ਸਿੰਘ ਆ ਉਹ ਬਹੁ ਰੰਗਾ ਇਸੇ ਕਰਕੇ ਆ ਕਿ ਉਹਦੇ 'ਚ ਕਈ ਨਦੀਆਂ ਆ ਮਿਲਦੀਆਂ ਨੇ। ਮਤਲਬ ਹਰਭਜਨ ਸਿੰਘ ਐਸਾ ਸਮੁੰਦਰ ਆ ਕਿ ਜਿਹਦੇ 'ਚ ਲੋਕ ਧਾਰਾ ਦੀਆਂ, ਦਰਸ਼ਨ ਦੀਆਂ, ਧਰਮ ਸ਼ਾਸਤਰੀ ਚਿੰਤਨ ਦੀਆਂ, ਸਾਹਿਤ ਦੀਆਂ ਕਈ ਧਾਰਾਵਾਂ ਆ ਕੇ ਉਹਦੇ 'ਚ ਮਿਲ ਜਾਂਦੀਆਂ। ਪਰ ਦੂਜੇ ਪਾਸੇ ਮੈਂ ਇਹ ਗੱਲ ਕਿਤੇ ਹਰਭਜਨ ਸਿੰਘ ਬਾਰੇ ਵਿਅੰਗ ਨਾਲ ਲਿਖੀ ਸੀ ਜਦੋਂ ਮੈਂ ਨਾ ਅਹਿਲ ਹੁੰਦਾ ਸੀ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਜਦੋਂ ਅਸੀਂ ਵਿਦਿਆਰਥੀ ਹੁੰਦੇ, ਚੱਕੇ ਹੋਏ ਲੰਬੜਾਂ ਦੇ ਥਾਣੇਦਾਰ ਦੇ ਬਰਾਬਰ ਬੋਲਦੇ ਹੁੰਦੇ ਸੀ, ਉਦੋਂ ਮੈਂ ਲਿਖਤਾ ਸੀ ਹਰਭਜਨ ਸਿੰਘ ਬਾਰੇ ਕਿ ਹਰਭਜਨ ਸਿੰਘ ਸਰਬਗ੍ਰਾਹੀ ਆ, ਜੋ ਕੁਝ ਵੀ ਆਉਂਦਾ ਉਹਨੂੰ ਅੰਦਰ ਸਮਾ ਲੈਂਦਾ ਅਤੇ ਆਤਮਸਾਤ ਕਰਕੇ। ਇਹ ਮੈਂ ਉਦੋਂ ਲਿਖਣਾ ਭੁੱਲ ਗਿਆ ਕਿ ਹਰਭਜਨ ਸਿੰਘ ਬਹੁਤ ਕੁਝ ਗ੍ਰਹਿਣ ਕਰਦਾ ਆ, ਉਹਨੂੰ ਆਤਮਸਾਤ ਕਰਦਾ ਆ ਅਤੇ ਮੋੜ ਕੇ ਉਹਨੂੰ ਪੰਜਾਬੀ ਮੁਹਾਵਰੇ 'ਚ ਸਮਝਾਉਂਦਾ ਆ। ਹਰਭਜਨ ਸਿੰਘ ਦੀ ਖੂਬਸੂਰਤੀ ਇਸੇ ਗੱਲ 'ਚ ਸੀ। ਅੱਜ ਇਹ ਗੱਲ ਸਮਝ ਆ ਰਹੀ ਆ। ਇਸੇ ਕਰਕੇ ਹਰਭਜਨ ਸਿੰਘ ਦੇ ਅੰਦਰ ਇੱਕ ਪਾਸੇ ਪੱਛਮ ਦੀ ਆਧੁਨਿਕ ਬੌਧਿਕ ਦਾਰਸ਼ਨਿਕ ਰੰਗ ਵਾਲੀ ਕਵਿਤਾ ਵਾਲਾ T.S. ਇਲੀਅਟ ਦੀ ਬੇਸਪਲੈਂਡ ਵਰਗੀ ਕਵਿਤਾ ਵੀ ਲਿਖੀ ਹਰਭਜਨ ਸਿੰਘ ਨੇ। ਰੇਤ ਨਾਂ ਦੀ ਕਵਿਤਾ ਪੜ੍ਹ ਕੇ ਦੇਖੋ ਤੁਸੀਂ ਉਹਦੀ। ਔਰ ਇਸੇ ਤਰ੍ਹਾਂ ਹਰਭਜਨ ਸਿੰਘ ਸਾਡਾ ਆਧੁਨਿਕ ਉੱਮੀ ਵੀ ਆ। ਉਹ ਆਪਣੇ ਆਪ ਨੂੰ ਉੱਮੀ ਕਹਿ ਰਿਹਾ। ਉੱਮੀ ਅਸਲ 'ਚ ਹਜ਼ਰਤ ਮੁਹੰਮਦ ਵਾਸਤੇ ਵਰਤਿਆ ਗਿਆ ਸ਼ਬਦ ਆ। ਉਹ ਲੋਕ ਜਿਨ੍ਹਾਂ ਕੋਲ ਅੱਖਰ ਗਿਆਨ ਨਹੀਂ ਹੁੰਦਾ ਪਰ ਗਿਆਨਵਾਨ ਹੁੰਦੇ ਨੇ। ਹਰਭਜਨ ਸਿੰਘ ਆਪਣੇ ਆਪ ਨੂੰ ਉੱਮੀ ਕਹਿ ਰਿਹਾ। ਇਹਦੇ ਨਾਲ ਹੀ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰ ਲਵਾਂ ਇੱਥੇ ਕਿ ਹਰਭਜਨ ਸਿੰਘ ਨੂੰ ਪੜ੍ਹਦੇ ਪੜ੍ਹਦੇ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੁੰਦਾ ਆ ਕਿ ਕਵਿਤਾ ਕਿਉਂ ਲਿਖਦਾ ਬੰਦਾ। ਜਾਂ ਮੈਂ ਜੇ ਇਹ ਸਵਾਲ ਕਰਾਂ ਕਿ ਅਸੀਂ ਹਰਭਜਨ ਸਿੰਘ ਵਰਗੇ ਹੋਰ ਕਵੀ ਕਿਉਂ ਨਹੀਂ ਪੈਦਾ ਕਰ ਸਕੇ। ਇੱਕ ਤਾਂ ਸਾਡਾ ਸਮੱਸਿਆ ਇਹ ਰਹੀ ਕਿ ਅਸੀਂ ਸਮਾਜ ਨੂੰ ਇਕੱਠਾ ਕਰਕੇ ਨਮਾਜ਼ ਪੜ੍ਹਨ ਵਾਲੇ ਨਮਾਜ਼ੀ ਰਹੇ। ਇਸ ਕਰਕੇ ਸਾਡੀ ਬਹੁਤ ਸਾਰੀ ਕਵਿਤਾ ਲਹਿਰਾਂ ਦੀ ਕਵਿਤਾ ਆ, ਉਹ ਇੱਕ ਦੂਜੇ ਦੇ ਵਰਗੀ ਕਵਿਤਾ ਬਹੁਤ ਲਿਖਦੇ ਰਹੇ। ਅਸੀਂ ਵੱਖਰੀ ਕਵਿਤਾ ਬਹੁਤ ਘੱਟ ਲਿਖੀ ਗਈ। ਪਰ ਹਰਭਜਨ ਸਿੰਘ ਇਸ ਗੱਲ ਨੂੰ ਸਵੀਕਾਰਦਾ ਰਿਹਾ ਕਿ ਕਵਿਤਾ ਆਪਣੇ ਆਪੇ ਦਾ ਪ੍ਰਗਟਾਵਾ ਵੀ ਆ, ਕਵਿਤਾ ਆਪਣੇ ਆਪ ਨਾਲ ਸੰਵਾਦ ਵੀ ਆ, ਕਵਿਤਾ ਅਸਰਸ਼ਨ ਵੀ ਹੈਗੀ ਆ, ਸੈਲਫ ਅਸਰਸ਼ਨ ਵੀ ਆ। ਖਾਸ ਤੌਰ 'ਤੇ ਹਰਭਜਨ ਸਿੰਘ ਦੀਆਂ ਜਦੋਂ ਐਮਰਜੈਂਸੀ ਲੱਗੀ ਅਤੇ ਹਰਭਜਨ ਸਿੰਘ ਦੇ ਇੱਕ ਬਹੁਤ ਨੇੜ ਦੇ ਅਧਿਆਪਕ ਮਿਸਟਰ ਦਾਸ, ਜਿਹੜਾ ਬਗਾਲਦੀ ਦਾ ਕਵੀ ਸੀ, ਉਹਨੂੰ ਫੜ ਕੇ ਲੈ ਗਏ ਅਤੇ ਹਰਭਜਨ ਸਿੰਘ ਨੂੰ ਕਈ ਦਿਨ ਪਤਾ ਨਹੀਂ ਲੱਗਾ। ਤਾਂ ਹਰਭਜਨ ਸਿੰਘ ਨੇ ਉਸ ਐਮਰਜੈਂਸੀ ਦੇ ਦੌਰ 'ਚ ਜਿਹੜੀ ਕਿਤਾਬ ਲਿਖੀ ਟੁੱਕੀਆਂ ਜੀਭਾਂ ਵਾਲੇ, ਜਿਹਦੇ 'ਚੋਂ ਬੁੱਧੀਜੀਵੀਆਂ ਨੂੰ ਵਿਅੰਗ ਨਾਲ ਇਹ ਕਹਿ ਰਿਹਾ ਕਿ ਸਾਡੇ ਬੁੱਧੀਜੀਵੀਆਂ ਨੇ ਜਿਹੜੀ ਪ੍ਰਗਟਾਵੇ ਦੀ ਆਜ਼ਾਦੀ ਉਹ ਛੱਡ ਦਿੱਤੀ ਆ। ਇਹਨਾਂ ਦੀਆਂ ਜੀਭਾਂ ਟੁੱਕੀਆਂ ਗਈਆਂ, ਹੁਣ ਇਹ ਬੋਲਦੇ ਨਹੀਂ। ਅਤੇ ਨਾਲ ਉਹ ਆਪਣੇ ਆਪ 'ਤੇ ਵੀ ਵਿਅੰਗ ਕਰਦਾ ਕਿ ਮੈਨੂੰ ਜਦੋਂ ਉਹ ਕਹਿੰਦਾ ਕਿ ਮੇਰੇ ਗੁਆਂਢ 'ਚ ਰਹਿੰਦਾ ਉਹ ਮੇਰਾ ਗੁਆਂਢੀ ਨਹੀਂ ਸੀ। ਜਾਂ ਉਹਦੀ ਇੱਕ ਹੋਰ ਨਜ਼ਮ ਉਸੇ ਸੰਗ੍ਰਹਿ ਦੇ ਵਿੱਚ ਉਹਦੀ ਇੱਕ ਸਤਰ ਹੈਗੀ ਆ ਕਿ ਤੂੰ ਮੇਰੇ ਤੇ ਮੈਂ ਤੇਰੇ ਤੇ ਬੈਠ ਗਏ ਜਦ ਪਹਿਰੇ, ਕੌਣ ਕਿਸੇ ਤੋਂ ਰਸਤਾ ਪੁੱਛੇ ਕਿਹੜਾ ਰਾਹ ਦਿਖਾਲੇ। ਸੋ ਉਸ ਦੌਰ 'ਚ ਜਦੋਂ ਹਿੰਦੁਸਤਾਨ ਦਾ ਬੁੱਧੀਜੀਵੀ ਐਮਰਜੈਂਸੀ ਕਰਕੇ ਡਰਿਆ ਹੋਇਆ ਸੀ, ਉਦੋਂ ਹਰਭਜਨ ਸਿੰਘ ਨੇ ਇੰਦਰਾ ਗਾਂਧੀ ਬਾਰੇ ਕਵਿਤਾਵਾਂ ਲਿਖੀਆਂ। ਜੈ ਜਗਦੰਬੇ, ਜੈ ਜੈ ਮਾਤਾ, ਇਸ ਕਰਕੇ ਹਾਂ ਜੈ ਜੈ ਮਾਤਾ ਜੈ ਮਤਰੇਈ। ਉਸ ਵੇਲੇ ਉਹਨੇ ਇੰਦਰਾ ਗਾਂਧੀ ਨੂੰ ਮਤਰੇਈ ਵੀ ਕਿਹਾ ਅਤੇ ਕਕੇਈ ਵੀ ਕਿਹਾ ਇੱਕ ਨਜ਼ਮ ਦੇ ਵਿੱਚ। ਉਹਦੀ ਇੱਕ ਨਜ਼ਮ ਕਕੇਈ 'ਤੇ ਵੀ ਆ। ਸੋ ਮੈਂ ਕਹਿਣਾ ਸਿਰਫ ਇੰਨਾ ਕੁ ਚਾਹੁੰਦਾ ਕਿ ਹਰਭਜਨ ਸਿੰਘ ਇਹ ਕਹਿ ਰਿਹਾ ਕਿ ਕਵਿਤਾ ਸਵੈ ਦਾ ਪ੍ਰਗਟਾਵਾ ਵੀ ਆ। ਤੁਸੀਂ ਦੇਖੋਗੇ ਕਿ ਹਰਭਜਨ ਸਿੰਘ ਦੀ ਕਵਿਤਾ 'ਚ ਉਹਦਾ ਆਪਣਾ ਆਪਾ ਕਿੰਨਾ ਬੋਲਦਾ ਆ। ਕਿੰਨੇ ਬਿੰਬ ਨੇ ਜਿਹੜੀ ਹਰਭਜਨ ਸਿੰਘ ਦੀ ਕਵਿਤਾ 'ਚ, ਜਿਹੜੇ ਕਿਸੇ ਨਾ ਕਿਸੇ ਰੂਪ 'ਚ ਹਰਭਜਨ ਸਿੰਘ ਦੀ ਸਥਿਤੀ ਨੂੰ ਵੀ ਬਿਆਨ ਕਰਦੇ ਆ ਅਤੇ ਸਾਡੇ ਇਸ ਬੜੇ ਸਰੀਰ ਦੇ ਬੰਦੇ ਦੀ ਸਥਿਤੀ ਨੂੰ ਵੀ ਬਿਆਨ ਕਰ ਰਹੇ ਨੇ। ਉਹ ਮੈਂ ਇਵੇਂ ਤੁਹਾਡੇ ਨਾਲ ਕੁਝ ਸਾਂਝੇ ਕਰਨਾ ਚਾਹੁੰਦਾ। ਜੰਗਲ ਦਾ ਬਿੰਬ, ਮਾਰੂਥਲ ਦਾ ਬਿੰਬ, ਔਜੜੇ ਰਾਹ, ਥੇਹਾਂ, ਗੁਆਚੀਆਂ ਚੀਜ਼ਾਂ ਲੱਭਦਾ ਮੁਸਾਫਰ, ਜਾਂ ਨਿਵਰਸ਼ੇ ਰਾਹ, ਨਮਿੱਤਰੇ ਸਫ਼ਰ, ਮਾਂ ਮਹਿਟਰ ਬਲੂੰਗਾ, ਟੌਕ ਦਾ ਕਤੂਰਾ ਅਤੇ ਪਾਵਾ ਮੰਜਾ, ਤਿੰਨਾਂ ਪਾਵਾਂ ਵਾਲਾ ਮੰਜਾ। ਉਹਦੀ ਇੱਕ ਬੜੀ ਖੂਬਸੂਰਤ ਨਜ਼ਮ ਕਿ ਉਹਦੇ ਕੋਲ ਇੱਕ ਔਰਤ ਆਉਂਦੀ ਆ, ਉਹ ਆਪਣਾ ਦਰਦ ਬਿਆਨ ਕਰਦੀ ਆ, ਜਿਹੜੀ ਆਪਣੀ ਇੱਛਾ ਨਾਲ ਮਾਪਿਆਂ ਦੇ ਉਲਟ ਵਿਆਹ ਕਰ ਲੈਂਦੀ ਆ। ਪਤੀ ਮਰ ਜਾਂਦਾ ਅਤੇ ਫਿਰ ਮਾਪਿਆਂ ਕੋਲ ਆਉਣਾ ਪੈਂਦਾ। ਉਸ ਕਵਿਤਾ ਨੂੰ ਉਹਨੇ ਇੱਕ ਸੁਪਨੇ ਰਾਹੀਂ ਬਿਆਨ ਕੀਤਾ ਕਿ ਮੇਰਾ ਸੁਪਨਾ ਕਿਸੇ ਹੋਰ ਨੂੰ ਆਉਂਦਾ ਆ, ਸੁਪਨੇ 'ਚ ਮੇਰੇ ਭਰਾ ਦੇ ਮੰਜੇ ਦਾ ਪਾਵਾ ਟੁੱਟ ਜਾਂਦਾ, ਫਿਰ ਦੇਖਦੇ ਹਾਂ ਤਾਂ ਸਾਰੇ ਘਰ ਦੇ ਸਾਰਾ ਘਰ ਤਪਾਵੇ ਮੰਜਿਆਂ ਦਾ ਹੈ। 3 ਪਾਵਿਆਂ ਵਾਲਾ ਮੰਜਾ, ਡੋਲ ਦਾ ਮੰਜਾ, ਇਸ ਕਿਸਮ ਦੇ ਵਿੱਚ ਬਾਰ-ਬਾਰ ਆ ਰਹੇ ਨੇ। ਸੁੱਕੀ ਨਦੀ, ਅੱਖ ਵੀ ਹੋਣਾ, ਪੰਛੀ, ਪੈਰ ਵੀ ਹੋਣਾ, ਮੁਸਾਫਰ। ਜਾਂ ਉਹਦੇ ਇੱਕ ਹੋਰ ਉਹਦੀ ਬਹੁਤ ਖੂਬਸੂਰਤ ਨਜ਼ਮ ਹੈਗੀ ਆ, ਖੰਡਰੀ ਦੀਵਾਰ,
ਅਲੂਣੀ ਅੱਖ, ਅੰਨਾ ਖੂਹ, ਅਣਨਿਭਿਆ ਰਿਸ਼ਤਾ, ਅਣਤੁਰਿਆ ਰਸਤਾ, ਬੇਸੂਰਜਾ ਅੰਬਰ, ਬਹੁਤ ਸਾਰੇ ਇਹੋ ਜਿਹੇ ਇਮਜਾਰੇ ਨੇ ਜਿਹਨੂੰ ਮੈਂ ਕਹਾਂ ਕਿ ਥਲ ਦਾ, ਨਦੀ ਦਾ, ਔਜੜ ਦਾ, ਜੰਗਲ ਦਾ, ਇਹ ਬਿੰਬ ਬਾਰ-ਬਾਰ ਆ ਰਹੇ ਨੇ। ਪਰ ਹਰਭਜਨ ਸਿੰਘ ਦੀ ਖੂਬਸੂਰਤੀ ਇਹ ਆ ਕਿ ਉਹ ਆਪਣੇ ਨਾਲ ਹੋਈ ਬੀਤੀ ਨੂੰ, ਆਪਣੇ ਨਾਲ ਵਾਪਰੇ ਨੂੰ, ਉਹ ਸ਼ਿਵ ਕੁਮਾਰ ਦੇ ਕਾਵਿ ਨਾਇਕ ਵਾਂਗ ਰੁਦਨ ਦੇ ਰੂਪ ਵਿੱਚ ਪੇਸ਼ ਨਹੀਂ ਕਰਦਾ। ਸ਼ਿਵ ਕੁਮਾਰ ਦਾ ਜਿਹੜਾ ਪਾਤਰ ਆ ਉਹ ਸਾਡੀ ਉਸ ਮੱਧ ਵਰਗ ਨੂੰ ਪੇਸ਼ ਕਰਦਾ ਜਿਹੜਾ ਸਾਡਾ ਮੱਧ ਵਰਗ ਰੁਦਨਸ਼ੀਲ ਸੀ, ਜਿਹੜਾ ਜਿਹਨੂੰ ਇਸ ਕਿਸਮ ਦਾ ਝੋਰਾ ਸੀ ਕਿ ਦੇਸ਼ ਨੂੰ ਆਜ਼ਾਦੀ ਤਾਂ ਮਿਲੀ, ਸਾਨੂੰ ਵਿਕਾਸ ਕਿਉਂ ਨਹੀਂ ਮਿਲਿਆ। ਸ਼ਿਵ ਕੁਮਾਰ ਉਹਦੀ ਨੁਮਾਇੰਦਗੀ ਕਰਨ ਵਾਲਾ ਸੀ। ਪਰ ਹਰਭਜਨ ਸਿੰਘ ਦਾ ਜਿਹੜਾ ਕਾਵਿ ਪਾਤਰ ਆ ਉਹ ਅੱਤ ਦੀਆਂ, ਦੁੱਖ ਦੀਆਂ ਪ੍ਰਸਥਿਤੀਆਂ ਵਿੱਚ ਰਹਿ ਕੇ ਵੀ ਉਹ ਆਪਣੇ ਦੁੱਖਾਂ ਦੇ ਕਾਰਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਉਹ ਜੋ ਗਵਾਚ ਗਿਆ, ਉਹ ਗਵਾਚਿਆ ਕਿਉਂ ਆ, ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਜਿਹੜਾ ਉਹਦਾ ਕਾਵਿ ਪਾਤਰ ਆ ਨਾ, ਉਹ ਬਹੁਤ ਬੌਧਿਕ ਕਿਸਮ ਦਾ ਆਧੁਨਿਕ ਬੰਦਾ ਆ, ਜਿਹੜਾ ਆਪਣੀਆਂ ਪ੍ਰਸਥਿਤੀਆਂ 'ਤੇ ਚਿੰਤਨ ਮਨਨ ਕਰਦਾ ਹੋਇਆ ਆਪਣੀਆਂ ਸਥਿਤੀਆਂ ਨੂੰ ਸਵਾਲ ਕਰਦਾ ਹੈ। ਮੈਂ ਬਹੁਤ ਸਾਰੀਆਂ ਉਹਦੇ 'ਚੋਂ ਉਦਾਹਰਨਾਂ ਦੇ ਕੇ ਦੱਸ ਸਕਦਾ, ਪਰ ਖਾਸ ਤੌਰ 'ਤੇ ਜਿਹੜੀਆਂ ਹਰਭਜਨ ਸਿੰਘ ਦੀਆਂ 2 ਪੁਸਤਕਾਂ ਨੇ, ਮੱਥਾ ਦੀਵੇ ਵਾਲਾ ਅਤੇ ਇੱਕ ਉਹਦੀ ਕਿਤਾਬ ਹੈ ਰੁੱਖ ਤੇ ਰਿਸ਼ੀ। ਇਹਨਾਂ ਦੋਹਾਂ ਕਿਤਾਬਾਂ ਦੇ ਵਿੱਚ ਹਰਭਜਨ ਸਿੰਘ ਜਿਹੜਾ ਆਧੁਨਿਕ ਯੁੱਗ ਦਾ ਗੁੰਝਲੋ ਗੁੰਝਲ ਹੋਈ ਮਾਨਸਿਕਤਾ ਵਾਲਾ ਬੰਦਾ ਆ, ਉਸ ਬੰਦੇ ਨੂੰ ਕਿਸ ਕਿਸਮ ਦੇ ਸਵਾਲ ਪਏ ਨੇ। ਜਿਵੇਂ ਉਹਦਾ ਖਾਸ ਤੌਰ 'ਤੇ ਉਹਦੇ ਜਿਹੜੇ ਕਾਵਿ ਪਾਤਰ ਨੇ, ਜਾਂ ਤੁਸੀਂ ਉਹਦੀ ਕਿਤਾਬ ਤੀਜੀ, ਉਹਦੀ ਆਖਰੀ ਦੌਰ ਦੀਆਂ ਜਿਹੜੀਆਂ ਰਚਨਾਵਾਂ 'ਚੋਂ ਮਾਰੂਥਲ ਵਿੱਚ ਲੱਕੜਹਾਰਾ, ਮਾਰੂਥਲ 'ਚ ਲੱਕੜਹਾਰਾ ਕੀ ਕੁਝ ਲੱਭਦਾ ਫਿਰਦਾ ਆ, ਜਾਂ ਉਹਦੇ ਮੱਥਾ ਦੀਵੇ ਵਾਲਾ ਵਿੱਚ ਉਹ ਕਹਿੰਦਾ ਵੀ ਕਿਸੇ ਦੀ ਬੱਕਰੀ ਗੁਆਚੀ ਆ, ਕਿਸੇ ਦੀ ਸ਼ਰਾਬ ਗੁਆਚੀ ਆ, ਫਿਲਾਸਫਰ ਦੀ ਕਵਿਤਾ ਗੁਆਚੀ ਆ, ਕਹਿੰਦਾ ਵੀ ਸਾਡਾ ਸਾਰਿਆਂ ਦਾ ਕੁਝ ਨਾ ਕੁਝ ਗੁਆਚਿਆ ਹੋਇਆ। ਅਤੇ ਉਹ ਕਹਿੰਦਾ ਕਿ ਆਦਮੀ ਗੁਆਚੇ ਦੀ ਤਲਾਸ਼ ਵਿੱਚ ਹੀ ਆ। ਹਰਭਜਨ ਸਿੰਘ ਦਾ ਆਪਣਾ ਘਰ ਗੁਆਚਿਆ ਸੀ, ਰਿਸ਼ਤੇ ਗੁਆਚੇ ਸੀ, ਪਰਿਵਾਰ ਗੁਆਚਿਆ ਸੀ। ਪਰ ਵਿਡੰਬਣਾ ਇਹ ਸੀ ਕਿ ਜਿਹੜੀ ਹਰਭਜਨ ਸਿੰਘ ਦੇ ਪਰਿਵਾਰ ਕੋਲ ਸਭ ਤੋਂ ਵੱਡੀ ਜਾਇਦਾਦ ਸੀ, ਉਹਨੂੰ ਪਰਿਵਾਰ ਦੇ ਕਿਸੇ ਜੀ ਨੇ ਵੇਚਿਆ ਨਹੀਂ। ਹਰਭਜਨ ਸਿੰਘ ਨੂੰ ਮੁੜ ਕੇ ਉੱਥੇ ਜਾਣ ਦਾ ਮੌਕਾ ਵੀ ਨਹੀਂ ਮਿਲਿਆ। ਇੱਕ ਹੋਰ ਗੱਲ ਮੈਂ ਰਾਤ ਪੜ੍ਹਦਾ ਮੈਂ ਮਦਨ ਗੋਪਾਲ ਨਾਲ ਗੱਲਾਂ ਮਾਰਨ ਲੱਗ ਗਿਆ ਰਾਤ। ਮਦਨ ਗੋਪਾਲ ਨੇ ਇੱਕ ਬੜੀ ਖੂਬਸੂਰਤ ਗੱਲ ਦੱਸੀ ਜਿਹੜੀ ਡਾਕਟਰ ਹਰਭਜਨ ਸਿੰਘ ਨੇ ਕਿਤੇ ਲਿਖੀ ਨਹੀਂ। ਵੈਸੇ ਤਾਂ ਡਾਕਟਰ ਹਰਭਜਨ ਸਿੰਘ ਦੇ ਪਿਤਾ ਦੀਆਂ 6 ਭੈਣਾਂ ਸੀ, 6 ਭੂਆ ਸੀ। ਹਰਭਜਨ ਸਿੰਘ ਨੇ ਕਿਸੇ ਭੂਆ ਨੂੰ ਨਹੀਂ ਦੇਖਿਆ, ਪਤਾ ਨਹੀਂ ਸੀ ਵੀ ਕੌਣ ਕਿੱਥੇ ਆ। ਇਸੇ ਤਰ੍ਹਾਂ ਹਰਭਜਨ ਸਿੰਘ ਦੀ ਇੱਕ ਭੈਣ ਤੇ ਚੇਚਕ ਨਾਲ ਮਰ ਗਈ, ਅਤੇ ਇੱਕ ਭੈਣ ਜਿਹੜੀ ਹਰਭਜਨ ਸਿੰਘ ਦੀ ਉਹ ਲਾਹੌਰ ਮੰਗੀ ਵਿਆਹੀ ਸੀ, ਉਹ TB ਨਾਲ ਮਰ ਗਈ। ਔਰ ਉਹਦਾ ਬੱਚਾ ਜਦੋਂ ਹਰਭਜਨ ਸਿੰਘ ਨੂੰ ਬਹੁਤ ਅਰਸੇ ਬਾਅਦ ਕਿਤੇ ਦਿੱਲੀ ਮਿਲਣ ਆਇਆ, ਉਹਨੂੰ ਪਤਾ ਲੱਗਿਆ ਕਿ ਇਹ ਮੇਰਾ ਮਾਮਾ ਆ। ਹਰਭਜਨ ਸਿੰਘ ਉਹਨੂੰ ਨਹੀਂ ਸੀ ਪਛਾਣਦਾ, ਉਹ ਹਰਭਜਨ ਸਿੰਘ ਨੂੰ ਨਹੀਂ ਸੀ ਪਛਾਣਦਾ। ਤੁਸੀਂ ਇਸ ਦਰਦ ਨੂੰ ਮਹਿਸੂਸ ਕਰਕੇ ਦੇਖੋ ਕਿ ਬੰਦੇ ਦਾ ਇੰਨਾ ਕੁਝ ਗੁਆਚਿਆ ਹੋਵੇ, ਪਰਿਵਾਰ ਦੇ ਜੀਅ ਗੁਆਚੇ ਹੋਣ, ਔਰ ਆਪਣੀ ਸਾਰਾ ਘਰ ਘਾਟ, ਆਪਣੀ ਸਾਰੀ ਜਾਇਦਾਦ ਗੁਆ ਕੇ ਇੱਕ ਕਿਰਾਏ ਦੇ ਮਕਾਨ 'ਤੇ ਇੱਕ ਬਗਾਨੇ ਘਰ 'ਚ ਪਲ ਕੇ ਬੇਲੋੜਾ ਹੋਣ ਦਾ ਅਹਿਸਾਸ ਲੈ ਕੇ ਜੀਵਿਆ ਹੋਵੇ ਬੰਦਾ। ਜਿਸ ਬੰਦੇ ਨੇ ਇੰਨੀ ਜ਼ਹਿਰ ਪੀਤੀ ਹੋਵੇਗੀ, ਉਸ ਬੰਦੇ ਨੇ ਇੰਨੀ ਖੂਬਸੂਰਤ ਕਵਿਤਾ ਕਿਵੇਂ ਲਿਖੀ ਆ। ਇਹੀ ਗੱਲ ਕਹਿ ਰਹੇ ਹਰਭਜਨ ਸਿੰਘ ਕਿ ਕਵੀ ਹੋਰ ਕੁਝ ਨਹੀਂ ਕਰਦਾ, ਕਵੀ ਜ਼ਹਿਰ ਨੂੰ ਆਕਸੀਜਨ 'ਚ ਬਦਲਦਾ। ਕਵੀ ਜੋ ਕੁਝ ਉਹਨੂੰ ਸਮਾਜ ਦਿੰਦਾ ਆ, ਜੋ ਕੁਝ ਸੁਸਾਇਟੀ ਦਰਦ ਦੇ ਰੂਪ 'ਚ ਕਵੀ ਨੂੰ ਦਿੰਦੀ ਆ, ਕਵੀ ਉਹਨੂੰ ਬਹੁਤ ਖੂਬਸੂਰਤ ਚਿੱਤਰ ਵਿੱਚ ਪੇਸ਼ ਕਰਦਾ ਆ। ਹਰਭਜਨ ਸਿੰਘ ਦੇ ਮੈਂ ਸਿਰਫ 2 ਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਉਹਦੇ ਪਰਿਵਾਰ ਦੇ ਜੀਅ ਗੁਆਚ ਗਏ, ਉਹਦੀ ਸੰਪਤੀ ਗੁਆਚ ਗਈ, ਇੱਥੋਂ ਤੱਕ ਕਿ ਉਹਦੀ ਜਿਹੜੀ ਪਹਿਲੀ ਮੁਹੱਬਤ ਸੀ ਉਹ ਵੀ ਉਹਨੂੰ ਬਾਅਦ 'ਚ ਨਹੀਂ ਮਿਲੀ। ਕਰਤਾਰੀ ਦਾ ਜ਼ਿਕਰ ਉਹਨੇ ਕੀਤਾ ਆਪਣੀ ਕਵਿਤਾ ਦੇ ਵਿੱਚ ਕਿ ਕਰਤਾਰੀ ਜਿਹੜੀ ਉਮਰ 'ਚ ਥੋੜ੍ਹੀ ਜਿਹੀ ਹਰਭਜਨ ਸਿੰਘ ਤੋਂ ਵੱਡੀ ਸੀ, ਅਚਾਨਕ ਮਿਲੀ, ਕੁਝ ਦੇਰ ਮਿਲਦੀ ਰਹੀ, ਸਿਖਾਵਾਂ ਸਾਹ ਆਇਆ ਹਰਭਜਨ ਸਿੰਘ ਨੂੰ, ਪਰ ਅਚਾਨਕ ਗੁੰਮ ਗੁਆਚ ਗਈ। ਅਤੇ ਵੰਡ ਤੋਂ ਬਾਅਦ ਦਿੱਲੀ 'ਚ ਇੱਕ ਫਿਲਮ ਦੇਖਦਿਆਂ ਉਹਨੂੰ ਮਿਲੀ ਅਤੇ ਉਹਨੇ ਹਰਭਜਨ ਸਿੰਘ ਵੱਲ ਨੂੰ ਪਿੱਠ ਕਰ ਲਈ। ਤੁਸੀਂ ਦੇਖੋ ਕਿ ਜਿਸ ਬੰਦੇ ਦਾ ਘਰ ਗੁਆਚਿਆ ਹੋਵੇ, ਮਾਂ ਪਿਓ ਰਿਸ਼ਤੇਦਾਰ ਗੁਆਚੇ ਹੋਣ, ਮਹਿਬੂਬ ਵੀ ਗੁਆਚੀ ਹੋਵੇ, ਉਹਦੀ ਪਛਾਣ ਵੀ ਗੁਆਚੀ ਹੋਵੇ, ਉਸ ਬੰਦੇ ਨੇ ਇਸ ਸਾਰੇ ਦੁੱਖ ਨੂੰ ਰੁਦਨ ਨਹੀਂ ਬਣ ਦਿੱਤਾ। ਇਸ ਦੁੱਖ ਨੂੰ ਸਮਝ ਕੇ ਇਹਦੇ 'ਚੋਂ ਮਨੁੱਖਤਾ ਨੂੰ ਵਿਆਪਣ ਵਾਲੇ ਅੰਨੇ ਅਕਾਰਨ ਦੁੱਖ ਨੂੰ ਤੁਸੀਂ ਖੂਬਸੂਰਤ ਨਜ਼ਮ ਦੇ ਵਿੱਚ ਕਿਵੇਂ ਬਦਲਣਾ, ਤੁਸੀਂ ਖੂਬਸੂਰਤ ਵਾਰਤਕ ਵਿੱਚ ਕਿਵੇਂ ਬਦਲ ਦੇਣਾ। ਮੈਂ ਸਮਝਦਾ ਕਿ ਕਵੀ ਦੀ ਇਹੀ ਪ੍ਰਾਪਤੀ ਹੁੰਦੀ ਆ ਕਿ ਕਵੀ ਸਮਾਜ ਦੀ ਜ਼ਹਿਰ ਨੂੰ ਪੀਂਦਾ ਆ, ਜਾਂ ਇਹ ਸਮਝ ਲਓ ਵੀ ਕਵੀ ਰੂੜੀ ਵਰਗਾ ਹੁੰਦਾ ਆ। ਅਸੀਂ ਰੂੜੀ 'ਤੇ ਗੰਦ ਸਿੱਟਦੇ ਹਾਂ, ਪਰ ਉਹੀ ਰੂੜੀ ਫਸਲਾਂ ਪੈਦਾ ਕਰਦੀ ਆ, ਉਹੀ ਰੂੜੀ ਫੁੱਲ ਪੈਦਾ ਕਰਦੀ ਆ। ਸੋ ਹਰਭਜਨ ਸਿੰਘ ਨੇ ਮੈਂ ਸਮਝਦਾ
ਕਿ ਉਸੇ ਤਰ੍ਹਾਂ ਦੇ ਫੁੱਲ ਪੈਦਾ ਕੀਤੇ ਕਵਿਤਾ ਰਾਹੀਂ। ਇਹਦੇ ਨਾਲ ਇੱਕ ਹੋਰ ਗੱਲ ਜਿਹੜੀ ਖੂਬਸੂਰਤੀ ਸੀ ਹਰਭਜਨ ਸਿੰਘ ਦੀ, ਕਿ ਹਰਭਜਨ ਸਿੰਘ ਕਿਤੇ ਖੜਿਆ ਨਹੀਂ। ਜਿਵੇਂ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ, ਆਪਣੀ ਜਾਇਦਾਦ ਵੱਲ ਨਹੀਂ ਦੇਖਿਆ, ਗੁਆਚੇ ਰਿਸ਼ਤਿਆਂ ਵੱਲ ਨਹੀਂ ਦੇਖਿਆ, ਅੱਗੇ ਤੁਰਦਾ ਗਿਆ। ਇਸੇ ਤਰ੍ਹਾਂ ਰਚਨਾਕਾਰੀ ਵਿੱਚ ਵੀ ਜਿਹੜਾ ਹਰਭਜਨ ਸਿੰਘ ਸੀ ਉਹ ਆਪਣੇ ਆਪ ਨਾਲ ਵੀ ਸੰਵਾਦੀ ਆ। ਮੈਂ ਕਿਹਾ ਸੀ ਕਿ ਹਰਭਜਨ ਸਿੰਘ ਸੰਵਾਦੀ ਆ। ਸੰਵਾਦ ਉਹਦਾ ਆਪਣੇ ਸਮੇਂ ਨਾਲ ਸੀ, ਸੰਵਾਦ ਆਪਣੀ ਵੱਖਰੀ ਤੋਂ ਵਿਚਾਰਧਾਰਾ, ਆਪਣੇ ਤੋਂ ਵੱਖਰੀ ਵਿਚਾਰਧਾਰਾ ਵਾਲਿਆਂ ਨਾਲ ਸੀ, ਸੰਵਾਦ ਉਹਦਾ ਸਾਡੇ ਸਮਾਜ ਦੀਆਂ ਜੜ ਹੋਈਆਂ ਰੂੜੀਆਂ ਨਾਲ, ਪਰੰਪਰਾਵਾਂ ਨਾਲ, ਸਨਾਤਨਤਾ ਨਾਲ ਸੀ। ਪਰ ਇੱਕ ਸੰਵਾਦ ਉਹਦਾ ਆਪਣੇ ਨਾਲ ਵੀ ਸੀ। ਜਦੋਂ ਉਹ ਆਪਣੀ ਉਮਰ ਦੇ ਆਖਰੀ ਪਹਿਰੇ 'ਚ ਜਾ ਕੇ ਉਹ ਨਜ਼ਮ ਲਿਖਦਾ ਕਿ ਹਰ ਜੀ ਹੋਰ ਲਿਖੋ ਹੁਣ ਬਾਣੀ, ਬੋਧ ਵਿਚਾਰੋ ਸੋਧ ਸੁਧਾਰੋ, ਜੋ ਲਿਖਿਆ ਹੁਣ ਤਾਣੀ, ਸੋਚ ਕਵੇ ਤਾਂ ਪੋਚ ਵੀ ਦੇਵੋ, ਤਖਤੀ ਫੇਰੋ ਪਾਣੀ। ਜਾਂ ਜਦੋਂ ਇਹ ਕਹਿੰਦਾ ਕਿ ਇੱਕ ਉਹਦੀ ਨਜ਼ਮਾਂ ਬੜੀ ਖੂਬਸੂਰਤ, ਰੁੱਖ ਤੇ ਰਿਸ਼ੀ, ਉਹਦੇ 'ਚੋਂ ਕਹਿੰਦਾ ਕਿ ਪਹਿਲੀ ਪਿਆਸ ਲਈ ਜ਼ਰੂਰੀ ਹੈ ਪਹਿਲਾਂ ਪੀਤੇ ਪਾਣੀ ਦਾ ਰੋਮ ਰੋਮ 'ਚੋਂ ਡੁੱਲ ਜਾਣਾ। ਭਾਵ ਇਹ ਸਿਰਜਕ ਲਈ ਬਹੁਤ ਜ਼ਰੂਰੀ ਆ ਕਿ ਸਿਰਜਕ ਨੇ ਜਿਹੜਾ ਸਮਾਜ ਦਾ ਪਹਿਲਾ ਪਾਣੀ ਪੀਤਾ ਹੋਵੇ, ਸਿਰਜਕ ਨੇ ਜੋ ਕੁਛ ਸਮਾਜ 'ਚੋਂ ਗ੍ਰਹਿਣ ਕੀਤਾ ਹੋਵੇ, ਜੋ ਕੁਛ ਸਿੱਖਿਆ ਹੋਵੇ ਸਮਾਜ 'ਚੋਂ, ਪ੍ਰਕਿਰਤਕ ਵਰਤਾਰੇ 'ਚੋਂ, ਜੇ ਸਿਰਜਕ ਉਦੋਂ ਗਾਹ ਨਹੀਂ ਤੁਰਦਾ ਤਾਂ ਸਿਰਜਕ ਖੜਾ ਰਹੇਗਾ। ਇਸੇ ਤਰ੍ਹਾਂ ਉਹਨੇ ਇੱਕ ਹੋਰ ਵੀ ਉਹਦੀ ਬੜੀ ਖੂਬਸੂਰਤ ਨਜ਼ਮ ਸੀ, ਉਹਦਾ ਮੈਂ ਜ਼ਿਕਰ ਹੁਣ ਨਹੀਂ ਕਰਦਾ, ਸਮਾਂ ਨਹੀਂ ਹੈ ਮੇਰੇ ਕੋਲ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਹਰਭਜਨ ਸਿੰਘ ਦੀ ਕਵਿਤਾ ਐਨਕਾਊਂਟਰ ਸੀ, ਆਪਣੇ ਆਪ ਨਾਲ ਵੀ ਐਨਕਾਊਂਟਰ ਸੀ। ਖਾਸ ਤੌਰ 'ਤੇ ਜਿਹੜੇ ਉਹਦੇ ਪਿਛਲੇ 4 ਸੰਗ੍ਰਹਿ ਨੇ ਉਹਦੇ 'ਚ ਹਰਭਜਨ ਸਿੰਘ ਇਸੇ ਗੱਲ 'ਤੇ ਵਾਰ-ਵਾਰ ਜ਼ੋਰ ਦੇ ਰਿਹਾ ਕਿ ਜਦੋਂ ਸੁਸਾਇਟੀ 'ਚ ਸੰਵਾਦ ਮੁੱਕ ਜੇ, ਜਦੋਂ ਬੰਦਾ ਆਪਣੇ ਆਪ ਨੂੰ ਸਵਾਲ ਕਰਨੇ ਛੱਡ ਦੇਵੇ, ਜਦੋਂ ਬੰਦਾ ਆਪਣੇ ਸਿੱਖੇ ਹੋਏ ਨੂੰ, ਆਪਣੇ ਗ੍ਰਹਿਣ ਕੀਤੇ ਹੋਏ ਨੂੰ ਤਿਆਗਣਾ ਭੁੱਲ ਜੇ, ਕੱਟਣਾ ਭੁੱਲ ਜੇ, ਜਾਂ ਜਦੋਂ ਬੰਦਾ ਆਪਣੇ ਆਪ ਇਨਕਾਊਂਟਰ ਕਰਨਾ ਭੁੱਲ ਜੇ, ਫਿਰ ਸਮਾਜ ਖੜ ਜਾਂਦੇ ਆ। ਇਸੇ ਕਰਕੇ ਜਿਹੜਾ ਹਰਭਜਨ ਸਿੰਘ ਦਾ ਰੁੱਖ ਤੇ ਰਿਸ਼ੀ ਦਾ ਜਿਹੜਾ ਨਾਇਕ ਆ, ਉਹ ਆਪਣੇ ਆਪ ਨੂੰ ਬੜੇ ਤਿੱਖੇ ਸਵਾਲ ਕਰਦਾ। ਮੈਂ ਉਹਦੇ 'ਚੋਂ ਇੱਕ ਅੱਧੀ ਗੱਲ ਜੇ ਕਹੋ ਤਾਂ ਸਾਂਝੀ ਕਰ ਲੈਣਾ ਤੁਹਾਡੇ ਨਾਲ। ਉਹਦਾ ਜਿਹੜਾ ਬੁੱਧੀਜੀਵੀ ਉਸ ਕਵਿਤਾ ਵਿਚਲਾ, ਉਹ ਕਹਿ ਰਿਹਾ ਕਿ ਰੇਤ ਥਲਾਂ ਵਿੱਚ ਮੈਂ ਹੀ ਆਪ ਗੁਆਚ ਗਿਆ ਹਾਂ, ਤੂੰ ਕਿਧਰੇ ਨਹੀਂ ਡਿੱਠਾ। ਸਵਾਲ ਕਰਦਾ, ਇਹ ਦੀਵਾ ਮੱਥਾ ਵਾਲੇ 'ਚੋਂ ਆ, ਜਿਹੜਾ ਮੁਸਾਫਰ ਹਰਭਜਨ ਸਿੰਘ ਦੀ ਕਵਿਤਾ ਦੇ ਵਿੱਚ ਇੱਕ ਮੁਸਾਫਰ ਆ। ਕਦੇ ਉਹਦੀ ਛਾਂ ਗੁਆਚ ਜਾਂਦੀ ਆ, ਕਦੇ ਉਹਦਾ ਰਾਹ ਗੁਆਚ ਜਾਂਦਾ, ਕਿਤੇ ਉਹ ਫਿਲਾਸਫਰ ਦੇ ਰੂਪ ਵਿੱਚ ਆ, ਉਹਦੀ ਬੱਕਰੀ ਗੁਆਚ ਜਾਂਦੀ ਆ, ਕਿਤੇ ਉਹ ਚਿੰਤਕ ਆ, ਫਿਲਾਸਫਰ ਆ, ਉਹਦੀ ਸ਼ਰਾਬ ਗੁਆਚ ਜਾਂਦੀ ਆ। ਰੇਤ ਥਲਾਂ ਵਿੱਚ ਮੈਂ ਹੀ ਆਪ ਗੁਆਚ ਗਿਆ ਹਾਂ, ਤੂੰ ਕਿਧਰੇ ਨਹੀਂ ਡਿੱਠਾ। ਫਿਰ ਡਰ ਜਾਵਾਂ ਕਿਤੇ ਗੁਆਚਾ ਲੱਭ ਨਾ ਜਾਵੇ, ਹਰ ਬੰਦੇ ਦਾ ਕੁਝ ਨਾ ਕੁਝ ਗੁਆਚਾ ਹੋਇਆ, ਕੋਈ ਗੁਆਚਾ ਲੱਭਣਾ ਚਾਹੇ, ਕੋਈ ਗੁਆਚਾ ਭੁੱਲਣਾ ਚਾਹੇ, ਦੋਹਾਂ ਦੇ ਵਿਚਕਾਰ ਮਸ਼ਕਦੀ। ਇਸੇ ਤਰ੍ਹਾਂ ਉਹਦੀ ਇੱਕ ਹੋਰ ਨਜ਼ਮ ਹੈਗੀ ਜਿਹਦੇ 'ਚੋਂ ਕਹਿ ਰਿਹਾ ਕਿ ਜਿਹੜਾ ਆਪਣੇ ਅੰਦਰਲੀ ਜਗਦੀ ਜੋਤ ਵਾਲਾ, ਜਗਦੇ ਲਲਾਟ ਵਾਲਾ ਰਿਸ਼ੀ ਆ, ਉਹ ਰਿਸ਼ੀ ਆਪਣੇ ਆਪ ਨੂੰ ਸਵਾਲ ਕਰ ਰਿਹਾ ਤਰ੍ਹਾਂ ਤਰ੍ਹਾਂ ਦੇ। ਹੁਣ ਨਾਲ ਦੀ ਨਾਲ ਉਸ ਰਿਸ਼ੀ ਦੀ ਸਥਿਤੀ ਕੀ ਆ? ਉਹਦੀ ਕੁਟਗਾ ਦੇ ਬਾਹਰ ਮੇਨਕਾ ਵੀ ਬੈਠੀ ਆ ਤੇ ਸ਼ੇਰ ਵੀ ਬੈਠਾ ਆ। ਜੇ ਰਿਸ਼ੀ ਕੁਟਗਾ ਤੋਂ ਬਾਹਰ ਨਿਕਲਦਾ ਆ ਤਾਂ ਉਹਨੂੰ ਮੇਨਕਾ ਲਵਾਉਂਦੀ ਆ। ਭਾਵ ਅੱਜ ਦੇ ਚਿੰਤਕ ਬੰਦੇ ਨੂੰ ਸਰਕਾਰ ਚੋਗਾ ਪਾਉਂਦੀ ਆ, ਸੰਸਥਾਵਾਂ ਚੋਗਾ ਪਾਉਂਦੀਆਂ, ਤਰ੍ਹਾਂ ਤਰ੍ਹਾਂ ਦੇ ਪ੍ਰਲੋਭਨ ਨੇ। ਸਾਡੇ ਰਾਹ 'ਚ ਕਦੇ ਮੇਨਕਾ ਬੈਠੀ ਆ ਤੇ ਸਾਡੇ ਰਾਹ 'ਚ ਕਦੇ ਸ਼ੇਰ ਬੈਠਾ ਆ। ਜੇ ਲੇਖਕ ਬੋਲਦਾ ਤਾਂ ਉਹਨੂੰ ਮਾਰ ਦਿੱਤਾ ਜਾਂਦਾ। ਹਰਭਜਨ ਸਿੰਘ ਵੀ ਇਹ ਸਵਾਲ ਉਠਾਉਂਦਾ ਕਿ ਅੱਜ ਦੇ ਬੰਦੇ ਦੇ ਸਾਹਮਣੇ ਦੁਸ਼ਵਾਰੀਆਂ ਕੀ ਨੇ। ਇੱਕ ਪਾਸੇ ਬਾਜ਼ਾਰ ਦਾ ਪ੍ਰਲੋਭਨ ਆ ਜਿਹੜਾ ਲੇਖਕ ਨੂੰ ਤਰ੍ਹਾਂ ਤਰ੍ਹਾਂ ਦੇ, ਇਸ ਬਾਜ਼ਾਰ ਦੀ ਜਿਹੜੀ ਚਮਕ ਦਮਕ ਉਹ ਲੇਖਕ ਨੂੰ ਪ੍ਰਭਾਵਿਤ ਕਰਦੀ ਆ, ਇਨਾਮ ਸਨਮਾਨ ਨੇ। ਤੇ ਦੂਜੇ ਪਾਸੇ ਸੱਤਾ ਦੇ ਰੂਪ 'ਚ ਸ਼ੇਰ ਬੈਠਾ ਆ, ਚੀਤਾ ਬੈਠਾ ਆ, ਜਿਹੜਾ ਸਾਨੂੰ ਭੱਖ ਜਾਣ ਨੂੰ ਤਿਆਰ ਬੈਠਾ ਆ। ਇਸੇ ਤਰ੍ਹਾਂ ਉਹ ਕਹਿੰਦਾ ਕਿ ਜਿਹੜਾ ਪੂਰਨ ਆ, ਪੂਰਨ ਦੀ ਪਿੱਠ 'ਤੇ ਗੋਰਖ ਵੀ ਖੜਾ ਆ ਤੇ ਪੂਰਨ ਦੇ ਸਾਹਮਣੇ ਲੂਣਾ ਵੀ ਬੈਠੀ ਆ। ਪੂਰਨ ਕਿੱਧਰ ਨੂੰ ਜਾਵੇ? ਆਧੁਨਿਕ ਬੰਦਾ ਕਿੱਧਰ ਨੂੰ ਜਾਵੇ? ਮੈਂ 2 ਅਧੂਰੀਆਂ ਕਵਿਤਾਵਾਂ ਦਾ ਜ਼ਿਕਰ ਵੀ ਕਰਨਾ ਜੇ ਸਮਾਂ ਹੋਇਆ ਤੁਹਾਡੇ ਨਾਲ, ਕਿ ਹਰਭਜਨ ਸਿੰਘ ਦੀਆਂ ਉਹ 2 ਕਵਿਤਾਵਾਂ ਬਹੁਤ ਦੇਰ ਮੇਰੇ ਕੋਲ ਪਈਆਂ ਰਹੀਆਂ ਜਿਹੜੀਆਂ ਉਹਨਾਂ ਨੇ ਕਦੇ ਸੰਪੂਰਨ ਨਹੀਂ ਕੀਤੀਆਂ। ਉਹਦੇ ਬਾਰੇ ਵੀ ਮੈਂ ਜ਼ਿਕਰ ਕਰਾਂਗਾ। ਫਿਰ ਉਹ ਕਹਿੰਦਾ ਕਿ ਬੰਦਾ ਹਮੇਸ਼ ਕਾਟੇ ਹੇਠ, ਹਰ ਸਮੇਂ ਹਰ ਜਗ੍ਹਾ ਆਪਣਾ ਕਫਨ ਦਫਨ ਬਹੁਤ ਕੁਝ ਚੁੱਕੀ ਫਿਰਦਾ, ਮਰਦਾ ਭਾਵੇਂ ਨਹੀਂ, ਚੁੱਪਚਾਪ ਆਪਣੇ ਬੈਣ ਆਪ ਕਰੀ ਜਾਂਦਾ। ਉਹ ਕਹਿੰਦਾ ਕਿ ਬੰਦਾ ਜਿਹੜਾ ਨਾ ਹਰ ਵੇਲੇ, ਬੰਦੇ ਨੂੰ ਹਰ ਵੇਲੇ ਨਕਾਰਿਆ ਜਾ ਰਿਹਾ, ਤਸਕਾਰਿਆ ਜਾ ਰਿਹਾ। ਉਹ ਮਰਦਾ ਭਾਵੇਂ ਨਹੀਂ ਪਰ ਉਹਨੂੰ ਜੀਣ ਵੀ ਨਹੀਂ ਦਿੱਤਾ ਜਾ ਰਿਹਾ। ਸੋ ਇਸ ਕਿਸਮ ਦੀ ਕਵਿਤਾਵਾਂ ਜਿਹੜੀਆਂ ਹੈਗੀਆਂ। ਇਸ ਤਰ੍ਹਾਂ ਲੱਕੜਹਾਰਾ ਜਿਹੜਾ ਹੈਗਾ, ਰੇਗਿਸਤਾਨ 'ਚ ਲੱਕੜਹਾਰਾ, ਉਹਦੇ 'ਚ ਉਹਦਾ ਜਿਹੜਾ ਸੰਵਾਦ ਆ, ਇੱਕ ਪਾਸੇ ਇੱਕ ਧਰਮੀ ਬੰਦਾ ਆ ਜਿਹਨੂੰ ਧਰਮੀ ਜਨ ਕਿਹਾ, ਅਤੇ ਦੂਜੇ ਪਾਸੇ ਕੁਹਾੜੀਵਾਲ ਆ। ਕੁਹਾੜੀਵਾਲ ਬੰਦੇ ਦੇ ਜਿਹੜੇ ਬਹੁਤ ਸਹਾਈ ਨੇ, ਰੁੱਖਾਂ ਨੂੰ ਵੱਢਣਾ ਚਾਹੁੰਦਾ, ਅਤੇ ਧਰਮੀ ਬੰਦਾ ਰੁੱਖਾਂ ਨੂੰ ਬਚਾਉਂਦਾ ਆ, ਬਚਾਉਂਦਾ ਆਪਣਾ ਪੁੱਤਰ ਗਵਾ ਲੈਂਦਾ ਹੈ।
ਮੈਨੂੰ ਅੱਜ ਦੀ ਸਥਿਤੀ ਲੱਗ ਰਹੀ ਆ ਬਿਲਕੁਲ ਜੋ ਅੱਜ ਹੋ ਰਿਹਾ। ਇੱਕ ਪਾਸੇ ਜਿਹੜੀ ਸਾਡੀ ਸਰਕਾਰ ਆ ਉਹ ਕੁਹਾੜੀਵਾਲ ਬਣੀ ਹੋਈ ਆ, ਜਿਹੜੀ ਕਿਸਾਨਾਂ ਦੇ ਖੇਤਾਂ 'ਤੇ ਕੁਹਾੜਾ ਫੇਰਨ ਨੂੰ ਫਿਰਦੀ ਆ। ਦੂਜੇ ਪਾਸੇ ਕਿਸਾਨ ਨੇ ਉਹ ਲੜਦੇ ਲੜਦੇ ਆਪਣੇ ਪੁੱਤ ਗਵਾ ਲੈਂਦੇ ਨੇ। ਮਤਲਬ ਕੀ ਵੀ ਸੱਤਾ ਇੰਨੀ ਭਾਰੂ ਆ, ਉਹ ਕਿਸੇ ਨਾ ਕਿਸੇ ਰੂਪ 'ਚ ਸੱਤਾ ਦਾ ਕੁਹਾੜਾ ਸਾਡੇ 'ਤੇ ਚੱਲ ਹੀ ਜਾਂਦਾ ਆ। ਇੱਕ ਗੱਲ ਜਿਹੜੀ ਮੈਨੂੰ ਹਰਭਜਨ ਸਿੰਘ ਬਾਰੇ ਜਿਹੜੀ ਗੱਲ ਮੈਨੂੰ ਬਹੁਤ ਉਤੇਜਿਤ ਕਰਦੀ ਆ, ਸੋਚਣ ਲਈ ਮਜਬੂਰ ਕਰਦੀ ਆ ਕਿ ਹਰਭਜਨ ਦੀ ਕਵਿਤਾ 'ਚ ਔਰਤ ਦਾ ਦਖਲ ਇੰਨਾ ਕਿਉਂ ਆ। ਇੱਕ ਤਾਂ ਇਹ ਸੀ ਕਿ ਬਚਪਨ 'ਚ ਜਦੋਂ ਹਰਭਜਨ ਸਿੰਘ ਆਪਣੀ ਸੁਰਤ ਸੰਭਾਲਦਾ, ਪਿਤਾ ਮਰ ਚੁੱਕਾ, ਦਾਦਾ ਮਰ ਚੁੱਕਾ ਆ, ਘਰ 'ਚ ਕੇਵਲ ਔਰਤਾਂ ਹੀ ਔਰਤਾਂ ਨੇ, ਦਾਦੀ ਆ, ਮਾਂ ਆ ਤੇ 2 ਭੈਣਾਂ ਆ। ਦੂਜਾ ਮੈਨੂੰ ਇਹ ਲੱਗਦਾ ਹੁੰਦਾ ਕਿ ਹਰਭਜਨ ਸਿੰਘ ਨੂੰ ਜੇ ਕਿਸੇ ਨੇ ਸਕੂਨ ਦਿੱਤਾ ਥੋੜ੍ਹਾ ਬਹੁਤ ਤਾਂ ਉਹ ਔਰਤਾਂ ਨੇ ਦਿੱਤਾ, ਕਿਉਂਕਿ ਮਰਦਾਵੇਂ ਸਮਾਜ ਕੋਲੇ ਤਾਂ ਸੱਤਾ ਦੀ ਤਾਕਤ ਹੁੰਦੀ ਆ ਜਾਂ ਧਨ ਦੀ ਦੌਲਤ ਹੁੰਦੀ ਆ। ਧਨ ਹਰਭਜਨ ਸਿੰਘ ਗਵਾ ਚੁੱਕਾ ਸੀ, ਸੱਤਾ ਦੇ ਰੂਪ 'ਚ ਪਿਤਾ ਗੈਰ ਹਾਜ਼ਰ ਸੀ। ਹਰਭਜਨ ਸਿੰਘ ਦੀ ਆਪਣੀ ਇੱਕ ਮਾਂ ਬਾਰੇ ਬਹੁਤ ਖੂਬਸੂਰਤ ਕਵਿਤਾ ਆ। ਉਹ ਕਵਿਤਾ ਹੈਗੀ ਆ ਕਿ ਮੇਰਾ ਬਚਪਨ। ਉਹ ਜਦੋਂ ਮਾਂ ਕਹਿੰਦੀ ਹੈ ਵੀ ਪੁੱਤਰਾ ਤੂੰ ਛੇਤੀ ਛੇਤੀ ਜਵਾਨ ਹੋ ਜਾ, ਕਦੇ ਕਦੇ ਪੁੱਤਰਾਂ ਦੇ ਕੁੱਛੜ ਸੌਣ ਨਿਚਿੰਤ ਨਕਰਬਣ ਮਾਵਾਂ। ਅਸਲ 'ਚ ਕਹਾਣੀ ਇਹ ਹੋਈ ਸੀ ਕਿ ਹਰਭਜਨ ਸਿੰਘ ਦੀ ਵੱਡੀ ਭੈਣ ਜਿਹਦਾ ਨਾਂ ਜੋਧਾ ਸੀ, ਉਹ ਲਾਹੌਰ 'ਚ ਮੰਗੀ ਸੀ। ਪਰਿਵਾਰ ਉੱਥੋਂ ਵਾਪਸ ਆ ਗਿਆ ਅਸਾਮ ਤੋਂ, ਪਿਤਾ ਦੇ ਮਰਨ ਤੋਂ ਬਾਅਦ, ਕਿ ਕੁੜੀ ਦਾ ਵਿਆਹ ਕਰਨਾ, ਲਾਹੌਰ ਚੱਲੋ। ਪਿੰਡ ਰਹੇ ਕੁਝ ਦਿਨ, ਕੁਝ ਸਮਾਂ ਹਰਭਜਨ ਸਿੰਘ ਦਾ ਪਰਿਵਾਰ ਭੁੱਲਰ ਪਿੰਡ 'ਚ ਵੀ ਰਿਹਾ, ਹਵੇਲੀ 'ਚ ਆ ਕੇ, ਜਿਹੜੀ ਉਹਦੇ ਪਿਓ ਨੇ ਵਸਣ ਲਈ ਵਸਾਈ ਸੀ, ਪਰ ਜਿਹਦੇ 'ਚ ਰਹਿ ਨਹੀਂ ਸਕੇ। ਪਿੰਡ ਲਈ ਸਾਰਾ ਪਰਿਵਾਰ ਓਪਰਾ ਸੀ, ਪਿੰਡ ਡਰਦਾ ਸੀ, ਮਾਂ ਵੀ ਡਰਦੀ ਸੀ, ਕਿਉਂਕਿ ਪਰਿਵਾਰ 'ਚ ਇੱਕੋ ਬੱਚਾ ਸੀ, ਉਹ ਬਹੁਤ ਛੋਟਾ ਸੀ, ਅਤੇ ਬਾਕੀ ਵੱਡੀਆਂ ਔਰਤਾਂ ਸੀ। ਪਰਿਵਾਰ ਨੇ ਲਾਹੌਰ ਜਾਣ ਦਾ ਫੈਸਲਾ ਕੀਤਾ, ਹਵੇਲੀ ਵੇਚ ਦਿੱਤੀ, ਲਾਹੌਰ ਚਲੇ ਗਏ। ਲਾਹੌਰ ਜਿਸ ਮਹੱਲੇ 'ਚ ਰਹਿੰਦੇ ਸੀ, ਰਾਮਗੜ੍ਹੀਆ ਮਹੱਲੇ 'ਚ, ਗਵਾਲ ਮੰਡੀ ਵਾਲੇ 'ਚ, ਉੱਥੇ ਇੱਕ ਮੁੰਡੇ ਨੇ ਹਰਭਜਨ ਸਿੰਘ ਦੀ ਭੈਣ ਨਾਲ ਇਸ ਕਿਸਮ ਦੀ ਹਰਕਤ ਕਰਨੀ ਸ਼ੁਰੂ ਕੀਤੀ। ਉਸ ਹਰਕਤ ਤੋਂ ਬਾਅਦ ਹਰਭਜਨ ਸਿੰਘ ਦੀ ਮਾਂ ਇੰਨੀ ਵਿਫ ਜਾਂਦੀ ਹੈ ਸ਼ੇਰਨੀ ਬਣ ਕੇ। ਤਾਂ ਉਸ ਪ੍ਰਭਾਵ ਬਾਰੇ ਸੀ ਹਰਭਜਨ ਸਿੰਘ ਦੀ ਇਹ ਕਵਿਤਾ ਮੇਰਾ ਬਚਪਨ। ਉਸ ਨਜ਼ਮ ਦੇ ਵਿੱਚ ਉਹ ਇਸ ਕਿਸਮ ਦੀ ਗੱਲ ਕਰਦਾ ਹੈ। ਫਿਰ ਅੱਗੇ ਜਾ ਕੇ ਤੁਸੀਂ ਦੇਖਦੇ ਆ ਕਿ ਹਰਭਜਨ ਸਿੰਘ ਨੂੰ ਇਛਰਾ ਦੇ ਵਿੱਚ ਉਹ ਸਖੀ ਮਾਸੀ ਦੇ ਘਰ ਰਹਿੰਦੇ ਆ, ਪਰ ਪੈਸੇ ਦੇ ਕੇ ਰਹਿ ਰਿਹਾ। ਉੱਥੇ ਘਰ ਦਾ ਕਿਰਾਇਆ ਆਉਂਦਾ ਸੀਗਾ, ਉਸ ਕਿਰਾਏ ਦੇ ਨਾਲ ਹਰਭਜਨ ਸਿੰਘ ਦਾ ਖਰਚਾ ਚੱਲਦਾ ਸੀ। ਇਹਦੇ ਬਾਵਜੂਦ ਹਰਭਜਨ ਸਿੰਘ ਨੂੰ ਅਣਚਾਹਿਆ ਜੀ ਸਮਝਿਆ ਜਾ ਰਿਹਾ ਸੀਗਾ। ਅਤੇ ਬਾਬਾ ਸੰਤਾ ਸਿੰਘ ਜਿਹੜਾ ਉਹਦੀ ਮਾਸੀ ਦਾ ਸਹੁਰਾ ਸੀ, ਉਹ ਇਸ ਗੱਲ ਦੀ ਔਖ ਮਹਿਸੂਸ ਕਰਦਾ ਸੀਗਾ ਕਿ ਮੇਰੀ ਨੂੰਹ ਨੇ ਮੇਰੇ ਘਰ ਦੀ ਜੜ ਨਹੀਂ ਲਾਈ, ਬੇਗਾਨਾ ਪੁੱਤਰ ਪਾਲ ਰਹੀ ਆ। ਤਾਂ ਉੱਥੇ ਜਿਹੜਾ ਸਭ ਤੋਂ ਵੱਧ ਸਕੂਨ ਮਿਲਦਾ ਹਰਭਜਨ ਸਿੰਘ ਨੂੰ, ਉਹ ਉਹਦੇ ਮੌਲਵੀ ਅਧਿਆਪਕ ਦੀ ਪਤਨੀ ਸੀ, ਜਿਹੜੀ ਨਿਰਸੰਤਾਨ ਸੀ, ਪਰ ਉਹਨੂੰ ਆਪਣੇ ਬੱਚਿਆਂ ਵਾਂਗੂ ਪਿਆਰ ਕਰਦੀ ਸੀ। ਸੋ ਇਸੇ ਤਰ੍ਹਾਂ ਕਰਤਾਰੀ ਉਹਦੇ ਜ਼ਿੰਦਗੀ 'ਚ ਆਉਂਦੀ ਆ ਕੁਝ ਸਮੇਂ ਲਈ। ਮੈਂ ਇਹ ਦੇਖ ਰਿਹਾ ਸੀਗਾ ਕਿ ਹਰਭਜਨ ਸਿੰਘ ਦੀ ਕਵਿਤਾ 'ਚ ਬਾਰ-ਬਾਰ ਔਰਤ ਮੁਖਤਾ ਕਿਉਂ ਆ। ਹਰਭਜਨ ਸਿੰਘ ਦੀ ਪੂਰੀ ਕਿਤਾਬ ਉਦੋਂ ਜਦੋਂ ਉਹਦੀ ਬੇਟੀ ਦਾ ਵਿਆਹ ਹੁੰਦਾ ਆ। ਜਦੋਂ ਹਰਭਜਨ ਸਿੰਘ ਦੀ ਬੇਟੀ ਦਾ ਵਿਆਹ ਹੁੰਦਾ ਆ ਰਸ਼ਮੀ ਦਾ, ਤਾਂ ਹਰਭਜਨ ਸਿੰਘ ਬਹੁਤ ਫਿਰ ਉਸ ਬਗੋਚੇ ਨੂੰ ਮਹਿਸੂਸ ਕਰਦਾ ਕਿ ਜਿਹੜਾ ਬਗੋਚਾ ਉਹਨੂੰ ਮਾਂ, ਦਾਦੀ ਅਤੇ ਭੈਣਾਂ ਦੇ ਮਰਨ ਤੋਂ ਬਾਅਦ ਮਹਿਸੂਸ ਹੋਇਆ ਸੀ। ਉਹਨਾਂ ਦਿਨਾਂ 'ਚ ਹਰਭਜਨ ਸਿੰਘ ਬਹੁਤ ਤਰਲ ਹੋ ਗਿਆ ਸੀ। ਇੰਨਾ ਤਰਲ ਹੋ ਗਿਆ ਸੀ ਕਿ ਉਹਦੀਆਂ ਅੱਖਾਂ 'ਚੋਂ ਅੱਥਰੂ ਨਹੀਂ ਸੀ ਰੁਕਦੇ ਹੁੰਦੇ। ਅਤੇ ਪੂਰੀ ਦੀ ਪੂਰੀ ਉਹਨੇ ਕਿਤਾਬ ਲਿਖੀ ਮਾਵਾਂ ਧੀਆਂ, ਕਿੱਥੇ ਗਈਆਂ ਧੀਆਂ ਅਤੇ ਕਿੱਥੇ ਗਈਆਂ ਮਾਵਾਂ। ਫਿਰ ਉਹਦੇ 'ਚ ਉਹ ਆਪਣੀ ਬੱਚੀ ਨੂੰ ਕਲਪਦਾ ਕਿਵੇਂ ਆ ਕਿ ਬੱਚੀ ਨੂੰ ਤੋਰ ਕੇ ਪਿਓ ਉਦਾਸ ਇਸ ਕਰਕੇ ਖੜ੍ਹਾ ਆ ਕਿ ਬੱਚੀ ਨੇ ਜਿਹੜੇ ਰਸਤੇ ਤੋਂ ਜਾਣਾ ਆ, ਉਸ ਰਸਤੇ 'ਚ ਸ਼ੇਰ ਬਗੀਲੇ ਨੇ, ਚੀਤੇ ਨੇ, ਪਤਾ ਨਹੀਂ ਇਸ ਬੱਚੀ ਦਾ ਕੀ ਕਰਨਗੇ। ਭਾਵ ਸਾਡੇ ਸਮਾਜ ਵਿੱਚ ਇੱਕ ਪਿਤਾ ਆਪਣੀ ਬੱਚੀ ਦੀ ਹੋਂਦ ਨੂੰ ਲੈ ਕੇ ਕਿੰਨਾ ਚਿੰਤਾਤੁਰ ਹੋ ਜਾਂਦਾ ਆ ਕਿ ਉਹਨੂੰ ਇੰਝ ਲੱਗਦਾ ਕਿ ਜਿਵੇਂ ਬੱਚੀ ਨੂੰ ਉਹ ਦੇਸ਼ ਨਿਕਾਲਾ ਦੇ ਰਿਹਾ ਹੋਵੇ। ਖੈਰ, ਮੈਂ ਇਹ ਗੱਲ ਨਹੀਂ ਇੱਥੇ ਕਰਨੀ ਚਾਹੁੰਦਾ, ਮੈਂ ਕਰਨੀ ਹੋਰ ਚਾਹੁੰਦਾ ਸੀਗਾ ਕਿ ਹਰਭਜਨ ਸਿੰਘ ਮਾਂ ਵੱਲ ਕਿਉਂ ਮੁੜ ਜਾਂਦਾ ਵਾਰ-ਵਾਰ। ਤੁਸੀਂ ਦੇਖੋ ਕਿ ਕਦੇ ਜਦੋਂ ਹਰਭਜਨ ਸਿੰਘ ਦੀ ਗੀਤ ਤੀਜੀ ਕਿਤਾਬ ਸੀ, ਵੈਸੇ ਹਰਭਜਨ ਸਿੰਘ ਦੀ ਉਹ ਤੀਸਰੀ ਕਿਤਾਬ ਸੀ ਅਧਰੈਣੀ, ਉਹਦਾ ਪਹਿਲਾ ਗੀਤ ਇਹੀ ਸੀ, ਮਾਏ ਨੀ ਕਿ ਅੰਬਰਾਂ 'ਚ ਰਹਿਣ ਵਾਲੀਏ ਸਾਨੂੰ ਚਾਨਣ ਦੀ ਗਰਾਹੀ ਦੇ ਮਾਏ ਨੀ ਕਿ ਅੱਖਾਂ 'ਚ ਪਰੋ ਕੇ ਚਾਨਣੀ ਸਾਡੇ ਲਿਖਦੇ, ਸਾਡੇ ਮਾਏ ਨੀ ਕਿ ਸੂਈ 'ਚ ਪਰੋ ਕੇ ਚਾਨਣੀ ਸਾਡੇ ਗੰਢ ਦੇ ਨਸੀਬ ਲਗਾਰੇ, ਮਾਏ ਨੀ ਕਿ ਅੰਬਰਾਂ 'ਚ ਰਹਿਣ ਵਾਲੀਏ। ਹੁਣ ਉੱਥੇ ਮਾਂ ਨੂੰ ਯਾਦ ਕਰਦਾ। ਇਸੇ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਐਮਰਜੈਂਸੀ ਲੱਗਦੀ ਆ ਅਤੇ ਇੰਦਰਾ ਗਾਂਧੀ ਨੂੰ ਕਕੇਈ ਕਹਿ ਕੇ ਆਪਣੀ ਮਾਂ ਨੂੰ ਯਾਦ ਕਰਦਾ। ਫਿਰ ਤੁਸੀਂ ਦੇਖੋ ਕਿ ਕਿਸੇ ਨਾ ਕਿਸੇ ਰੂਪ 'ਚ ਕਿਤੇ ਉਹ ਮਾਂ ਅਤੇ ਪੁੱਤਰ ਦੇ ਸੰਬੰਧ ਨੂੰ ਲੈ ਕੇ ਮੇਰਾ ਬਚਪਨ ਨਾਂ ਦੀ ਕਵਿਤਾ ਲਿਖਦਾ ਆ। ਇੱਕ ਨਜ਼ਮ ਉਹਦੀ ਹੋਰ ਬਹੁਤ ਖੂਬਸੂਰਤ ਮੈਨੂੰ ਲੱਗਦੀ ਹੁੰਦੀ ਆ ਕਿ ਉਹ ਨਜ਼ਮ ਸੀ ਕਿ ਜਿਸ ਦਿਨ ਅਟਵਾਲ ਦਾ ਕਤਲ ਹੋਇਆ,
ਜਿਸ ਦਿਨ ਹਰਮੰਦਰ ਸਾਹਿਬ ਚਟਵਾਲ ਦਾ ਕਤਲ ਹੋਇਆ ਤੇ ਹਰਭਜਨ ਸਿੰਘ ਇੱਕ ਗੀਤ ਲਿਖਦਾ ਆ, ਪਰ ਉਹ ਗੀਤ ਪੰਜਾਬੀ 'ਚ ਨਹੀਂ, ਬ੍ਰਜ ਭਾਸ਼ਾ 'ਚ, ਜਿੱਥੇ ਉਹ ਕਹਿੰਦਾ ਕਿ ਹਰਜੀ ਆਪਣਾ ਬੋਧ ਵਿਚਾਰੋ, ਆਪਣੇ ਹੀ ਘਰ ਆਪਣਾ ਹੀ ਜਨ, ਗੈਰਾਂ ਬਾਗ ਦਾ ਮਾਰੋ। ਕਿਉਂ ਮੁੜ ਗਿਆ ਹਰਭਜਨ ਸਿੰਘ ਬ੍ਰਜੀ ਵੱਲ ਨੂੰ? ਬ੍ਰਜੀ ਕਦੇ ਸਿੱਖਾਂ ਦੀ ਸਾਹਿਤਕ ਪਰੰਪਰਾ ਰਹੀ ਆ, ਸਾਹਿਤਕ ਰੀਤ ਰਹੀ ਆ। ਸਿੱਖ ਸਮਾਜ ਬ੍ਰਜੀ 'ਚ ਲਿਖਦਾ ਰਿਹਾ। ਜਦੋਂ ਸਾਡੇ ਸਮਾਜ ਨੂੰ ਕਿਤੇ ਵੀ ਕੋਈ ਔਧੜ ਪੈਂਦੀ ਆ, ਹਰਭਜਨ ਸਿੰਘ ਜਾਂ ਮਾਂ ਵੱਲ ਨੂੰ ਮੁੜ ਜਾਂਦਾ, ਜਾਂ ਮਾਂ ਸੱਭਿਆਚਾਰ ਵੱਲ ਨੂੰ ਮੁੜ ਜਾਂਦਾ ਆ, ਜਾਂ ਮਾਂ ਭਾਸ਼ਾ ਵੱਲ ਨੂੰ ਮੁੜ ਜਾਂਦਾ ਹੈ। ਹਰਭਜਨ ਸਿੰਘ ਦੇ ਸਮਾਜ ਦੀ ਭਾਸ਼ਾ ਪੰਜਾਬੀ ਨਹੀਂ ਸੀ। ਮੈਂ ਇਹ ਗੱਲ ਬੜੀ ਜ਼ਿੰਮੇਵਾਰ ਨਾਲ ਕਹਿ ਰਿਹਾ ਕਿ ਹਰਭਜਨ ਸਿੰਘ ਜਿਸ ਸਿੱਖ ਟ੍ਰੈਡੀਸ਼ਨ 'ਚੋਂ ਉਹਦੇ ਹੁੰਦਾ ਆ, ਵਿਕਸਿਤ ਹੁੰਦਾ ਆ, ਉਸ ਸਿੱਖ ਟ੍ਰੈਡੀਸ਼ਨ ਦੀ ਜਿਹੜੀ ਲਿਟਰੇਰੀ ਭਾਸ਼ਾ ਸੀ, ਉਹਦੇ ਜਿਹੜੀ ਗਿਆਨ ਦੀ ਭਾਸ਼ਾ ਸੀ, ਉਹਦੇ ਗਿਆਨ ਮਮਾਸ਼ਾ ਦੀ ਜਿਹੜੀ ਭਾਸ਼ਾ ਸੀ, ਉਹ ਬ੍ਰਜੀ ਸੀ, ਜਿਹੜੀ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਸਾਰੇ ਜਿਹੜੇ ਸਾਡੇ ਕਾਵਿ ਇਤਿਹਾਸ ਨੇ, ਚਾਹੇ ਉਹ ਜਿੰਨੇ ਸਾਡੇ ਮਹਾਕਵੀ ਕੀ ਸੀ ਸੰਤੋਖ ਸਿੰਘ ਹੋਣ ਜਾਂ ਭਾਈ ਚੌਪਾ ਸਿੰਘ ਹੋਣ, ਰਹਿਤ ਰਾਮ ਹੋਣ, ਸਾਰਾ ਇਤਿਹਾਸ ਜਿਹੜਾ ਸੀਗਾ, ਤੁਸੀਂ 20ਵੀਂ ਸਦੀ ਤੱਕ ਆ ਜਾਓ, ਨਾਮਧਾਰੀਆਂ ਤੱਕ ਆ ਜਾਓ, ਪੂਰੇ ਦੇ ਪੂਰੇ ਜਿਹੜੀ ਗੁਰਬਿਲਾਸ ਦੀ ਪਰੰਪਰਾ ਸੀ, ਗੁਰਬਿਲਾਸ ਦੀ ਪਰੰਪਰਾ ਸਿੱਖੀ ਦੀ ਗਿਆਨ ਮੀਮਾਂਸਾ ਦੀ ਪਰੰਪਰਾ ਸੀ। ਸਾਡੇ ਸਿੱਖੀ ਦੇ ਗਿਆਨ ਮੀਮਾਂਸਾ ਦਾ ਸੱਭਿਆਚਾਰ ਸੀ। ਕਿਤੇ ਹਰਭਜਨ ਸਿੰਘ ਉਹਦੇ ਵੱਲ ਨੂੰ ਮੁੜ ਜਾਂਦਾ, ਕਿਤੇ ਹਰਭਜਨ ਸਿੰਘ ਐਮਰਜੈਂਸੀ 'ਚ ਲਿਖਦਾ ਕਿ ਔਂਤਰਿਆਂ ਨੂੰ ਬਾਜਾਂ ਮਾਰਾਂ, ਕਿੱਧਰ ਗਏ ਹੋ, ਕਿੱਧਰ ਗਏ ਹੋ, ਬਿਨ ਤੁਹਾਡੇ ਨੇ ਬਹੁਤ ਉਜਾੜਾ, ਕਿੱਧਰ ਗਏ ਹੋ। ਮਤਲਬ ਹਰਭਜਨ ਸਿੰਘ ਮਾਂ ਵੱਲ ਨੂੰ ਕਿਉਂ ਮੁੜਦਾ ਆ? ਮੈਨੂੰ ਇਹ ਲੱਗਦਾ ਕਿ ਹਰਭਜਨ ਸਿੰਘ ਨੇ ਦਿਲੋਂ ਇਹ ਗੱਲ ਸਮਝ ਲਈ ਸੀ ਕਿ ਦੁਨੀਆ ਦੇ ਇਤਿਹਾਸ ਨੂੰ ਦੇਖ ਲਓ, ਦੁਨੀਆ ਦੀਆਂ ਸਭਿਅਤਾਵਾਂ ਨੂੰ ਦੇਖ ਲਓ, ਦੋ ਕਿਸਮ ਦੇ ਸੱਭਿਆਚਾਰ ਰਹੇ ਨੇ। ਇੱਕ ਪਿਤਾਮੁਖੀ ਸੱਭਿਆਚਾਰ ਰਿਹਾ ਆ, ਜਿਹੜਾ ਸੱਤਾ ਦਾ ਸੱਭਿਆਚਾਰ ਰਿਹਾ ਆ, ਤੇ ਦੂਜਾ ਮਾਂ-ਮੁਖੀ ਸੱਭਿਆਚਾਰ ਰਿਹਾ ਆ, ਜਿਹੜਾ ਸਮਾਨਤਾ ਦਾ, ਬਰਾਬਰੀ ਦਾ, ਦਇਆ ਦਾ ਤੇ ਕਰੁਣਾ ਦਾ। ਦਇਆ ਤੇ ਕਰੁਣਾ ਦੇ ਮੈਂ ਬਾਰੇ ਗੱਲ ਕਰਨੀ ਚਾਹੁੰਦਾ ਕਿ ਹਰਭਜਨ ਸਿੰਘ ਦੀ ਸਾਰੀ ਕਵਿਤਾ ਵਿੱਚ ਮਾਂ ਦੀ ਪ੍ਰਧਾਨਤਾ ਇਸ ਕਰਕੇ ਆ ਕਿ ਮਾਂ ਦਇਆ ਤੇ ਕਰੁਣਾ ਦਾ ਰੂਪ ਹੁੰਦੀ ਆ। ਮਾਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਸੰਤਾਨ ਲਈ, ਮਾਂ, ਜਦੋਂ ਮੈਂ ਮਾਂ ਦੀ ਗੱਲ ਕਰ ਰਿਹਾ ਤਾਂ ਮੈਂ ਜਿਹੜੀ ਬਾਇਓਲੋਜੀਕਲ ਮਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਸੱਭਿਆਚਾਰਕ ਮਾਂ ਦੀ ਗੱਲ ਵੀ ਕਰ ਰਿਹਾ, ਕਿ ਮੈਂ ਸਭਤਾਵਾਂ ਤੋਂ ਤੁਰੀ ਆਉਂਦੀ ਰੀਤ ਵਾਲੀ ਮਾਂ ਦੀ ਗੱਲ ਵੀ ਕਰ ਰਿਹਾ। ਹਰਭਜਨ ਸਿੰਘ ਦੇ ਜਦੋਂ ਹਰਭਜਨ ਸਿੰਘ ਤੇ ਕਦੇ ਵੀ ਸੰਕਟ ਬਣਦਾ ਆ, ਐਮਰਜੈਂਸੀ ਲੱਗਦੀ ਆ, ਤਾਂ ਉਹ ਮਾਂ ਨੂੰ ਬਾਜਾਂ ਮਾਰਦਾ ਕਿ ਔਂਤਰਿਆਂ ਨੂੰ ਬਾਜਾਂ ਮਾਰਾਂ ਨਾਂ ਦੀ ਕਵਿਤਾ ਲਿਖਦਾ ਆ। ਜੇ ਦਿੱਲੀ 'ਚ 84 ਦੇ ਦੰਗੇ ਹੁੰਦੇ ਨੇ, ਹਰਭਜਨ ਸਿੰਘ ਦਾ ਸਾਰਾ ਪਰਿਵਾਰ ਦੂਰ ਭੇਜ ਦਿੱਤਾ ਜਾਂਦਾ, ਇਕੱਲਾ ਹਰਭਜਨ ਸਿੰਘ ਘਰ 'ਚ ਆ, ਰਾਤ ਨੂੰ ਉਹਦੇ ਮੁਹੱਲੇ 'ਚ ਬਲਵਈ ਆਉਂਦੇ ਨੇ ਤੇ ਉਹਨੂੰ ਲੱਗਦਾ ਕਿ ਹੁਣ ਗਏ, ਹੁਣ ਮਰੇ, ਤਾਂ ਉਹ ਆਪਣੀ ਮਾਂ ਨੂੰ ਯਾਦ ਕਰਦਾ ਹੈ। ਤੇ ਮਾਂ ਨੂੰ ਯਾਦ ਕਰਕੇ ਉਹ ਆਪਣਾ ਉਹ ਖੂਬਸੂਰਤ ਗੀਤ ਲਿਖਦਾ ਆ, ਜਿਹਦੇ ਬਾਰੇ ਮੈਂ ਬਾਰ-ਬਾਰ ਇਹ ਕਹਿੰਦਾ ਹੁੰਦਾ ਕਿ ਹਰਭਜਨ ਸਿੰਘ ਬਹੁਤ ਮਾਂ-ਮੁਖੀ ਆ। ਮਾਂ ਤੇਰੇ ਸਦਕੇ, ਮਾਂ ਤੇਥੋਂ ਬਾਰੀ, ਮਾਂ ਤੇਰੀ ਜੋਗੀ, ਮਾਂ ਤੁਧਵੰਤੀ। ਮਾਂ ਹੀ ਆ ਜਿਹੜੀ ਬੱਚੇ ਜੋਗੀ ਹੁੰਦੀ ਆ, ਪਿਓ ਬੱਚੇ ਜੋਗਾ ਨਹੀਂ ਹੁੰਦਾ। ਇਸੇ ਤਰ੍ਹਾਂ ਮਾਂ ਰੀਤ ਤੇ ਮਾਂ ਸੱਭਿਆਚਾਰ ਹੀ ਮਨੁੱਖਤਾ ਜੋਗਾ ਹੁੰਦਾ ਆ। ਜਿਵੇਂ ਮਾਂ ਆਪਣੇ ਬੱਚਿਆਂ ਜੋਗੀ ਹੁੰਦੀ ਹੈ, ਤੁਧਵੰਤੀ ਹੁੰਦੀ ਆ, ਇਸੇ ਤਰ੍ਹਾਂ ਮਾਂ ਰੀਤ, ਮਾਂ ਸੱਭਿਆਚਾਰ ਤੇ ਮਾਂ ਪਰੰਪਰਾ ਵਿਚਲਾ ਗਿਆਨ ਉਹ ਵੀ ਬੱਚੇ ਲਈ, ਉਹਦੇ ਵੀ ਸਮਾਜ ਲਈ ਹੁੰਦਾ ਆ। ਮਾਂ ਤੇਰੇ ਸਦਕੇ, ਮਾਂ ਤੇਥੋਂ ਬਾਰੀ, ਮਾਂ ਤੇਰੀ ਜੋਗੀ, ਮਾਂ ਤੁਧਵੰਤੀ। ਜਦੋਂ ਜਦੋਂ ਤੈਨੂੰ ਭੁੱਖ ਵੇ ਸਤਾਏ, ਟੁੱਕਰ ਬਗਾਨਾ ਤੇਥੋਂ ਮੰਗਿਆ ਨਾ ਜਾਏ, ਚੁੱਪ-ਚਾਪ ਚਾਂਗਰ ਚਿਚਲਾਏ, ਉਦੋਂ ਉਦੋਂ ਹਾਜ਼ਰ ਮਾਂ ਤੁਧਵੰਤੀ। ਮੁਲਕ ਤੇ ਮੌਸਮ ਜਿਸ ਦਮ ਕਾਲੇ, ਰਾਹ ਰਸਤੇ ਨਾ ਦੇਣ ਬਖਾਲੇ, ਕਿਤੇ ਨਾ ਕੋਈ ਬੱਤੀ ਬਾਲੇ, ਕੂੜ ਕਮਾਵੇ ਫੱਕੜ ਤੋਲੇ, ਬੋਲ ਵੀ ਤੇਰੇ ਹੋਣ ਅਬੋਲੇ, ਉਦੋਂ ਉਦੋਂ ਮਾਂ, ਉਦੋਂ ਉਦੋਂ ਬੋਲੇ ਮਾਂ ਬੁੱਧਵੰਤੀ। ਜਾ ਕੇ ਕਹਿੰਦਾ ਕਿ ਕਿਰਤ ਕਣਾ ਜਦੋਂ ਤੇਗਾਂ ਫੜੀਆਂ, ਪਿਆਰ ਤੇ ਬੜੀਆਂ ਪੁੱਠੀਆਂ ਘੜੀਆਂ, ਮੈਂ ਹਾਜ਼ਰ ਤੇਰੇ ਸੰਗ ਖੜੀਆਂ, ਜੂਝ ਮਰੇ ਤੇਰੀ ਮਾਂ ਜੁੱਧਵੰਤੀ। ਸੋ ਇਹ ਜਿਹੜੇ ਮਾਂ ਦੇ ਰੂਪ ਨੇ, ਤੁਧਵੰਤੀ ਮਾਂ ਵਾਲਾ ਰੂਪ, ਦੁੱਧਵੰਤੀ ਮਾਂ ਵਾਲਾ ਰੂਪ, ਸੁੱਧਵੰਤੀ ਮਾਂ ਵਾਲਾ ਰੂਪ, ਬੁੱਧਵੰਤੀ ਮਾਂ ਵਾਲਾ ਰੂਪ ਤੇ ਜੁੱਧਵੰਤੀ ਮਾਂ ਵਾਲਾ ਰੂਪ, ਹਰਭਜਨ ਸਿੰਘ ਕਦੇ ਕਦੇ ਇਹਨੂੰ ਚੇਤੇ ਕਰ ਲੈਂਦਾ ਆ। ਸੋ ਮੈਨੂੰ ਇਹ ਲੱਗਦਾ ਹੁੰਦਾ ਕਿ ਹਰਭਜਨ ਸਿੰਘ ਦੀ ਜਿਹੜੀ ਸਾਰੀ ਸ਼ਕਤੀ ਆ ਉਹ ਇਸ ਗੱਲ 'ਚ ਪਈ ਆ ਕਿ ਇੱਕ ਤਾਂ ਹਰਭਜਨ ਸਿੰਘ ਸਾਡੀਆਂ ਦੇਸੀ ਗਿਆਨ ਪਰੰਪਰਾਵਾਂ ਨੂੰ, ਸਾਡੀਆਂ ਪੂਰਬ ਦੀਆਂ ਗਿਆਨ ਪਰੰਪਰਾਵਾਂ ਨੂੰ ਤੇ ਪੱਛਮ ਦੀਆਂ ਗਿਆਨ ਪਰੰਪਰਾਵਾਂ ਨੂੰ ਇੱਕ ਦੂਜੇ ਦੇ ਸਮਵਿੱਥ ਪੜ੍ਹਦਾ ਆ, ਤੇ ਪੱਛਮ ਤੋਂ ਆਉਣ ਵਾਲੇ ਸਾਰੇ ਚਿੰਤਨ ਨੂੰ ਪੂਰਬ ਦੀਆਂ ਪਰੰਪਰਾਵਾਂ ਅਨੁਸਾਰ ਦੇਖਣ ਦਾ ਯਤਨ ਕਰਦਾ ਆ। ਤੇ ਉਹ ਮੈਨੂੰ ਇੰਝ ਨਹੀਂ ਲੱਗਦਾ ਵੀ ਹਰਭਜਨ ਸਿੰਘ ਦਾ ਕੋਈ ਇਸ ਕਿਸਮ ਦਾ ਮੋਹ ਹੋਵੇ। ਹਰਭਜਨ ਸਿੰਘ ਅਵਚੇਤਨ ਦੇ ਪੱਖੋਂ ਹਰਭਜਨ ਸਿੰਘ ਸਿੱਖ ਆ, ਪਰ ਹਰਭਜਨ ਸਿੰਘ ਸਿੰਘ ਸਵਾਈ
ਲਹਿਰ ਦੇ ਵਿਚੇਤਨ ਵਾਲਾ ਸਿੱਖ ਨਹੀਂ ਕਿ ਜਿਹੜਾ ਸਿੱਖਾਂ ਨੂੰ ਦੂਜੇ ਧਰਮਾਂ ਤੋਂ ਵਡਿਆ ਕੇ ਪੇਸ਼ ਕਰਦਾ ਹੋਵੇ। ਹਰਭਜਨ ਸਿੰਘ ਦਾ ਆਪਣਾ ਸਾਰਾ ਜਿਹੜੀ ਤੁਸੀਂ ਪੜ੍ਹਾਈ ਲਿਖਾਈ ਦੇਖ ਲਓ, ਉਹ DAV ਸਕੂਲਾਂ ਦੀ ਪ੍ਰੋਡਕਟ ਸੀ, DAV ਸਕੂਲਾਂ 'ਚ ਪੜ੍ਹਿਆ ਸੀ। ਸੋ ਮੈਨੂੰ ਇਹ ਲੱਗਦਾ ਕਿ ਇੱਕ ਤਾਂ ਹਰਭਜਨ ਸਿੰਘ ਦੀ ਪ੍ਰਾਪਤੀ ਇਹ ਆ ਕਿ ਉਹ ਗਿਆਨ ਦੀਆਂ ਦੋਨਾਂ ਧਾਰਾਵਾਂ ਨੂੰ ਆਪਣੇ ਅੰਦਰ ਰਚਾਉਂਦਾ ਆ, ਆਤਮਸਾਤ ਕਰਦਾ ਆ, ਅਤੇ ਫਿਰ ਉਹਨਾਂ ਨਾਲ ਸੰਵਾਦ ਰਚਾਉਂਦਾ ਆ। ਦੂਜੀ ਹਰਭਜਨ ਸਿੰਘ ਦੀ ਪ੍ਰਾਪਤੀ ਇਸ ਗੱਲ ਦੀ ਆ ਕਿ ਉਹ ਆਧੁਨਿਕ ਸਾਹਿਤ ਚਿੰਤਨ ਨਾਲ, ਆਧੁਨਿਕ ਸਾਹਿਤ ਗਿਆਨ ਮੀਮਾਂਸਾ ਨਾਲ ਜੁੜਿਆ ਹੋਣ ਦੇ ਬਾਵਜੂਦ, ਇਹਦੇ ਬਾਵਜੂਦ ਉਹ ਸਾਡੀ ਜਿਹੜੀ ਲੋਕ ਧਰਾਈ ਪਰੰਪਰਾ ਆ, ਸਾਡੀ ਜਿਹੜੀ ਲੋਕ ਦਰਸ਼ਨ ਦੀ ਪਰੰਪਰਾ ਆ, ਸਾਡੀ ਜਿਹੜੀ ਲੋਕ ਰੀਤ ਆ, ਉਹਦੇ ਨਾਲ ਬਹੁਤ ਗਹਿਰਾ ਜੁੜਿਆ ਆ। ਇਸੇ ਕਰਕੇ ਉਹ ਬਹੁਤ ਸਾਰੇ ਖੂਬਸੂਰਤ ਗੀਤ ਲਿਖਦਾ ਆ। ਔਰ ਇਹ ਅਹਿਸਾਸ ਹਰਭਜਨ ਸਿੰਘ ਨੂੰ ਆਪਣੀ ਕਵਿਤਾ ਦੇ ਆਰੰਭ ਤੋਂ ਲੈ ਕੇ ਆਪਣੀ ਕਵਿਤਾ ਦੇ ਆਖਰੀ ਪੜਾਅ ਤੱਕ ਹਰਭਜਨ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਰਿਹਾ। ਮੈਨੂੰ ਯਾਦ ਆ ਕਿ ਹਰਭਜਨ ਸਿੰਘ ਦਾ ਜਦੋਂ ਪਹਿਲੀ ਕਿਤਾਬ ਛਪੀ ਸੀ, ਜਿਹੜਾ ਉਹਦਾ ਪਹਿਲਾ ਹੀ ਗੀਤ ਸੀ, ਉਸ ਗੀਤ ਵਿੱਚ ਹੀ ਹਰਭਜਨ ਸਿੰਘ ਨੇ ਕਿਸੇ ਹਉਮੈ ਕਰਕੇ ਸਵੀਕਾਰ ਨਹੀਂ ਸੀ ਕੀਤਾ, ਆਪਣੀ ਸੁਚੇਤਨਾ ਕਰਕੇ ਸਵੀਕਾਰ ਕੀਤਾ ਸੀ ਕਿ ਮੈਂ ਦੂਜਿਆਂ ਵਰਗਾ ਨਹੀਂ ਹਾਂ। ਉਹਨੇ ਉਹਨਾਂ ਦਿਨਾਂ 'ਚ ਤਾਰਾ ਸਿੰਘ ਦੀ ਕਿਤਾਬ ਦੀ ਭੂਮਿਕਾ ਲਿਖੀ, ਉਹਨਾਂ ਦੀ ਦਿਨਾਂ 'ਚ ਉਹਨੇ ਮਿੱਟੀ ਰੋਈ, ਹਜ਼ਾਰਾ ਸਿੰਘ ਗੁਰਦਾਸਪੁਰੀ ਦੀ ਕਵਿਤਾ ਦੀ ਭੂਮਿਕਾ ਲਿਖੀ, ਅਤੇ ਨਾਲ ਹੀ ਆਪਣਾ ਉਹ ਗੀਤ ਲਿਖਿਆ ਜਿਹਦੇ 'ਚੋਂ ਕਹਿੰਦਾ ਕਿ ਐ ਇੱਕ ਤਾਰਾ ਹੋਰ, ਇਹਦੀ ਝਾਲ ਵਿਲੱਖਣ ਲਿਸ਼ਕਵਣੀ, ਇਹਦੀ ਝਲਮਲ ਨਵੀਂ ਨਕੋਰ, ਪਰ ਇਹਨੂੰ ਵੀ ਲੱਖ ਤਾਰਿਆਂ ਦੇ ਪਿੜ ਵਿੱਚ ਦੇਵੋ ਜੋ। ਉਹਨੂੰ ਆਪਣੇ ਨਿਆਰਾ ਹੋਣ ਦਾ ਵੱਖਰਾ ਪਤਾ ਸੀ, ਉਹਨੂੰ ਅਹਿਸਾਸ ਸੀ ਇਸ ਗੱਲ ਦਾ। ਉਹਨੇ ਇੱਕ ਥਾਂ ਹੋਰ ਵੀ ਲਿਖਿਆ ਆ ਕਿ ਮੈਂ ਵੱਡਾ ਸ਼ਾਇਰ ਆ, ਮੈਨੂੰ ਪਤਾ ਆ, ਕਿਉਂਕਿ ਮੇਰੇ ਦੁਸ਼ਮਣ ਬਹੁਤ ਆ। ਵੱਡੇ ਬੰਦੇ ਦੇ ਦੁਸ਼ਮਣ ਹੁੰਦੇ ਆ, ਵੱਖਰੀ ਸੋਚ ਵਾਲੇ ਬੰਦੇ ਦੇ ਦੁਸ਼ਮਣ ਹੁੰਦੇ ਆ। ਉਹਨੇ ਕਿਹਾ ਸੀ ਕਿ ਮੈਂ ਹਰਮਨ ਪਿਆਰਾ ਅਧਿਆਪਕ ਸੀ, ਇਹਨੇ ਵੀ ਮੇਰੇ ਦੁਸ਼ਮਣ ਪੈਦਾ ਕੀਤੇ। ਮੈਂ ਵੱਡਾ ਸ਼ਾਇਰ ਸੀ, ਇਹਨੇ ਵੀ ਮੇਰੇ ਦੁਸ਼ਮਣ ਪੈਦਾ ਕੀਤੇ। ਮੈਂ ਵੱਡਾ ਚਿੰਤਨ ਕੀਤਾ, ਇਹਨੇ ਵੀ ਮੇਰੇ ਦੁਸ਼ਮਣ ਪੈਦਾ ਕੀਤੇ। ਸੋ ਜਿਹੜਾ ਸੰਵਾਦ ਨਹੀਂ ਰਚਾਊਗਾ ਉਹਦਾ ਵਿਰੋਧ ਨਹੀਂ ਹੋਊਗਾ। ਹਰਭਜਨ ਸਿੰਘ ਇਹਨਾਂ ਸਾਰੀਆਂ ਵਿਰੋਧੀ ਸੰਵਾਦੀ ਸੁਰਾਂ ਦੇ ਬਾਵਜੂਦ ਹਰਭਜਨ ਸਿੰਘ ਸਵੀਕਾਰਿਆ ਗਿਆ। ਸਵੀਕਾਰਿਆ ਇਸ ਕਰਕੇ ਗਿਆ ਕਿ ਉਹ ਸੱਚੀ ਮੁੱਚੀ ਬਹੁਤ ਵੱਡੇ ਪੰਨੇ ਵਾਲਾ ਕਵੀ ਸੀ। ਉਹਦੇ ਪੱਲੇ 'ਚ ਬਹੁਤ ਕੁਝ ਐਸਾ ਸੀ। ਖਾਸ ਤੌਰ 'ਤੇ ਹਰਭਜਨ ਸਿੰਘ ਦੇ ਕੋਲ ਬੈਠ ਕੇ ਉਹਦੀ ਕਵਿਤਾ ਸੁਣਨ ਦਾ ਬੜਾ ਹੀ ਇੱਕ ਸੁਖਦਾਈ ਅਨੁਭਵ ਹੁੰਦਾ ਸੀ। ਜਿਵੇਂ ਤੁਸੀਂ ਕਿਸੇ ਫਕੀਰ ਦੇ ਤਕੀਏ ਤੋਂ ਸ਼ਾਮ ਨੂੰ ਕਿਸੇ ਫਕੀਰ ਦੀ ਸਦਾ ਸੁਣਦੇ ਹੋਵੋ, ਜਾਂ ਕਿਤੇ ਬਹੁਤ ਗਰਮ ਹਵਾ ਅਤੇ ਤਪਦੀਆਂ ਜੇਠਾਂ 'ਚ ਧਰਤੀ 'ਤੇ ਪਹਿਲੀ ਵਾਰ ਮੀਂਹ ਪੈਂਦਾ ਆ, ਉਹਦੀ ਜਿਹੜੀ ਕਲੀਆਂ ਦੀ ਸੁਗੰਧੀ ਆ ਧਰਤੀ 'ਚ ਉੱਠਦੀ, ਉਹ ਸੁਣੀ ਹੋਵੇ ਕਿਸੇ ਨੇ। ਹਰਭਜਨ ਸਿੰਘ ਨੇ ਆਪ ਵੀ ਇਸ ਕਵਿਤਾ ਬਾਰੇ ਹਰਭਜਨ ਸਿੰਘ ਨੇ ਆਪ ਵੀ ਕਿਹਾ ਸੀਗਾ ਕਿ ਸਿਖਰ ਦੁਪਹਿਰਾਂ ਵਿੱਚ ਮੈਂ ਸੁਣਦਾ ਹਾਂ ਇੱਕ ਕੋਇਲ ਦਾ ਬੋਲ। ਹੁਣ ਹਰਭਜਨ ਸਿੰਘ ਨੂੰ ਲੱਗਦਾ ਸੀਗਾ ਕਿ ਕਵਿਤਾ ਕੋਇਲ ਦੇ ਬੋਲ ਵਰਗੀ ਹੁੰਦੀ ਵੀ ਆ। ਨਾਲ ਦੀ ਨਾਲ ਹਰਭਜਨ ਸਿੰਘ ਨੇ ਇਸ ਗੱਲ ਨੂੰ ਵੀ ਮਹਿਸੂਸ ਕਰ ਲਿਆ ਸੀਗਾ ਕਿ ਕਵਿਤਾ ਮੇਰੀ ਬੰਸਰੀ ਵਰਗੀ ਨਹੀਂ ਹੁੰਦੀ। ਇਹ ਗੱਲ ਵੱਖਰੀ ਆ ਕਿ ਹਰਭਜਨ ਸਿੰਘ ਨੇ ਸੇਖੋਂ ਦੀ ਖੜਕਾਈ ਇਸ ਕਰਕੇ ਕੀਤੀ ਕਿ ਹਰਭਜਨ ਸਿੰਘ ਕਵਿਤਾ ਨੂੰ ਬੰਸਰੀ ਨਹੀਂ ਸੀ ਸਮਝਦਾ, ਪਰ ਹਰਭਜਨ ਸਿੰਘ ਨੇ ਇੱਕ ਪੜਾਅ 'ਤੇ ਬੜੇ ਸੋਹਲ ਪ੍ਰਗੀਤ ਵੀ ਲਿਖੇ ਅਧਰੈਣੀ ਦੇ ਵਿੱਚ। ਪਰ ਇੱਕ ਪੜਾਅ ਐਸਾ ਵੀ ਆਇਆ ਕਿ ਜਦੋਂ ਹਰਭਜਨ ਸਿੰਘ ਆਪਣੇ ਦੌਰ ਦੇ ਹਰ ਘਟਨਾ ਨੂੰ, ਜਿਹਨੂੰ ਮੈਂ ਕਹਿ ਰਿਹਾ ਸੀ ਕਿ ਇਤਿਹਾਸ ਦਾ ਕੋਈ ਐਸਾ ਛਿਣ ਨਹੀਂ ਜਿਹਨੂੰ ਹਰਭਜਨ ਸਿੰਘ ਨੇ ਰਿਸਪੌਂਡ ਨਾ ਕੀਤਾ ਹੋਵੇ, ਚਾਹੇ ਉਹ ਦੇਸ਼ ਦੀ ਵੰਡ ਹੋਵੇ, 47 ਦਾ ਵੇਲਾ ਹੋਵੇ, ਚਾਹੇ ਉਹ 65 ਦੀਆਂ ਜੰਗਾਂ ਹੋਣ, ਇੰਡੋ ਪਾਕ ਵਾਰ ਹੋਵੇ। ਇੰਡੋ ਪਾਕ ਵਾਰ ਦੇ ਵਿੱਚ ਖਾਸ ਤੌਰ 'ਤੇ ਉਹਨੇ ਪਦਮਾ ਰਜ਼ਾ ਕਦੀਮੀ ਹੋ ਜਾ, ਅਸਾਂ ਪਾਰਲੇ ਕੱਢੇ ਜਾਣਾ, ਜਾਂ ਜਦੋਂ ਉਹ ਇਹ ਕਹਿ ਰਿਹਾ ਕਿ ਜਿਹੜਾ ਪਦਮਾ ਦੇ ਦਰਿਆ ਦੇ ਕਿਨਾਰੇ 'ਤੇ ਜਿਸ ਕਵੀ ਨੂੰ ਕਤਲ ਕਰ ਦਿੱਤਾ ਸਰਕਾਰ ਨੇ, ਉਦੋਂ ਇਹ ਕਵਿਤਾ ਲਿਖਦਾ ਆ, ਕਹਿੰਦਾ ਵੀ ਆਪਣੇ ਮੱਥੇ 'ਚ ਇੱਕ ਜਗਦੀ ਜੋਤ ਲੈ ਕੇ ਇਹ ਕੋਈ ਜੀਣਾ ਸੌਖਾ ਥੋੜ੍ਹਾ ਹੁੰਦਾ। ਜਦੋਂ ਕਵੀ ਮੱਥੇ 'ਚ ਜਗਦੀ ਜੋਤ ਵਾਲਾ ਹੋਏਗਾ ਤਾਂ ਕਤਲ ਹੋਏਗਾ, ਅਤੇ ਫਿਰ ਰੇਤ ਦੇ ਉਹਦੀਆਂ ਪੈੜਾਂ ਦੇ ਉੱਤੇ ਖੂਨ ਦੇ ਨਿਸ਼ਾਨ ਵੀ ਤੁਹਾਨੂੰ ਮਿਲਣਗੇ। ਸੋ ਹਰਭਜਨ ਸਿੰਘ ਨਰੋਲ ਇੱਕ ਗੱਲ ਹੋਰ, ਹਰਭਜਨ ਸਿੰਘ ਸਾਹਿਤਕ ਪੋਜੀਸ਼ਨ ਤਾਂ ਇਹ ਲੈਂਦਾ ਰਿਹਾ ਕਿ ਸਾਹਿਤ ਦਾ ਸਮਾਜ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ। ਹਰਭਜਨ ਸਿੰਘ ਨੇ ਪੋਜੀਸ਼ਨ ਤਾਂ ਇਹ ਲਈ, ਪਰ ਕ੍ਰੀਏਟਿਵ ਰਾਈਟਰ ਦੇ ਤੌਰ 'ਤੇ ਹਰਭਜਨ ਸਿੰਘ ਦਾ ਵਿਵਹਾਰ ਸਾਨੂੰ ਇਹ ਦੱਸਦਾ ਆ ਕਿ ਹਰਭਜਨ ਸਿੰਘ ਦੀ ਕਵਿਤਾ ਪੰਜਾਬੀ ਸਮਾਜ ਦੇ ਪਿਛਲੇ ਪੌਣੀ ਸਦੀ ਦੇ ਸਫ਼ਰ ਦੇ ਦੌਰਾਨ ਹਰ ਘਟਨਾ ਨੂੰ ਰਿਸਪੌਂਡ ਕਰਦੀ ਰਹੀ ਆ, ਚਾਹੇ ਉਹ ਐਮਰਜੈਂਸੀ ਹੋਵੇ, ਚਾਹੇ ਉਹ 84 ਦੇ ਦੰਗੇ ਹੋਣ। ਹਰਭਜਨ ਸਿੰਘ ਨੇ ਸਿੱਖਾਂ ਦੇ ਉੱਤੇ ਹੋ ਰਹੇ ਦਮਨ ਬਾਰੇ ਵੀ ਲਿਖਿਆ, ਅਤੇ ਸਿੱਖ ਖਾੜਕੂਆਂ ਨੂੰ ਵੀ ਹਰਭਜਨ ਸਿੰਘ ਨੇ ਕੁਰਾਹੇ ਪਏ ਮੁੰਡੇ ਕਿਹਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੁੰਦਾ ਕਿ ਹਰਭਜਨ ਸਿੰਘ ਦੀ ਕਵਿਤਾ ਨੂੰ ਪੜ੍ਹਦਿਆਂ ਮੈਂ ਆਪਣੀ ਗੱਲ ਸਮਾਪਤ ਕਰਾਂ। ਮੈਨੂੰ ਅਰਨਲਡ ਹੌਜ਼ਲ ਦਾ ਕਥਨ ਚੇਤੇ ਆ ਗਿਆ। ਉਹਦਾ ਕਥਨ ਇਹ ਆ ਕਿ ਨੋ ਡਾਊਟ everything in art is socially conditioned, but it is not possible to explain the art in sociological terms। ਇਹ ਗੱਲ ਸੱਚੀ ਆ ਕਿ ਸਾਹਿਤ ਸਮਾਜ ਦਾ ਹੀ ਪ੍ਰਤਾਉ ਹੁੰਦਾ, ਸਮਾਜ ਦੇ ਵਰਤਾਰਿਆਂ ਦਾ ਹੀ ਪ੍ਰਤਾਉ ਹੁੰਦਾ ਆ, ਪਰ ਸਾਹਿਤ ਨੂੰ ਕੇਵਲ ਸੋਸ਼ੀਓਲੋਜੀਕਲ ਟਰਮਾਂ ਵਿੱਚ ਨਹੀਂ ਵਿਆਖਿਆ ਉਹਦੀ ਕੀਤੀ ਜਾ ਸਕਦੀ। ਸਾਨੂੰ ਕਵੀ ਦੇ ਉਸ ਅੰਤਰੰਗ ਪੱਖ ਨਾਲ ਵੀ ਜੁੜਨਾ ਪੈਂਦਾ ਆ,
ਸਾਡੇ ਸਮਾਜ ਦੀਆਂ ਉਹਨਾਂ ਵਰਤਾਰਿਆਂ ਨਾਲ ਵੀ ਜੁੜਨਾ ਪੈਂਦਾ ਆ। ਅਤੇ ਕਵੀ ਦੀ ਕੋਈ ਨਾ ਕੋਈ ਕੁੰਡੀ ਹੁੰਦੀ ਆ, ਕਵੀ ਦੇ ਜੀਵਨ ਦਾ ਕੋਈ ਨਾ ਕੋਈ ਪੇਚ ਹੁੰਦਾ ਆ, ਅਤੇ ਕਵੀ ਦੀ ਉਸ ਪੇਚ ਦੀ ਵੀ ਤਲਾਸ਼ ਕਰਨੀ ਪੈਂਦੀ ਹੁੰਦੀ ਆ। ਮੈਂ ਸਮਝਦਾ ਕਿ ਹਰਭਜਨ ਸਿੰਘ ਨੂੰ ਸਮਝਣ ਲਈ ਤਾਂ ਅੱਜ ਬਹੁਤ ਕੁਝ ਹੋਰ ਕਰਨ ਦੀ ਲੋੜ ਆ। ਮੈਂ ਫਿਰ ਤੁਹਾਡਾ ਸਾਰਿਆਂ ਦਾ ਮਸ਼ਕੂਰ ਆ ਕਿ ਤੁਸੀਂ ਮੇਰੀ ਗੱਲ ਨੂੰ ਇੰਨੀ ਤਵੱਜੋ ਨਾਲ ਸੁਣਿਆ। ਮਿਹਰਬਾਨੀ, ਥੈਂਕ ਯੂ। ਬਹੁਤ ਸ਼ੁਕਰੀਆ ਪ੍ਰੋਫੈਸਰ ਸੁਖਦੇਵ ਸਿੰਘ ਜੀ। ਜਿਵੇਂ ਕਿ ਅੱਜ ਅਸੀਂ ਡਾਕਟਰ ਹਰਭਜਨ ਸਿੰਘ ਦੀ ਸਿਰਜਣਾ ਅਤੇ ਸੰਵਾਦ ਵਿਸ਼ੇ 'ਤੇ ਇੱਕ ਬਹੁਤ ਹੀ ਭਰਪੂਰ ਗਿਆਨਵਾਨ ਭਾਸ਼ਣ ਸੁਣਿਆ। ਡਾਕਟਰ ਸੁਖਦੇਵ ਸਿੰਘ ਹੋਰਾਂ ਨੇ ਡਾਕਟਰ ਹਰਭਜਨ ਸਿੰਘ ਦੀ ਸਿਰਜਣਾ ਨਾਲ ਸੰਬੰਧਿਤ ਖਾਸ ਤੌਰ 'ਤੇ ਜਿਹੜੀ ਉਹਨਾਂ ਦੀ ਕਵਿਤਾ ਦੀ ਰਚਨਾ, ਕਵਿਤਾ ਦੀ ਵਿਚਾਰਧਾਰਾ, ਉਹਦੇ ਦਾਰਸ਼ਨਿਕ ਆਧਾਰਾਂ ਬਾਰੇ ਇੰਨੇ ਵਿਸਥਾਰ ਔਰ ਭਾਵਪੂਰਨ ਢੰਗ ਨਾਲ ਸਾਡੇ ਸਾਹਮਣੇ ਰੱਖਿਆ ਕਿ ਵਾਕਈ ਉਹ ਤੋਂ ਪ੍ਰਭਾਵਿਤ ਕੋਈ ਬਿਨਾ ਨਹੀਂ ਰਿਹਾ ਜਾ ਸਕਦਾ। ਕਿਉਂਕਿ ਪ੍ਰੋਫੈਸਰ ਸੁਖਦੇਵ ਸਿੰਘ ਹੋਰਾਂ ਦਾ ਬਹੁਤ ਲੰਮਾ ਸਮਾਂ ਅਧਿਐਨ ਅਤੇ ਅਧਿਆਪਨ ਦਾ ਰਿਹਾ। ਉਹ ਡਾਕਟਰ ਹਰਭਜਨ ਸਿੰਘ ਦੀ ਇੱਕ ਇੱਕ ਰਚਨਾ ਉਹਨਾਂ ਨੇ ਕਿੰਨੇ ਵਾਰੀ ਪੜ੍ਹੀ ਆ ਅਤੇ ਉਹਦੇ ਬਾਰੇ ਲਿਖਿਆ ਵੀ ਆ। ਨਿੱਜੀ ਤੌਰ 'ਤੇ ਵੀ ਉਹਨਾਂ ਦਾ ਸੰਪਰਕ, ਉਹਨਾਂ ਦੀ ਸਿਰਜਣਾ, ਉਹਨਾਂ ਦੇ ਸੰਵਾਦ ਨਾਲ ਰਿਹਾ। ਸੋ ਬਹੁਤ ਸਾਰੀਆਂ ਗੱਲਾਂ ਸੀ। ਖਾਸ ਤੌਰ 'ਤੇ ਜਦੋਂ ਪ੍ਰੋਫੈਸਰ ਸੁਖਦੇਵ ਸਿੰਘ ਹੋਰਾਂ ਨੇ ਕਿਹਾ ਕਿ ਹਰਭਜਨ ਸਿੰਘ ਹੋਰਾਂ ਦੀ ਕਵਿਤਾ ਦੇ ਜਿਹੜੇ ਆਧਾਰ ਨੇ ਜਾਂ ਜਿਹੜੇ ਸਿਰਜਨਾਤਮਕ ਬਿੰਦੂ ਨੇ, ਉਹ ਲੋਕ ਧਰਾਈ ਤੋਂ ਲੈ ਕੇ ਭਾਰਤੀ ਦਰਸ਼ਨ, ਪੱਛਮੀ ਦਰਸ਼ਨ, ਅੱਤ ਦੀ ਜਟਲਤਾ ਤੱਕ ਵੀ ਫੈਲੇ ਹੋਏ ਨੇ। ਮੱਥਾ ਦੀਵੇ ਵਾਲਾ, ਰੁੱਖ ਅਤੇ ਰਿਸ਼ੀ ਵਰਗੀਆਂ ਜਿਹੜੀਆਂ ਦਾਰਸ਼ਨਿਕ ਲੰਮੀਆਂ ਕਵਿਤਾਵਾਂ ਨੇ, ਉਹਦੇ 'ਚ ਉਮੀ ਮਨੁੱਖ ਦੇ ਕਨਸੈਪਟ ਬਾਰੇ, ਜਾਂ ਪ੍ਰਗੀਤਕ ਕਵਿਤਾਵਾਂ ਜਿਨ੍ਹਾਂ ਦੇ ਵਿੱਚ ਬਹੁਤ ਹੀ ਲੋਕ ਧਰਾਈ ਸਰਲੀਕਰਨ, ਪ੍ਰਗੀਤਕ ਅੰਸ਼ ਵੀ ਨੇ ਅਤੇ ਉਹਨਾਂ 'ਚ ਡੂੰਘੀ ਦਾਰਸ਼ਨਿਕਤਾ ਵੀ ਸਮਝ ਆਉਂਦੀ ਹੈ। ਮੈਂ ਸਮਝ ਸਕਦਾ ਕਿ ਹਰਭਜਨ ਸਿੰਘ ਹੋਰਾਂ ਦੀ ਕਵਿਤਾ ਨੂੰ ਦੇ ਇੱਕ ਹਿੱਸੇ ਨੂੰ ਮੰਨਣਾ ਬੜਾ ਸੌਖਾ, ਪਰ ਉਹਨਾਂ ਦੇ ਅੰਤਰੀਵੀ ਅਰਥਾਂ ਨੂੰ ਜਾਣਨਾ ਵਾਕਈ ਇੱਕ ਦਾਰਸ਼ਨਿਕ ਗੱਲ ਔਰ ਮਿਹਨਤ ਦੀ ਗੱਲ ਆ। ਖਾਸ ਤੌਰ 'ਤੇ ਵਿਦਿਆਰਥੀ ਜੀਵਨ ਦੇ ਵਿੱਚ ਹਰਭਜਨ ਸਿੰਘ ਦੀ ਕਵਿਤਾ ਨੂੰ ਸਮਝਣਾ ਸੌਖਾ ਕਾਰਜ ਨਹੀਂ ਹੈਗਾ। ਮੈਂ ਪ੍ਰੋਫੈਸਰ ਸੁਖਦੇਵ ਸਿੰਘ ਹੋਰਾਂ ਨਾਲ ਇਸ ਪੱਖੋਂ ਬਿਲਕੁਲ ਸਹਿਮਤ ਹਾਂ ਕਿ ਜਦੋਂ ਅਸੀਂ ਮੁੱਢਲੇ ਤੌਰ 'ਤੇ ਕਵਿਤਾ ਨੂੰ ਵਿਦਿਆਰਥੀ ਜੀਵਨ 'ਚ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਉਦੋਂ ਹਰਭਜਨ ਸਿੰਘ ਪੂਰਾ ਸਮਝ ਨਹੀਂ ਆਉਂਦਾ। ਇਹ ਮੇਰੇ ਨਾਲ ਵੀ PhD ਵੇਲੇ ਵਾਪਰਿਆ। ਔਰ ਅਸੀਂ ਕਈ ਵਾਰੀ ਹਰਭਜਨ ਸਿੰਘ ਬਾਰੇ ਆਪਣਾ ਪੁਰਾਣਾ ਲਿਖਿਆ ਜਦੋਂ ਦੁਬਾਰਾ ਹਰਭਜਨ ਸਿੰਘ ਨੂੰ ਪੜ੍ਹਦੇ ਹਾਂ ਤਾਂ ਸੋਧਦੇ ਹਾਂ, ਉਹਦੇ 'ਚ ਸੁਧਾਰ ਕਰਦੇ ਹਾਂ, ਉਹਨੂੰ ਇੱਕ ਤਰ੍ਹਾਂ ਵਿਕਸਿਤ ਕਰਦੇ ਹਾਂ। ਕਿਉਂ ਅਸੀਂ ਵਿਕਸਿਤ ਕਰਦੇ ਹਾਂ ਕਿ ਹਰਭਜਨ ਸਿੰਘ ਹੋਰਾਂ ਨੂੰ ਜਿੰਨੇ ਵਾਰ ਪੜ੍ਹਾਂਗੇ ਉਨੀ ਵਾਰੀ ਉਹਨਾਂ ਦੇ ਵਿੱਚੋਂ ਡੂੰਘੇ ਅਰਥਾਂ ਦਾ ਉਦੀਪਨ ਹੋਵੇਗਾ। ਇਹ ਗੱਲ ਵੀ ਬੜੀ ਡੂੰਘੀ ਡਾਕਟਰ ਸੁਖਦੇਵ ਸਿੰਘ ਹੋਰਾਂ ਨੇ ਕਿਹਾ ਕਿ ਜਿਹੜਾ ਮਾਤਰੀ ਪ੍ਰਵਚਨ ਜਾਂ ਮਾਂ ਦਾ ਦੁੱਖ ਹਰਭਜਨ ਸਿੰਘ ਦੀ ਕਵਿਤਾ ਦੇ ਵਿੱਚ ਵਾਰ-ਵਾਰ ਕਿਉਂ ਉਦੀਪਤ ਹੁੰਦਾ? ਕਿਉਂਕਿ ਕਵਿਤਾ ਨੂੰ ਜਾਂ ਸਿਰਜਣਾ ਨੂੰ ਸਵੈ ਤੋਂ ਤੋੜਿਆ ਨਹੀਂ ਜਾ ਸਕਦਾ। ਹਰਭਜਨ ਸਿੰਘ ਦੀ ਕਵਿਤਾ ਦੇ ਵਿੱਚ ਡੂੰਘਾ ਮੈਂ, ਡੂੰਘਾ ਆਪਾ, ਮਾਤਰੀ ਪ੍ਰਵਚਨ ਤੋਂ ਲੈ ਕੇ ਵਿਸ਼ਵ ਚੇਤਨਾ ਤੱਕ, ਬ੍ਰਹਿਮੰਡੀ ਚੇਤਨਾ ਤੱਕ, ਖਾਸ ਤੌਰ 'ਤੇ ਉਹ ਦੁੱਖ ਦਰਦ ਜਿਹੜਾ ਪੰਜਾਬੀਆਂ ਦੇ ਨਾਲ 84 ਵੇਲੇ ਵਾਪਰਿਆ, ਉਹ ਹਕੀਕਤ ਵੀ ਬਹੁਤ ਹੀ ਦੁੱਖ ਦਰਦ ਦੇ ਨਾਲ ਸਮਾਈ ਹੈ। ਕੋਈ ਸ਼ੱਕ ਨਹੀਂ ਹਰਭਜਨ ਸਿੰਘ ਸਾਡੇ ਸਮਿਆਂ ਦਾ ਬਹੁਤ ਵੱਡਾ ਕਵੀ, ਬਹੁਤ ਵੱਡਾ ਆਲੋਚਕ, ਸਿਰਜਕ ਹੋਇਆ। ਲਹਿਰਾਂ ਦੇ ਸਮਾਨਾਂਤਰ ਉਹਨਾਂ ਦੀ ਆਲੋਚਨਾ ਨੂੰ ਸਮਝਣ ਦਾ ਪ੍ਰਯਤਨ ਕੀਤਾ ਗਿਆ, ਪਰ ਹਜੇ ਵੀ ਚੰਗੀ ਤਰ੍ਹਾਂ ਨਹੀਂ ਸਮਝਿਆ ਗਿਆ। ਹੋਰ ਬਹੁਤ ਸੰਭਾਵਨਾਵਾਂ ਨੇ ਔਰ ਇਹਨਾਂ ਸੰਭਾਵਨਾਵਾਂ ਦੇ ਵਿੱਚ ਹੀ ਅੱਜ ਦਾ ਭਾਸ਼ਣ ਆਪਣੇ ਆਪ 'ਚ ਇੱਕ ਐਗਜ਼ੈਂਪਲ ਅਸੀਂ ਰਿਕਾਰਡ ਕੀਤਾ ਇਹਨੂੰ, ਕਿਉਂਕਿ ਹਰਭਜਨ ਸਿੰਘ ਨੂੰ ਡੂੰਘੇ ਤੌਰ 'ਤੇ, ਖਾਸ ਤੌਰ 'ਤੇ ਉਹਨਾਂ ਦੀ ਕਵਿਤਾ ਨੂੰ ਸਮਝਣ ਲਈ ਪ੍ਰੋਫੈਸਰ ਸੁਖਦੇਵ ਦਾ ਅੱਜ ਦਾ ਭਾਸ਼ਣ ਬਹੁਤ ਲਾਭਦਾਇਕ ਹੋਏਗਾ ਔਰ ਇਹਨੂੰ ਵਾਰ-ਵਾਰ ਸੁਣਨ ਦੀ ਜ਼ਰੂਰਤ ਪਏਗੀ।